ਅਕਾਲੀ ਦਲ ਵਾਲੇ ਦਿੱਲੀ ਜਾ ਪਹੁੰਚੇ ਨੇ। ਉਹਨਾਂ ਨੇ ਸੰਸਦ ਵੱਲ ਕੂਚ ਕਰਨ ਦੀ ਇਜਾਜ਼ਤ ਮੰਗੀ ਸੀ, ਜੋ ਇਜਾਜ਼ਤ ਨਹੀਂ ਮਿਲੀ। ਉਹਨਾਂ ਨੇ ਕਿਹਾ ਕਿ ਇਜਾਜ਼ਤ ਮਿਲੀ ਨਹੀਂ ਮਿਲੀ ਕੋਈ ਗੱਲ ਨਹੀਂ, ਅਸੀਂ ਮਾਰਚ ਕੱਢਣਾ, ਸੁਰਖੀਆਂ ਬਟੋਰਨੀਆਂ ਨੇ, ਕਿਸੇ ਵੀ ਤਰ੍ਹਾਂ ਬਟੋਰੀਏ। ਬੜੇ ਭਰੇ ਮਨ ਦੇ ਨਾਲ ਉਹਨਾਂ ਨੂੰ ਰੈਜ਼ਿਗਨੇਸ਼ਨ ਲਿਖ ਕੇ ਦੇਣਾ ਪਿਆ। ਤੇ ਪਰ ਮਾੜੀ ਗੱਲ ਇਹ ਸੀ ਕਿ ਉਸ ਦਿਨ ਉਸ ਰੈਜ਼ਿਗਨੇਸ਼ਨ ਦੀ ਕੋਈ ਕੀਮਤ ਨਹੀਂ ਸੀ। ਸੋ ਹਰਸਿਮਰਤ ਕੌਰ ਬਾਦਲ ਦੀ ਗ੍ਰਿਫਤਾਰੀ ਜਾਂ ਸੁਖਬੀਰ ਬਾਦਲ ਦੀ ਗ੍ਰਿਫਤਾਰੀ ਜਾਂ ਉਹਨਾਂ ਦਾ ਅੱਜ ਉੱਥੇ ਜਾਣਾ, ਇਸ ਨੂੰ ਸਿਰਫ ਇੱਕ ਚੋਣ ਸਟੰਟ ਤੋਂ ਬਿਨਾਂ ਮੈਂ ਆਪਣੇ ਤੌਰ ਤੇ ਹੋਰ ਕੁਝ ਨਹੀਂ ਦੇਖਦਾ। ਹੁਣ ਜਿੰਨੇ ਵੀ ਵਿਧਾਇਕ ਨੇ ਪੰਜਾਬ ਕਾਂਗਰਸ ਕੋਲ, ਜੇ 40 ਨੇ ਮੀਟਿੰਗ ਸੱਦ ਲਈ ਹੈ ਤੇ ਨੈਚੁਰਲੀ ਉਹ ਕੈਪਟਨ ਦੇ ਖਿਲਾਫ ਹੈ, ਤੇ ਫਿਰ ਕੈਪਟਨ ਸਰਕਾਰ ਦੇ ਪੱਲੇ ਕੀ ਰਹਿ ਜਾਂਦਾ। ਤੇ ਗੁਰਪ੍ਰੀਤ ਸਿੰਘ ਕਾਂਗੜ ਇਸ ਵੇਲੇ ਕੈਪਟਨ ਅਮਰਿੰਦਰ ਸਿੰਘ ਦੇ ਦੁਬਾਰਾ ਬਹੁਤ ਨਜ਼ਦੀਕ ਦੱਸੇ ਜਾਂਦੇ ਨੇ ਕਿ ਇਹ ਉਹਨਾਂ ਨੂੰ ਦੁਬਾਰਾ ਨਜ਼ਦੀਕ ਲਿਆਉਣ ਦੀ ਕੋਸ਼ਿਸ਼ ਹੈ। ਪਰ ਇਸ ਤਰ੍ਹਾਂ ਜੇ ਤਰਸ ਦੇ ਆਧਾਰ ਤੇ ਅਸੀਂ ਜਿਹੜੇ ਸਰਦੇ ਪੁੱਜਦੇ ਪਰਿਵਾਰ ਨੇ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਨੌਕਰੀਆਂ ਦੇਣ ਲੱਗੇ, ਫਿਰ ਸਭ ਤੋਂ ਪਹਿਲਾਂ ਖਿਆਲ ਤਾਂ ਸਾਨੂੰ ਗਰੀਬ ਦਾ ਕਰਨਾ ਚਾਹੀਦਾ ਹੈ। ਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਕੋਵਿਡ ਦੇ ਨਿਯਮ ਤੋੜਨ ਕਰਕੇ ਇੰਗਲੈਂਡ ਦੇ ਵਿੱਚ ਜਾਰੀ ਕੀਤਾ ਗਿਆ, ਉਹ ਨੋਟਿਸ ਝੂਠਾ ਹੈ। ਕਿਸੇ ਸੰਸਥਾ ਵੱਲੋਂ ਅਜਿਹਾ ਨੋਟਿਸ ਜਾਰੀ ਨਹੀਂ ਕੀਤਾ ਗਿਆ। ਸੋ ਮੋਦੀ ਆਪਣੇ ਪਹਿਰਾਵੇ ਕਰਕੇ ਤੇ ਦਿਨ ਵਿੱਚ ਕਈ ਵਾਰੀ ਬਦਲਣ ਕਰਕੇ ਬਹੁਤ ਸਾਰੀਆਂ ਚੀਜ਼ਾਂ ਲਈ ਮਸ਼ਹੂਰ ਹਨ। ਰਾਹੁਲ ਗਾਂਧੀ ਨੇ ਤੇ ਉਹਨਾਂ ਨੂੰ ਵਧਾਈ ਦਿੱਤੀ ਹੈ ਤੇ ਪੰਜਾਬ ਦੇ ਵਿੱਚ ਯੂਥ ਕਾਂਗਰਸੀ ਨੇ ਉਹਨਾਂ ਦੇ ਪੁਤਲੇ ਸਾੜੇ ਨੇ। ਇਹ ਬੜੀ ਅਜੀਬੋ-ਗਰੀਬ ਗੱਲ ਹੈ। ਜਾਂ ਤਾਂ ਰਾਹੁਲ ਗਾਂਧੀ ਨਾਲ ਕੋਆਰਡੀਨੇਸ਼ਨ ਨਹੀਂ ਹੈ ਤੇ ਜਾਂ ਪੰਜਾਬ ਵਿੱਚ ਕਿਸਾਨੀ ਅੰਦੋਲਨ ਦੇ ਚੱਲਦਿਆਂ ਹਾਲਾਤ ਕੁਝ ਹੋਰ ਨੇ। ਡਾਕਟਰ ਹਰਸ਼ਵਰਧਨ ਜਦੋਂ ਤੋਂ ਐਗਜ਼ਿਟ ਹੋਏ ਨੇ ਸਿਹਤ ਮੰਤਰੀ ਵਜੋਂ, ਉਸ ਤੋਂ ਬਾਅਦ ਹਾਲਾਤ ਭਾਰਤ ਲਈ ਕਾਗਜ਼ਾਂ ਦੇ ਵਿੱਚ ਘੱਟੋ ਘੱਟ ਜਿਹੜੇ ਨੇ ਜਾਂ ਵੈਸੇ ਵੀ ਔਨ ਗਰਾਊਂਡ ਵੀ ਥੋੜੇ ਬਿਹਤਰ ਹੁੰਦੇ ਨਜ਼ਰ ਆ ਰਹੇ ਨੇ। ਜਦੋਂ ਮੰਤਰੀ ਬਣਾ ਦਿੱਤੇ ਜਾਂਦੇ ਨੇ ਤੇ FBI ਵਾਲੇ ਕਹਿੰਦੇ ਨੇ ਇਹਨਾਂ ਚੌਥੇ ਤਾਂ ਸਾਡੇ ਮੋਸਟ ਵਾਂਟਡ ਲਿਸਟ ਦੇ ਨੇ। ਰਾਜ ਕੁੰਦਰਾ ਦੇ ਖਿਲਾਫ 1000 ਸਫ਼ੇ ਤੋਂ ਵੱਧ ਦੀ ਸਨਸਨੀਖੇਜ਼ ਖੁਲਾਸਿਆਂ ਵਾਲੀ ਚਾਰਜ ਸ਼ੀਟ ਪੁਲਿਸ ਅਦਾਲਤ ਵਿੱਚ ਦਾਖਲ ਕਰ ਰਹੀ ਸੀ। ਉਸੇ ਵੇਲੇ ਬੀਬੀ ਸ਼ਿਲਪਾ ਸ਼ੈਟੀ ਜਿਹੜਾ ਸੀ ਉੱਤਰੀ ਭਾਰਤ ਦੇ ਵਿੱਚ ਜੰਮੂ ਕਸ਼ਮੀਰ 'ਚ ਵੈਸ਼ਨੋ ਦੇਵੀ ਦੀ ਯਾਤਰਾ ਤੇ ਗਏ ਹੋਏ ਸਨ। ਪਰ ਬੀਬੀ ਸ਼ਿਲਪਾ ਸ਼ੈਟੀ ਨੇ ਆਪਣਾ ਪੱਲਾ ਇਹ ਕਹਿੰਦੇ ਹੋਏ ਝਾੜ ਲਿਆ, ਪੁੱਛਗਿੱਛ ਬੀਬੀ ਤੋਂ ਵੀ ਹੋਈ ਹੈ, ਪਰ ਇਹ ਕਹਿੰਦੇ ਹੋਏ ਝਾੜ ਲਿਆ ਕਿ ਇਸ ਦੇ ਬਿਜ਼ਨਸ ਬਾਰੇ ਜਿਸ ਦੀ ਕਿਸੇ ਵੀ ਡੀਲ ਬਾਰੇ ਮੈਨੂੰ ਕੁਝ ਪਤਾ ਨਹੀਂ ਤੇ ਮੇਰਾ ਆਪਣਾ ਕੰਮ ਹੈ, ਉਸਦਾ ਆਪਣਾ ਕੰਮ ਹੈ। ਪਰ ਇਹ ਗੱਲ ਕਿੰਨੀ ਕੁ ਵਾਜਬ ਹੈ ਜਾਂ ਸੱਚੀ ਹੈ, ਇਹ ਬੀਬੀ ਸ਼ਿਲਪਾ ਸ਼ੈਟੀ ਦੀ ਗੱਲ। ਸਤਿ ਸ਼੍ਰੀ ਅਕਾਲ। ਪੰਜਾਬੀ ਨੈਸ਼ਨਲ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਦੇਸ਼ ਦੁਨੀਆ ਦੀਆਂ ਤਾਜ਼ਾ ਤਰੀਨ ਖਬਰਾਂ ਤੇ ਚਰਚਾ ਕਰਨ ਲਈ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਵਿਚਾਰ ਚਰਚਾ। ਕੀ ਕਾਂਗਰਸ ਵਿੱਚ ਮੁੜ ਤੋਂ ਸ਼ੁਰੂ ਹੋ ਗਿਆ ਇਹ ਕਾਟੋ ਕਲੇਸ਼? ਅਕਾਲੀ ਦਲ ਵੱਲੋਂ ਕੀਤਾ ਜਾ ਰਿਹਾ ਹੈ ਸੰਸਦ ਵੱਲ ਕੂਚ ਤੇ ਪੰਜਾਬ ਦੇ ਕਿਸ ਮੰਤਰੀ ਦੇ ਜਵਾਈ ਨੂੰ ਮਿਲੇ ਨੇ ਸਰਕਾਰੀ ਗੱਫੇ? ਇਹਨਾਂ ਤੇ ਹੋਰ ਬਹੁਤ ਸਾਰੇ ਸਵਾਲਾਂ ਦੇ ਜਵਾਬ ਜਾਣਾਂਗੇ ਤੇ ਇਹਨਾਂ ਸਵਾਲਾਂ ਤੇ ਚਰਚਾ ਕਰਨ ਲਈ ਮੇਰੇ ਨਾਲ ਨੇ ਜੀ ਸਾਡੇ ਮਾਹਿਰ ਮਹਿਮਾਨ ਸਰਦਾਰ ਕੁਲਦੀਪ ਸਿੰਘ ਹੀਰ ਜੀ। ਸਤਿ ਸ਼੍ਰੀ ਅਕਾਲ ਸਰ, ਬਹੁਤ-ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਰ, ਅੱਜ 1 ਸਾਲ ਪੂਰਾ ਹੋ ਗਿਆ ਖੇਤੀ ਬਿੱਲ ਬਣਿਆ ਨੂੰ ਤੇ ਇਸ ਵੇਲੇ ਸਾਰੀਆਂ ਪਾਰਟੀਆਂ ਦੀ ਵੱਖਰੀ ਪ੍ਰਤੀਕਿਰਿਆ ਸਾਹਮਣੇ ਆ ਰਹੀ ਹੈ। ਕੀ ਕਹਿਣਾ ਚਾਹੋਗੇ? ਜੀ ਬਿਲਕੁਲ ਸਾਲ ਹੋ ਗਿਆ ਬਿੱਲ ਲੈਂਦੇ ਗਏ ਸੀ ਤੇ ਅੱਜ ਦੇ ਦਿਨ ਕਾਨੂੰਨ ਬਣ ਗਿਆ ਸੀ ਜੀ। ਪਰ ਇੱਕ ਗੱਲ ਚੇਤਾ ਰੱਖਣ ਵਾਲੀ ਹੈ ਜੀ ਕਿ ਕਈ ਤੇ ਅਜੇ ਵੀ ਨਹੀਂ ਉੱਠੇ ਨੀਂਦ ਚੋਂ ਜੀ ਤੇ ਕਈ ਆਉਣ ਤੋਂ ਪਹਿਲਾਂ ਹੀ ਜਾਗ ਪਏ ਸਨ। ਬਿਲਕੁਲ। ਕਈਆਂ ਦੀ ਵਿਚਾਲੇ ਜੇ ਨੀਂਦ ਖੁੱਲ ਗਈ ਜੀ। ਪਰ ਕਿਸਾਨੀ ਅੰਦੋਲਨ ਨੂੰ ਚੱਲਦੇ ਨੂੰ ਲੰਬਾ ਸਮਾਂ ਹੋ ਗਿਆ, ਹੋਰ 1.5 ਕੁ ਮਹੀਨਾ ਹੈ ਜੀ ਤੇ ਸਰਹੱਦ ਤੇ ਬੈਠਿਆਂ ਨੂੰ, ਦਿੱਲੀ ਦੀ ਸਰਹੱਦ ਤੇ ਬੈਠਿਆਂ ਨੂੰ ਸਾਲ ਹੋ ਜਾਣਾ। ਬਿਲਕੁਲ। ਪੰਜਾਬ ਦੇ ਕਿਸਾਨਾਂ ਨੇ ਮਈ ਮਹੀਨੇ ਦੇ ਵਿੱਚ ਹੀ ਬਿਗਲ ਵਜਾ ਦਿੱਤਾ ਸੀ। ਪਿਛਲੇ ਸਾਲ ਕਣਕ ਦੀ ਵਾਢੀ ਤੋਂ ਪਹਿਲਾਂ ਹੀ ਅੰਦੋਲਨ ਜਿਹੜਾ ਸੀ ਉਸ ਨੂੰ ਸ਼ੁਰੂਆਤੀ ਰੂਪ ਦੇ ਦਿੱਤਾ ਗਿਆ ਸੀ ਜੀ। ਪੰਜਾਬ ਦੇ ਵਿੱਚ ਬੰਦ ਦਾ ਸੱਦਾ ਦਿੱਤਾ ਗਿਆ। ਹਾਈਵੇਜ਼ ਤੇ ਸਾਰਿਆਂ ਨੂੰ ਦਿਖਾਇਆ ਗਿਆ ਕਿ ਦੇਖੋ ਇਸ ਤਰ੍ਹਾਂ ਦੇ ਕਾਨੂੰਨ ਆ ਰਹੇ ਨੇ, ਇਹ ਪੇਸ਼ ਹੋਣ ਵਾਲੇ ਨੇ ਬਿੱਲ, ਇਹ ਸਾਨੂੰ ਖਤਮ ਕਰ ਦੇਣਗੇ। ਅਸੀਂ ਇਸ ਤੋਂ ਪਹਿਲਾਂ ਕੋਈ ਲਾਮਬੰਦ ਹੋਈਏ ਤੇ ਆਪਣੇ ਆਗੂਆਂ ਨੂੰ ਦਸੀਏ ਜਿਹੜੇ ਸਾਨੂੰ ਰਿਪਰੈਜ਼ੈਂਟ ਕਰਦੇ ਨੇ ਕਿ ਭਾਈ ਜਿੱਥੇ ਤੁਸੀਂ ਜਾਂਦੇ ਹੋ, ਜਿਸ ਸੀਟ ਤੇ ਤੁਸੀਂ ਬੈਠਣਾ ਹੈ ਲੋਕ ਸਭਾ ਜਾਂ ਰਾਜ ਸਭਾ ਦੇ ਵਿੱਚ, ਉੱਥੇ ਕਾਨੂੰਨ ਨਾ ਬਣ ਦਿਓ ਜੀ। ਕਿਸੇ ਨੇ ਨਹੀਂ ਸੁਣੀ ਤੇ ਸੁਣੀ ਪੰਜਾਬ ਦੀ ਜੇ ਗੱਲ ਕਰੀਏ, ਪੰਜਾਬ ਦੇ ਲੋਕਾਂ ਨੇ ਪਹਿਲ ਕਦਮੀ ਕੀਤੀ ਸੀ। ਦਿੱਲੀ ਦੇ ਵਿੱਚ ਜਾਣ ਦੀ ਪਹਿਲ ਕਦਮੀ ਤੇ ਹੋਈ ਬਾਅਦ ਵਿੱਚ ਹੋਈ ਹੈ। ਉਸ ਤੋਂ ਪਹਿਲਾਂ ਪੰਜਾਬ ਵਿੱਚ ਮੋਰਚੇ ਲੱਗ ਚੁੱਕੇ ਸਨ। 94 ਟੋਲ ਪਲਾਜ਼ਿਆਂ ਤੇ ਪਹਿਲਾਂ ਲੱਗੇ, ਫਿਰ ਜਿਹੜੇ ਰਾਸ਼ਟਰੀ ਰਾਜਮਾਰਗਾਂ ਤੋਂ ਬਿਨਾਂ ਜਿਹੜੇ ਸਟੇਟ ਦੇ ਰਾਜਮਾਰਗ ਸੀ, ਹਾਈਵੇ ਸੀ, ਉਹਨਾਂ ਤੇ ਵੀ ਟੋਲ ਪਲਾਜ਼ਿਆਂ ਤੇ ਕਿਸਾਨ ਬੈਠ ਗਏ ਤੇ ਨਿੱਤ ਧਰਨੇ ਪ੍ਰਦਰਸ਼ਨ ਹੋਣ ਲੱਗੇ ਜੀ। ਉਸ ਤੋਂ ਬਾਅਦ ਰੌਲਾ ਰੱਪਾ ਇਹ ਪੈਂਦਾ ਰਿਹਾ ਕਿ ਪੰਜਾਬ ਵਿੱਚ ਕੋਲੇ ਦਾ ਸੰਕਟ ਆ ਗਿਆ, ਫਲਾਨਾ ਆ ਗਿਆ, ਸਾਰਾ ਕੁਝ ਹੋ ਗਿਆ, ਬਹੁਤ ਕੁਝ ਕੀਤਾ ਗਿਆ ਜੀ, ਹੋ ਗਿਆ। ਪਰ ਕਿਸਾਨ ਆਪਣੀ ਚਾਲ
ਵੱਧਦੇ ਗਏ। ਦਿੱਲੀ ਇੱਕ ਵੱਡਾ ਮੋਰਚਾ, ਇਤਿਹਾਸਿਕ ਮੋਰਚਾ ਲੱਗ ਗਿਆ। ਉਹ ਸਾਰੀਆਂ ਬਾਅਦ ਦੀਆਂ ਗੱਲਾਂ ਨੇ, ਪਰ ਅੱਜ ਹੁਣ ਕੀ ਹੋ ਰਿਹਾ ਤੇ ਕੌਣ ਕੀ ਬੋਲ ਰਿਹਾ, ਇਸ ਦੀ ਗੱਲ ਕਰਦੇ ਹਾਂ ਜੀ। ਜੇ ਅਸੀਂ ਗੱਲ ਕਰੀਏ ਕਿ ਪੰਜਾਬ ਕਾਂਗਰਸ ਵੱਲੋਂ ਲਗਾਤਾਰ ਅਕਾਲੀ ਦਲ ਤੇ ਹਮਲੇ ਕੀਤੇ ਜਾਂਦੇ ਨੇ ਜੀ। ਇਮੀਡੀਏਟ ਜਿਹੜੀ ਉਹਨਾਂ ਨੂੰ ਖਤਰਾ ਹੈ ਕਿਸੇ ਚੀਜ਼ ਤੋਂ, ਤੇ ਉਹ ਅਕਾਲੀ ਦਲ ਤੋਂ ਹੀ ਜਾਪਦਾ ਹੈ, ਕਿਉਂਕਿ ਫਰਵਰੀ ਦੇ ਵਿੱਚ ਚੋਣਾਂ ਨੇ, ਜਾਂ ਉਸ ਤੋਂ ਪਹਿਲਾਂ ਨੇ, ਜਾਂ ਉਸ ਤੋਂ ਬਾਅਦ ਨੇ। ਚੋਣਾਂ ਨੇ ਪੰਜਾਬ 'ਚ, ਸਿੱਧੀ ਗੱਲ ਹੈ, ਮਾਹੌਲ ਚੋਣਾਂ ਦਾ ਬਣ ਚੁੱਕਾ ਹੈ। ਬਿਲਕੁਲ। ਟਿਕਟਾਂ ਦਾ ਐਲਾਨ ਅਕਾਲੀ ਦਲ ਨੇ ਕਰ ਦਿੱਤਾ ਹੈ। ਖੁਦ ਮੁਖਤਿਆਰ ਪਾਰਟੀ ਹੈ ਜੀ। ਤੇ ਉਹਨਾਂ ਦੇ ਇੱਥੇ ਹੀ ਕੋਈ ਹਾਈ ਕਮਾਂਡ ਦਿੱਲੀ ਨਹੀਂ ਜਾਣਾ ਪੈਂਦਾ, ਹਾਈ ਦੀ ਲੋਨ ਇੱਥੇ ਹੀ ਸਭ ਕੁਝ ਹੋ ਜਾਂਦਾ ਹੈ। ਚੰਡੀਗੜ੍ਹ ਤੋਂ ਜਾਂ ਲੰਬੀ ਤੋਂ ਜਾਂ ਉਹਨਾਂ ਦੇ ਬਾਦਲ ਪਿੰਡ ਤੋਂ ਜਿਹੜੀ ਆ ਉਹ ਰਿਪੋਰਟ ਨਿਕਲ ਕੇ ਆ ਜਾਂਦੀ ਹੈ, ਤੇ ਸਭ ਉੱਥੋਂ ਹੀ ਨਿਕਲਦੇ ਨੇ ਚਿੱਠੀ ਪੱਤਰ, ਤੇ ਦਿੱਲੀ ਤੋਂ ਕੋਈ ਮੋਹਰ ਨਹੀਂ ਲੱਗਣੀ ਹੁੰਦੀ। ਤੇ ਅਕਾਲੀ ਦਲ ਨੂੰ ਘੇਰਨ ਲਈ ਕੋਈ ਮੌਕਾ ਖਾਲੀ ਨਹੀਂ ਜਾਣ ਦੇਣਾ ਚਾਹੁੰਦੇ, ਖਾਸ ਤੌਰ ਤੇ ਸਾਡੇ ਕੈਪਟਨ ਸਾਹਿਬ ਤੇ ਨਵਜੋਤ ਸਿੰਘ ਸਿੱਧੂ। 100 ਮੁੱਦਿਆਂ ਤੇ ਉਹਨਾਂ ਦਾ ਵਖਰੇਵਾਂ ਹੋ ਸਕਦਾ ਹੈ, ਪਰ ਇੱਕ ਮੁੱਦੇ ਤੇ ਉਹ ਇਕੱਠੇ ਨੇ ਕਿ ਅਕਾਲੀ ਦਲ ਨੂੰ ਥੱਲੇ ਲਾਉਣ ਤੋਂ ਪਿੱਛੇ ਨਹੀਂ ਹਟਣਾ। ਪਰ ਇੱਕ ਮੁੱਦੇ ਤੇ ਆ ਕੇ ਉਹ ਫਰਕ ਵੀ ਪੈ ਜਾਂਦਾ, ਉਹ ਬਾਅਦ ਵਿੱਚ ਗੱਲ ਕਰਾਂਗੇ। ਅਕਾਲੀ ਦਲ ਦੇ ਮੁੱਦੇ ਤੇ ਨਵਜੋਤ ਸਿੰਘ ਸਿੱਧੂ ਪਿਛਲੇ ਦਿਨਾਂ ਤੋਂ ਸਾਰੇ ਮੁੱਦੇ ਭੁੱਲ ਗਏ ਨੇ, ਤੇ ਉਹਨਾਂ ਨੇ ਖੇਤੀ ਕਾਨੂੰਨਾਂ ਨੂੰ ਹੀ ਮੁੱਖ ਤੌਰ ਤੇ ਮੁੱਦਾ ਰੱਖ ਕੇ ਬਣਾਇਆ, ਤੇ ਇਹੋ ਗੱਲ ਕਰਦੇ ਨੇ ਕਿ ਇਹ ਇਹਨਾਂ ਨੇ ਬਣਾਇਆ ਸੀ, ਇਹਨਾਂ ਦੇ ਦਿਮਾਗ ਦੀ ਕਾਢ ਸੀ, ਇਹ ਸ਼ਾਮਲ ਸਨ। ਠੀਕ ਹੈ, ਸਾਰੀਆਂ ਗੱਲਾਂ ਜਿਹੜੀਆਂ ਨੇ ਉਹਨਾਂ ਨੇ ਫੇਰ ਦੁਬਾਰਾ ਕੀਤੀਆਂ ਨੇ। ਉਹਨਾਂ ਨੇ ਪ੍ਰੈਸ ਕਾਨਫਰੰਸ ਵੀ ਸੱਦੀ ਹੈ, ਪਰ ਉੱਥੇ ਆਪਣੀਆਂ ਗੱਲਾਂ ਕਰਕੇ ਅਕਾਲੀ ਦਲ ਦੇ ਬਾਰੇ ਬਿਆਨ ਦੇ ਕੇ ਉੱਠ ਕੇ ਚਲੇ ਗਏ ਨੇ। ਮੀਡੀਆ ਦੀ ਜਦੋਂ ਗੱਲ ਆਉਂਦੀ ਤੇ ਫਿਰ ਉਹ ਮੀਡੀਆ ਦੀ ਗੱਲ ਆਉਂਦੀ ਤੇ ਉਹਨਾਂ ਨੇ ਕੋਈ ਕਿਸੇ ਸਵਾਲ ਦਾ ਕੋਈ ਜਵਾਬ ਦੇਣਾ ਜ਼ਰੂਰੀ ਨਹੀਂ ਸਮਝਿਆ। ਨਾਰਾਜ਼ ਚੱਲ ਰਹੇ। ਆਮ ਆਦਮੀ ਪਾਰਟੀ ਵੀ ਇਸੇ ਤਰ੍ਹਾਂ ਬੋਲੀ ਹੈ। ਅਕਾਲੀ ਦਲ ਵਾਲੇ ਦਿੱਲੀ ਜਾ ਪਹੁੰਚੇ ਨੇ, ਉਹਨਾਂ ਨੇ ਸੰਸਦ ਵੱਲ ਕੂਚ ਕਰਨ ਦੀ ਇਜਾਜ਼ਤ ਮੰਗੀ ਸੀ, ਜੋ ਇਜਾਜ਼ਤ ਨਹੀਂ ਮਿਲੀ। ਗੁਰਦੁਆਰਾ ਰਕਾਬਗੰਜ ਸਾਹਿਬ ਤੋਂ ਉਹਨਾਂ ਨੇ ਫਿਰ ਅੱਜ ਉਹਨਾਂ ਨੇ ਕਿਹਾ ਕਿ ਇਜਾਜ਼ਤ ਮਿਲੀ ਨਹੀਂ ਮਿਲੀ ਕੋਈ ਗੱਲ ਨਹੀਂ, ਅਸੀਂ ਮਾਰਚ ਕੱਢਣਾ। ਸੁਰਖੀਆਂ ਬਟੋਰਨੀਆਂ ਨੇ, ਕਿਸੇ ਵੀ ਤਰ੍ਹਾਂ ਬਟੋਰੀਏ। ਤੇ ਆਖਰੀ ਖਬਰਾਂ ਜਿੱਥੋਂ ਤੱਕ ਇਹ ਪ੍ਰੋਗਰਾਮ ਅਸੀਂ ਰਿਕਾਰਡ ਕਰ ਰਹੇ ਹਾਂ, ਇਹ ਮਾਰਚ ਜਿਹੜਾ ਉਹਨਾਂ ਦਾ ਕਿਤੇ ਚੱਲ ਰਿਹਾ ਹੈ, ਕਿਤੇ ਰੁਕ ਗਿਆ, ਕਿਤੇ ਕੋਈ ਗ੍ਰਿਫਤਾਰੀਆਂ ਹੋਈਆਂ ਨੇ, ਕਈ ਜਗ੍ਹਾ ਤੇ ਧਰਨੇ ਪ੍ਰਦਰਸ਼ਨ ਹੋਏ ਨੇ, ਥਾਂ ਤੇ ਕੁਝ ਜਗ੍ਹਾ ਤੇ ਪੁਲਿਸ ਦੇ ਨਾਲ ਧੱਕਾ ਮੁੱਕੀ ਮਾੜੀ ਮੋਟੀ ਹੋਈ ਹੈ। ਕੁਝ ਅਕਾਲੀ ਆਗੂਆਂ ਨੂੰ ਗ੍ਰਿਫਤਾਰ ਕੀਤੇ ਜਾਣ ਦੀ ਖਬਰ ਹੈ। ਉਹ ਗ੍ਰਿਫਤਾਰ ਕਦਾ ਇਸ ਜਗ੍ਹਾ ਤੋਂ ਕਰਨਗੇ ਤੇ ਦੂਸਰੀ ਜਗ੍ਹਾ ਤੇ ਲਿਆ ਕੇ ਛੱਡ ਦੇਣਗੇ। ਕਿਸੇ ਨੂੰ ਹੀਰੋ ਨਹੀਂ ਬਣਾਉਂਦੀ ਅੱਜ ਕੱਲ੍ਹ ਸਰਕਾਰਾਂ। ਸੋ ਇਸ ਤਰ੍ਹਾਂ ਦਾ ਚਾਲ ਚੱਲਣ ਜਿਹੜਾ ਹੈ ਕਿਸਾਨੀ ਅੰਦੋਲਨ ਨੂੰ ਲੈ ਕੇ ਚੱਲ ਰਿਹਾ। ਨਵਜੋਤ ਸਿੰਘ ਸਿੱਧੂ ਉਹ ਪੁਰਾਣਾ ਰਾਗ ਲਾਪ ਰਹੇ ਨੇ ਜਿਹੜੀ ਅਸੀਂ ਗੱਲ ਕੀਤੀ ਸੀ, ਪਰ ਇਸ ਮੁੱਦੇ ਤੇ ਪੰਜਾਬ ਸਰਕਾਰ ਦੀ ਕੀ ਜਵਾਬਦੇਹੀ ਹੈ ਉਸ ਤੇ ਉਹਨਾਂ ਨੇ ਕੋਈ ਗੱਲ ਨਹੀਂ ਕੀਤੀ। ਆਮ ਆਦਮੀ ਪਾਰਟੀ ਆਪਣੇ ਤੌਰ ਤੇ ਚੱਲ ਰਹੀ ਹੈ, ਉਹਨਾਂ ਤੇ ਵੀ ਇਲਜ਼ਾਮ ਇਹ ਲੱਗਦਾ ਹੈ ਕਿ ਦਿੱਲੀ ਦੇ ਵਿੱਚ ਉਹਨਾਂ ਨੇ ਇਹ ਖੇਤੀ ਕਾਨੂੰਨਾਂ ਨੂੰ ਰੱਦ ਨਹੀਂ ਕੀਤਾ ਜਿੱਥੇ ਉਹਨਾਂ ਦੀ ਆਪਣੀ ਸਰਕਾਰ ਹੈ। ਕਿਸ ਨੇ ਕਿੱਥੇ ਰੱਦ ਕੀਤਾ ਹੈ, ਕੀ ਨਹੀਂ ਕੀਤਾ ਹੈ, ਇਸ ਬਾਰੇ ਸਾਡੇ ਜਿਹੜੇ ਮਾਹਿਰ ਨੇ ਬਹੁਤੇ ਉਹੀ ਜਾਣਦੇ ਨੇ। ਪਰ ਇਸ ਵੇਲੇ ਪੰਜਾਬ ਦੇ ਵਿੱਚ ਚੋਣਾਂ ਦਾ ਮਾਹੌਲ ਬਣਿਆ ਪਿਆ, ਚੋਣਾਂ ਦੇ ਮਾਹੌਲ ਨੂੰ ਲੈ ਕੇ ਸਾਰਾ ਕੁਝ ਹੋ ਰਿਹਾ। ਖੇਤੀ ਕਾਨੂੰਨਾਂ ਦੀ ਗੱਲ ਚੱਲ ਰਹੀ ਹੈ, ਪਰ ਕਿਸਾਨ ਹੀ ਅੰਦੋਲਨ ਆਪਣੇ ਥਾਂ ਤੇ ਉਹ ਅੱਗੇ ਵਧਾ ਰਹੇ ਨੇ। ਪਾਰਟੀਆਂ ਆਪੋ ਆਪਣੇ ਥਾਂ ਤੇ ਆਪਣੇ ਤਰੀਕੇ ਨਾਲ ਜ਼ੋਰ ਲਾ ਰਹੀਆਂ ਨੇ, ਜਿਸ ਤਰ੍ਹਾਂ ਦਾ ਉਹਨਾਂ ਨੂੰ ਲਾਉਣਾ ਚਾਹੀਦਾ। ਜੀ ਬਿਲਕੁਲ ਗੱਲ ਕੀਤੀ ਤੁਸੀਂ ਕਿ ਕਿਉਂਕਿ ਚੋਣਾਂ ਦਾ ਮਾਹੌਲ ਇਸ ਟਾਈਮ 'ਚ ਬਣਿਆ ਹੋਇਆ ਹੈ, ਰਾਜਨੀਤੀ ਪੂਰੀ ਤਰ੍ਹਾਂ ਪੰਜਾਬ ਦੇ ਵਿੱਚ ਭਖੀ ਹੋਈ ਹੈ। ਭਾਵੇਂ ਕਿ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਉਹ ਸਾਰਾ ਕੁਝ ਉਹੀ ਕਰਨਗੇ ਜਿੱਦਾਂ ਕਿਸਾਨ ਆਗੂ ਉਹਨਾਂ ਨੂੰ ਕਹਿਣਗੇ, ਪਰ ਅਸਲ ਵਿੱਚ ਚੱਲ ਉਵੇਂ ਹੀ ਰਿਹਾ ਜਿਵੇਂ ਉਹ ਚਲਾਉਣਾ ਚਾਹੁੰਦੇ ਨੇ। ਤੇ ਇਸੇ ਦੇ ਚੱਲਦਿਆਂ ਜਿਹੜਾ ਅਕਾਲੀ ਦਲ ਹੈ ਉਹਨੇ ਸੰਸਦ ਵੱਲ ਕੂਚ ਕੀਤਾ ਹੋਇਆ, ਤੇ ਕਹਿੰਦੇ ਨੇ ਜੀ ਗ੍ਰਿਫਤਾਰੀਆਂ ਕੀਤੀਆਂ ਗਈਆਂ। ਹਰਸਿਮਰਤ ਕੌਰ ਬਾਦਲ ਦੀ ਗ੍ਰਿਫਤਾਰੀ ਹੋ ਚੁੱਕੀ ਹੈ। ਤੇ ਕੀ ਕਹਿਣਾ ਚਾਹੋਗੇ ਕਿ ਇਹ ਜਿਹੜਾ ਅਕਾਲੀ ਦਲ ਵੱਲੋਂ ਜਿਹੜਾ ਮਾਰਚ ਕੀਤਾ ਜਾ ਰਿਹਾ, ਕਿ ਇਹ ਅਸਲ ਵਿੱਚ ਕਿਸਾਨਾਂ ਦੇ ਹੱਕ ਵਿੱਚ ਕੀਤਾ ਜਾ ਰਿਹਾ ਜਾਂ ਫਿਰ ਇਹਨਾਂ ਦਾ ਚੋਣ ਪ੍ਰਚਾਰ ਹੀ ਹੈ? ਮੈਂ ਪ੍ਰੋਗਰਾਮ ਦੇ ਸ਼ੁਰੂ ਵਿੱਚ ਕਿਹਾ ਸੀ ਕਿ ਕਈ ਤੇ ਕਾਨੂੰਨ ਬਣਨ ਤੋਂ ਪਹਿਲਾਂ ਜਾਗ ਗਏ ਸਨ। ਕਈਆਂ ਦੀ ਜਾਗ ਫਿਰ ਕਾਨੂੰਨ ਬਣਨ ਤੋਂ ਬਾਅਦ ਚ ਖੁੱਲੀ ਹੈ, ਕਈਆਂ ਦੀ ਅਜੇ ਤੱਕ ਵੀ ਨਹੀਂ ਖੁੱਲੀ। ਜਿਨ੍ਹਾਂ ਦੀ ਬਾਅਦ ਵਿੱਚ ਖੁੱਲੀ ਹੈ ਕਾਨੂੰਨ ਬਣਨ ਤੋਂ ਬਾਅਦ, ਉਹਨਾਂ ਵਿੱਚੋਂ ਇੱਕ ਅਕਾਲੀ ਦਲ ਤੇ ਬੀਬਾ ਹਰਸਿਮਰਤ ਕੌਰ ਬਾਦਲ ਨੇ। ਇਹ ਮੰਤਰੀ ਸਨ। ਸਾਰੇ ਲੋਕ ਕਹਿੰਦੇ ਸੀ ਕਿ ਦੇਖੋ ਇਹ ਕਾਨੂੰਨ ਬਣਨ ਜਾ ਰਹੇ ਨੇ, ਤੁਸੀਂ ਉੱਥੇ ਬੈਠੇ ਹੋਏ ਹੋ, ਭਾਈਵਾਲ ਪਾਰਟੀ ਹੈ, 9 ਮਾਸ ਦਾ ਰਿਸ਼ਤਾ 1000 ਵਾਰੀ ਹੈ, ਪਰ ਕਿਸਾਨ ਸਾਡੇ ਦੇਸ਼ ਦੀ ਰੀੜ੍ਹ ਦੀ ਹੱਡੀ ਹੈ, ਇਹਨਾਂ ਨੂੰ ਕਮਜ਼ੋਰ ਹੁੰਦੇ ਤੁਸੀਂ ਕਿਵੇਂ ਵੇਖ ਸਕਦੇ ਹੋ? ਇਹਨਾਂ ਦੇ ਹੱਥ ਵੱਢ ਕੇ ਤੁਸੀਂ ਕਾਰਪੋਰੇਟ ਅਦਾਰਿਆਂ ਨੂੰ ਦੇ ਦਿਓਗੇ, ਇਹ ਕੀ ਕਰ ਰਹੇ ਹੋ? ਉਦੋਂ ਹੀ ਵੱਡੇ ਬਾਦਲ ਸਾਹਿਬ ਨੇ ਵੀਡੀਓ ਜਾਰੀ ਕਰ ਦਿੱਤੀ, ਦੂਸਰੇ ਤੀਸਰੇ ਨੇ ਬੀਬੀ ਹਰਸਿਮਰਤ ਕੌਰ ਬਾਦਲ ਜਿਵੇਂ ਉਹ ਬੋਲਦੇ ਨੇ ਕੰਟੀਨਿਊਸ, ਜਿੱਥੇ ਉਹ ਬੋਲਦੇ ਗਏ ਲੋਕ ਉਹਨੇ ਕਿਹਾ ਜੀ ਮੈਂ ਪੜ੍ਹ ਲਏ ਨੇ ਕਾਨੂੰਨਾਂ ਵਿੱਚ ਮਾੜਾ ਕੁਝ ਵੀ ਨਹੀਂ ਹੈ। ਫਿਰ ਇੱਕ ਦਿਨ ਆਇਆ ਤੇ ਜਦੋਂ ਦਬਾਅ ਉਹਨਾਂ ਤੇ ਪੈ ਗਿਆ ਤੇ ਬੜੇ ਭਰੇ ਮਨ ਦੇ ਨਾਲ ਉਹਨਾਂ ਨੂੰ ਰੈਜ਼ਿਗਨੇਸ਼ਨ ਲਿਖ ਕੇ ਦੇਣਾ ਪਿਆ। ਤੇ ਪਰ ਮਾੜੀ ਗੱਲ ਇਹ ਸੀ ਕਿ ਉਸ ਦਿਨ ਉਸ ਰੈਜ਼ਿਗਨੇਸ਼ਨ ਦੀ ਕੋਈ ਕੀਮਤ ਨਹੀਂ ਸੀ। ਕਾਨੂੰਨ ਬਣ ਚੁੱਕੇ ਸਨ, ਸਭ ਕੁਝ ਸੀ। ਪਹਿਲਾਂ ਕੋਈ ਹੁੰਦੇ ਤੇ ਹੋਰ ਵੀ ਕੋਈ ਜਾਗਦਾ। ਇਸ ਨੂੰ ਇੱਕ ਸਿਆਸੀ ਦਬਾਅ, ਕਿਸਾਨਾਂ ਦਾ ਰੋਹ, ਤੇ ਜਿਵੇਂ
ਹੁਣ ਭਾਜਪਾ ਦੇ ਆਗੂਆਂ ਨੂੰ ਪੰਜਾਬ ਵਿੱਚ ਰੋਹ ਝੱਲਣਾ ਪੈ ਰਿਹਾ ਜਾਂ ਹਰਿਆਣੇ 'ਚ ਝੱਲਣਾ ਪੈ ਰਿਹਾ, ਇਸ ਤਰ੍ਹਾਂ ਦਾ ਅਕਾਲੀ ਦਲ ਨੂੰ ਵੀ ਝੱਲਣਾ ਪੈ ਸਕਦਾ ਸੀ ਜੀ। ਅਕਾਲੀ ਦਲ ਨੇ ਫਿਰ ਉਸ ਦਿਨ ਤੋਂ ਪੈਂਤੜਾ ਵਟਿਆ ਤੇ ਉਹਨਾਂ ਨੇ ਚੰਡੀਗੜ੍ਹ ਮਾਰਚ, ਦਿੱਲੀ ਮਾਰਚ ਤੇ ਹੁਣ ਸੰਸਦ ਮਾਰਚ, ਇਹ ਸਾਰੇ ਮਾਰਚ ਕੱਢਣ ਦੀ ਕੋਸ਼ਿਸ਼, ਰੈਲੀਆਂ ਵੀ ਕੀਤੀਆਂ ਕਿਸਾਨਾਂ ਦੇ ਹੱਕ ਦੇ ਵਿੱਚ। ਉਹਨਾਂ ਨੇ ਕਈ ਜਗ੍ਹਾ ਤੇ ਧਰਨੇ ਵਗੈਰਾ ਵੀ ਲਾਉਣ ਦਾ ਯਤਨ ਕੀਤਾ, ਪਰ ਅਖੀਰ ਕੰਮ ਨਾ ਕੁਝ ਵੀ ਆਇਆ ਤੇ ਅਖੀਰ ਜਿਹੜੀਆਂ ਉਹਨਾਂ ਦੀਆਂ ਪਹਿਲੀਆਂ ਪ੍ਰੋੜਤਾਵਾਂ ਕੀਤੀਆਂ ਹੋਈਆਂ ਬਿੱਲਾਂ ਦੀਆਂ ਨੇ ਉਹੀ ਉਹਨਾਂ ਦੇ ਵਾਰ-ਵਾਰ ਅੱਗੇ ਆਈ ਜਾਂਦੀਆਂ ਨੇ। ਸੋ ਹਰਸਿਮਰਤ ਕੌਰ ਬਾਦਲ ਦੀ ਗ੍ਰਿਫਤਾਰੀ ਜਾਂ ਸੁਖਬੀਰ ਬਾਦਲ ਦੀ ਗ੍ਰਿਫਤਾਰੀ ਜਾਂ ਉਹਨਾਂ ਦਾ ਅੱਜ ਉੱਥੇ ਜਾਣਾ, ਇਸ ਨੂੰ ਸਿਰਫ ਇੱਕ ਚੋਣ ਸਟੰਟ ਤੋਂ ਬਿਨਾਂ ਮੈਂ ਆਪਣੇ ਤੌਰ ਤੇ ਹੋਰ ਕੁਝ ਨਹੀਂ ਦੇਖਦਾ। ਜੀ ਬਿਲਕੁਲ। ਕੁਲਦੀਪ ਜੀ, ਗੱਲ ਕਰੀਏ ਜੇ ਅਸੀਂ ਕਾਂਗਰਸ ਦੀ, ਅਕਾਲੀ ਦਲ ਨੇ ਤਾਂ ਆਪਣਾ ਪੈਂਤੜਾ ਚੱਲ ਦਿੱਤਾ, ਆਪਣੀ ਚਾਲ ਚੱਲ ਦਿੱਤੀ, ਤੇ ਕਾਂਗਰਸ ਦਾ ਜਿਹੜਾ ਉਹੀ ਕਾਟੋ ਕਲੇਸ਼ ਚੱਲ ਰਿਹਾ ਫਿਲਹਾਲ ਸੁਣਨ ਵਿੱਚ ਆਇਆ ਕਿ ਫਿਰ 40 ਵਿਧਾਇਕਾਂ ਵੱਲੋਂ ਚਿੱਠੀ ਲਿਖੀ ਗਈ ਹੈ ਹਾਈ ਕਮਾਂਡ ਨੂੰ ਤੇ ਵਾਪਸ ਤੋਂ ਫਿਰ ਉਹੀ ਮੰਗਾਂ ਦੁਹਰਾਈਆਂ ਗਈਆਂ ਨੇ। ਕੀ ਕਹਿਣਾ ਚਾਹੋਗੇ? ਇਹ ਸ਼ਾਂਤੀ ਦਾ ਇੱਕ ਨਾ ਸਮਾਂ ਫੇਜ਼ ਜਿਹਾ ਆਇਆ ਸੀ ਜੀ, ਤੂਫਾਨ ਤੋਂ ਦੇ ਆਉਣ ਤੋਂ ਪਹਿਲਾਂ ਦੀ ਸ਼ਾਂਤੀ। ਪਰ ਇਸ ਸ਼ਾਂਤੀ ਦੇ ਵੀ ਦੋ ਤਿੰਨ ਪਹਿਲੂ ਨੇ ਜੀ। ਇੱਕ ਤੇ ਇਹ ਹੈ ਕਿ ਕਾਂਗਰਸ ਭਵਨ ਦੇ ਵਿੱਚ ਮੀਟਿੰਗ ਹੋ ਰਹੀ ਹੈ, ਪ੍ਰੈਸ ਕਾਨਫਰੰਸ ਹੋ ਰਹੀ ਹੈ, ਨਵਜੋਤ ਸਿੰਘ ਸਿੱਧੂ ਬੈਠੇ ਹੋਏ ਨੇ ਤੇ ਹੋਰ ਅਹੁਦੇਦਾਰ ਬੈਠੇ ਹੋਏ ਨੇ ਜੀ, ਤੇ ਕੁਲਬੀਰ ਜੀਰਾ ਦੇ ਨਾਲ ਇੱਕ ਕੁਰਸੀ ਖਾਲੀ ਪਈ ਹੈ। ਬਿਲਕੁਲ। ਉੱਥੇ ਨਵਜੋਤ ਸਿੰਘ ਸਿੱਧੂ ਦੇ ਜਿਹੜਾ ਨੇ ਆਪ ਸਲਾਹਕਾਰ ਰੱਖੇ ਹੋਏ ਨੇ, ਉਹਨਾਂ ਵਿੱਚੋਂ ਇੱਕ ਮੁਹੰਮਦ ਮੁਸਤਫਾ ਬੈਠੇ ਹੋਏ ਨੇ। ਉਹਨਾਂ ਨੂੰ ਕੋਈ ਫੋਨ ਕਾਲ ਆਉਂਦੀ ਹੈ ਤੇ ਉੱਠ ਕੇ ਚਲੇ ਜਾਂਦੇ ਨੇ, ਕੁਰਸੀ ਉਹਨਾਂ ਦੀ ਖਾਲੀ ਹੋ ਜਾਂਦੀ ਹੈ। ਤੇ ਜਗਦੇਵ ਸਿੰਘ ਕਮਾਲੂ ਜਿਹੜੇ ਨੇ ਆਮ ਆਦਮੀ ਪਾਰਟੀ ਛੱਡ ਕੇ ਉਹ ਹੈਲੀਪੈਡ ਤੇ ਉਹਨਾਂ ਨੇ ਜਦੋਂ ਕੈਪਟਨ ਅਮਰਿੰਦਰ ਸਿੰਘ ਦੇ ਨਾਲ, ਸੁਖਪਾਲ ਸਿੰਘ ਖਹਿਰਾ ਦੇ ਨਾਲ ਮੁਲਾਕਾਤ ਕੀਤੀ ਹੈ, ਕਮਾਲੂ ਤੇ ਨਾਲ ਇੱਕ ਉਹਨਾਂ ਦੇ ਹੋਰ, ਇਹ ਆਮ ਆਦਮੀ ਪਾਰਟੀ ਛੱਡ ਕੇ ਤੇ ਕਾਂਗਰਸ ਵਿੱਚ ਸ਼ਾਮਲ ਹੋਣ ਦਾ ਐਲਾਨ ਕਰਦੇ ਨੇ। ਉਹ ਖੜੇ ਨੇ ਉੱਥੇ, ਉਹ ਦੇਖਦੇ ਨੇ ਕੁਰਸੀ ਖਾਲੀ ਹੈ, ਕੁਰਸੀ ਖਾਲੀ ਪਈ ਹੋਵੇ ਤੇ ਕੋਈ ਰਾਜਨੇਤਾ ਕੋ ਖੜਾ ਹੋਵੇ, ਇਸ ਤਰ੍ਹਾਂ ਹੋ ਨਹੀਂ ਸਕਦਾ। ਉਹਨਾਂ ਨੇ ਬਹਿਣ ਦਾ ਯਤਨ ਕੀਤਾ ਤੇ ਜਿਹੜੇ ਕਾਰਜਕਾਰਨੀ ਦੇ ਪ੍ਰਧਾਨ ਨੇ, ਜਿਹੜੇ ਨੇ ਉਪ ਪ੍ਰਧਾਨ ਲਾਏ ਗਏ ਨੇ ਨਵਜੋਤ ਸਿੰਘ ਸਿੱਧੂ ਦੇ ਨਾਲ ਕੁਲਬੀਰ ਸਿੰਘ ਜੀਰਾ, ਉਹ ਕਹਿੰਦੇ ਨਹੀਂ ਭਾਈ, ਇਹ ਕੁਰਸੀ ਨਹੀਂ, ਇਹ ਖਾਲੀ ਨਹੀਂ ਸਮਝੋ ਇਹਨੂੰ, ਤੁਸੀਂ ਇਹਨੂੰ ਇੱਥੇ ਬੈਠਣ ਤੋਂ ਰਹਿਣ ਦਿਓ। ਉਹਨਾਂ ਨੇ ਕੁਝ ਨਹੀਂ ਕੀਤਾ, ਹੱਥ ਜੋੜ ਦਿੱਤੇ, ਉਹ ਪਰਾਂ ਹੋ ਗਏ ਨੇ। ਫਿਰ ਇੱਕ LED ਸਕਰੀਨ ਲਾਈ ਗਈ ਹੈ ਉੱਥੇ ਆਏ ਹੋਏ ਲੋਕਾਂ ਨੂੰ ਕੁਝ ਦਿਖਾਉਣ ਵਾਸਤੇ, ਉਸ ਦੇ ਕੋਲ ਜਾ ਕੇ ਖਲੋ ਜਾਂਦੇ ਨੇ। ਫਿਰ ਉਹਨਾਂ ਨੂੰ ਉੱਥੋਂ ਵੀ ਹਟਾ ਦਿੱਤਾ ਜਾਂਦਾ, ਉੱਥੋਂ ਹਟਾ ਦਿੱਤਾ ਜਾਂਦਾ ਤੇ ਫਿਰ ਉਹ ਕਾਂਗਰਸ ਭਵਨ ਦੇ ਵਿੱਚੋਂ ਬਾਹਰ ਨਿਕਲ ਜਾਂਦੇ ਨੇ ਕਿ ਇੰਨੀ ਜ਼ਿੱਲਤ ਜਿਹੜੀ ਆ ਬਰਦਾਸ਼ਤ ਨਹੀਂ ਹੁੰਦੀ। ਬਾਅਦ ਵਿੱਚ ਉਹਨਾਂ ਨੇ ਕਿਹਾ ਕਿ ਇਹ ਮਾੜੀ ਗੱਲ ਹੈ, ਸਾਰੇ ਉੱਥੇ ਅਹੁਦੇਦਾਰ ਬੈਠੇ ਹੋਣ ਤਾਂ ਮੈਂ ਕਾਂਗਰਸ ਦਾ ਆਗੂ ਹਾਂ ਤੇ ਮੇਰੇ ਨਾਲ ਇਸ ਤਰ੍ਹਾਂ ਕਰਨੀ, ਇਸ ਦਾ ਕੋਈ ਗੱਲ ਹੋਣੀ ਚਾਹੀਦੀ ਹੈ, ਪਰ ਉਹਨਾਂ ਦੀ ਗੱਲ ਸੁਣੀ ਨਹੀਂ ਗਈ। ਸੋ ਕਾਂਗਰਸ ਦੇ ਵਿੱਚ ਇਸ ਤਰ੍ਹਾਂ ਦੀ ਅੰਦਰ ਖਾਤੇ ਤੇ ਠੰਡੀ ਜੰਗ ਤੇ ਚੱਲ ਰਹੀ, ਇਸ ਵਿੱਚ ਕੋਈ ਸ਼ੱਕ ਨਹੀਂ। 40 ਵਿਧਾਇਕਾਂ ਨੇ ਜਿਹੜੀ ਚਿੱਠੀ ਲਿਖੀ ਹੈ ਜਾਂ ਨਹੀਂ ਲਿਖੀ, ਕਿਉਂਕਿ ਨਹੀਂ ਲਿਖੀ ਮੈਂ ਇਸ ਕਰਕੇ ਕਿਹਾ ਕਿਉਂਕਿ ਹੁਣ ਆਖਿਆ ਜਾ ਰਿਹਾ ਹੈ ਕਿ ਸ਼ਾਇਦ ਇਹ ਚਿੱਠੀ ਨਾ ਲਿਖੀ ਗਈ ਹੋਵੇ ਤੇ ਇਹ ਮੀਡੀਆ ਨੇ ਕ੍ਰੀਏਟ ਕਰ ਲਈ ਹੋਵੇ, ਪਰ ਗੱਲ ਕੁਝ ਨਾ ਕੁਝ ਤੇ ਹੈ ਨਾ। ਅਖਬਾਰਾਂ ਦੀਆਂ ਉੱਥੇ ਉੱਠੇਗਾ ਜਿੱਥੇ ਅੱਗ ਲੱਗੀ ਹੈ। ਬਿਲਕੁਲ ਬਿਲਕੁਲ। ਔਰ ਇਹ ਉਸ ਚਿੱਠੀ ਤੋਂ ਪਾਸਾ ਵਟ ਰਹੇ ਨੇ। ਇਹ ਦਾਅਵਾ ਕੀਤਾ ਗਿਆ ਸੀ ਕਿ 40 ਨੇ ਚਿੱਠੀ ਲਿਖ ਦਿੱਤੀ ਆ ਜੀ, ਚਿੱਠੀ 'ਚ ਲਿਖ ਦਿੱਤਾ ਕਿ ਵਿਧਾਇਕ ਦਲ ਦੀ ਮੀਟਿੰਗ ਸੱਦੋ। ਹੁਣ ਵਿਧਾਇਕ ਦਲ ਦੀ ਜਿਸ ਤੇ 40 ਦੇ ਸਾਈਨ ਨੇ, ਕਿਸੇ ਦੋ ਚੌਂ ਦੇ ਨਾਂ ਵੀ ਹੋਣਗੇ, ਜਿਵੇਂ ਉਹ 40 ਦੇ 45 ਤੇ ਹੋ ਸਕਦੇ ਸਨ, ਪਰ ਉਹਨਾਂ ਦਾ 38 ਜਾਂ 39 ਹੋਣਾ ਸੁਭਾਵਿਕ ਨਹੀਂ ਜੇ ਵਿਧਾਇਕ ਦਲ ਦੀ ਮੀਟਿੰਗ ਸੱਦੀ ਜਾਂਦੀ ਜੀ। ਹੁਣ ਜਿੰਨੇ ਵੀ ਵਿਧਾਇਕ ਨੇ ਪੰਜਾਬ ਕਾਂਗਰਸ ਕੋਲ, ਜੇ 40 ਨੇ ਮੀਟਿੰਗ ਸੱਦ ਲਈ ਹੈ ਤੇ ਨੈਚੁਰਲੀ ਉਹ ਕੈਪਟਨ ਦੇ ਖਿਲਾਫ ਹੈ ਤੇ ਫਿਰ ਕੈਪਟਨ ਸਰਕਾਰ ਦੇ ਪੱਲੇ ਕੀ ਰਹਿ ਜਾਂਦਾ? ਬਿਲਕੁਲ। ਆਮ ਆਦਮੀ ਪਾਰਟੀ ਨੇ ਕਹਿਤਾ ਕਿ ਨੈਤਿਕਤਾ ਦੇ ਆਧਾਰ ਤੇ ਇਹਨਾਂ ਨੂੰ ਭਰੋਸੇ ਦਾ ਵੋਟ ਹਾਸਲ ਕਰਨਾ ਚਾਹੀਦਾ ਤੇ ਮੁੱਖ ਮੰਤਰੀ ਬਣੇ ਰਹਿਣ ਦਾ ਉਹਨਾਂ ਨੂੰ ਕੋਈ ਹੱਕ ਨਹੀਂ। ਖੈਰ ਵਿਰੋਧੀ ਪਾਰਟੀ ਹੈ, ਛੱਡ ਦਿਓ ਉਹਨਾਂ ਦੀ ਗੱਲ ਕਾਂਗਰਸ ਦੀ ਆਪਣੀ ਹੈ ਕਿ ਕੁਝ ਨਾ ਕੁਝ ਚੱਲ ਤੇ ਰਿਹਾ ਹੈ ਜਿਸ ਨੂੰ ਉਹ ਠੱਲਣ ਤੋਂ ਅਸਮਰੱਥ ਨੇ। ਹੁਣ ਤੇ ਰੌਲਾ ਪਾਤਾ ਕਿ 40 ਵਿਧਾਇਕਾਂ ਨੇ ਕੋਈ ਚਿੱਠੀ ਨਹੀਂ ਲਿਖੀ, ਪਰ ਹਰੀਸ਼ ਰਾਵਤ ਨੇ ਸੋਨੀਆ ਗਾਂਧੀ ਤੇ ਪ੍ਰਿਯੰਕਾ ਦੋਨਾਂ ਨੂੰ ਮਿਲ ਕੇ ਕਹਿ ਦਿੱਤਾ ਕਿ ਜਲਦੀ ਇਸ ਮਸਲੇ ਦਾ ਕੋਈ ਹੱਲ ਕੱਢਿਆ ਜਾਵੇ, ਨਹੀਂ ਤੇ ਕੋਈ ਨਾ ਕੋਈ ਸਾਡਾ ਨੁਕਸਾਨ ਬਹੁਤਾ ਹੋਵੇਗਾ। ਪਰ ਮੁੱਦੇ ਬਦਲ ਗਏ ਨੇ। ਤੁਸੀਂ ਖੇਤੀ ਕਾਨੂੰਨਾਂ ਤੋਂ ਗੱਲ ਸ਼ੁਰੂ ਕੀਤੀ ਸੀ, ਕੈਪਟਨ ਸਾਹਿਬ ਨੇ ਵੀ ਇਸ ਮੁੱਦੇ ਤੇ ਆਪਣੇ ਬੋਲ ਰੱਖੇ ਨੇ। ਕੈਬਨਿਟ ਦੀਆਂ ਮੀਟਿੰਗਾਂ ਭਾਵੇਂ ਚੱਲ ਰਹੀਆਂ ਨੇ, ਉੱਥੇ ਕਈ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੀ ਗੱਲ ਵੀ ਹੋ ਰਹੀ ਹੈ, ਹੋਰ ਵੀ ਬਹੁਤ ਸਾਰੀਆਂ ਗੱਲਾਂ ਨੇ, ਪਰ ਇਸ ਮੀਟਿੰਗ ਦੇ ਵਿੱਚ ਤਾਂ ਉਸ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਖੇਤੀ ਕਾਨੂੰਨ ਦੇ 1 ਸਾਲ ਪੂਰੇ ਹੋਣ ਤੇ ਉਹਨਾਂ ਨੇ ਜਿਹੜਾ ਨੋ ਫਾਰਮਰ ਨੋ ਫੂਡ ਦਾ ਬੈਜ ਲਾ ਕੇ ਜਿਹੜਾ ਸੀ ਉਹ ਲਾ ਕੇ ਤੇ ਉਹਨਾਂ ਨੇ ਕਿਸਾਨਾਂ ਨਾਲ ਇਕਜੁੱਟਤਾ ਦਾ ਪ੍ਰਗਟਾਵਾ ਕੀਤਾ। ਕਾਂਗਰਸ ਨੇ ਘੱਟੋ ਘੱਟ ਉੱਪਰਲੀ ਕਰੀਮ ਜਿਹੜੀ ਬੈਠੀ ਹੋਈ ਹੈ, ਇੱਕ ਤਾਲਮੇਲ ਕਮੇਟੀ ਬਣਾਈ ਹੋਈ ਸੀ। ਤਾਲਮੇਲ ਕਮੇਟੀ ਦੀ ਇੱਕ ਵੀ ਮੀਟਿੰਗ ਨਹੀਂ ਅਜੇ ਤੱਕ ਹੋ ਸਕੀ, ਜਿਸ ਵਿੱਚ ਕਾਂਗਰਸ ਦੇ ਅੰਦਰੂਨੀ ਮਸਲੇ ਸੁਲਝਾਉਣੇ ਸਨ, ਉਸ ਦੀ ਇੱਕ ਵੀ ਮੀਟਿੰਗ ਨਹੀਂ ਹੋਈ। ਪਰ ਕੈਪਟਨ ਅਮਰਿੰਦਰ ਸਿੰਘ ਤੇ ਨਵਜੋਤ ਸਿੰਘ ਸਿੱਧੂ 100 ਮੁੱਦਿਆਂ ਤੇ ਵੱਖਰੇ ਹੋਣ, ਪਰ ਉਹਨਾਂ ਨੇ ਇਹ ਠਾਣ ਲਿਆ ਕਿ ਹੁਣ ਗੱਲ ਅਸੀਂ ਕਿਸਾਨ ਅੰਦੋਲਨ ਦੀ ਹੀ ਕਰਨੀ ਆ। ਬਿਜਲੀ, ਮਹਿੰਗਾਈ, ਮਾਫੀਆ,
ਟਰਾਂਸਪੋਰਟ ਦੂਜੀ ਤੀਜੀਆਂ ਗੱਲਾਂ ਬਾਅਦ ਵਿੱਚ ਦੇਖਾਂਗੇ। ਅਜੇ ਕਿਸਾਨ ਅੰਦੋਲਨ ਨੂੰ ਹੀ ਅਸੀਂ ਮੁੱਖ ਤੌਰ ਤੇ ਰੱਖਣਾ। ਜੀ ਕੁਲਦੀਪ ਜੀ, ਇਹ ਚਰਚਾ ਅਸੀਂ ਇਸੇ ਤਰ੍ਹਾਂ ਜਾਰੀ ਰੱਖਾਂਗੇ, ਪਰ ਹੁਣ ਵੇਲਾ ਹੋ ਗਿਆ ਇੱਕ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਸਵਾਗਤ ਹੈ ਜੀ। ਕੁਲਦੀਪ ਜੀ, ਗੱਲ ਕਰਦੇ ਹਾਂ, ਸਾਡੀ ਪੰਜਾਬ ਸਰਕਾਰ ਨੂੰ ਬੜਾ ਤਰਸ ਆ ਰਿਹਾ। ਬੀਤੇ ਦਿਨ ਵੀ ਤਰਸ ਦੇ ਆਧਾਰ ਤੇ ਉਹ ਮੰਤਰੀਆਂ ਦੇ ਪੁੱਤਰਾਂ ਤੇ ਪੋਤਰਿਆਂ ਨੂੰ ਨੌਕਰੀਆਂ ਦੇਣ ਦੀ ਗੱਲ ਕਰ ਰਹੇ ਸੀ, ਤੇ ਹੁਣ ਫਿਰ ਬੀਤੇ ਦਿਨ ਉਹਨਾਂ ਨੇ ਗੱਲ ਕੀਤੀ ਹੈ ਕਿ ਗੁਰਪ੍ਰੀਤ ਸਿੰਘ ਕਾਂਗੜ ਦੇ ਤਰਸ ਦੇ ਆਧਾਰ ਤੇ ਜਿਹੜਾ ਕਰੋੜਪਤੀ ਜਵਾਈ ਹੈ ਉਹਨੂੰ ਨੌਕਰੀ ਦੇਣ ਦੀ ਗੱਲ ਕੀਤੀ ਗਈ ਹੈ। ਕੀ ਕਹਿਣਾ ਚਾਹੋਗੇ? ਕਰੋੜਪਤੀ ਹੈ ਜਾਂ ਨਹੀਂ ਇਹ ਤਾਂ ਚਲੋ ਉਹ ਜਾਣਦੇ ਨੇ ਜੀ, ਪਰ ਜੋ ਪ੍ਰਸਥਿਤੀਆਂ ਬਣਦੀਆਂ ਨੇ ਉਸ ਬਾਰੇ ਗੱਲਬਾਤ ਕਰਦੇ ਹਾਂ ਜੀ। ਗੁਰਪ੍ਰੀਤ ਸਿੰਘ ਕਾਂਗੜ ਪਹਿਲਾਂ ਬਿਜਲੀ ਮੰਤਰੀ ਸੀ ਤੇ ਹੁਣ ਮਾਲ ਮੰਤਰੀ ਨੇ ਜੀ। ਉਹਨਾਂ ਦੇ ਦਾਮਾਦ ਨੂੰ ਐਕਸਾਈਜ਼ ਐਂਡ ਟੈਕਸੇਸ਼ਨ ਦੇ ਵਿੱਚ ਇੱਕ ਵੱਡਾ ਅਫਸਰ ਲਾਉਣ ਦੀ ਅੱਜ ਦੀ ਕੈਬਨਿਟ ਮੀਟਿੰਗ ਵਿੱਚ ਚਰਚਾ ਹੋਣ ਦੇ ਅਸਾਰ ਨੇ ਜੀ ਕਿ ਲਾਇਆ ਜਾ ਸਕਦਾ ਹੈ। ਤਰਸ ਦੇ ਆਧਾਰ ਤੇ ਇਸ ਕਰਕੇ ਕਿਉਂਕਿ ਉਹਨਾਂ ਦੇ ਪਿਤਾ ਜੀ ਭੂਪਜੀਤ ਸਿੰਘ ਜੀ, ਉਹ 2011 ਦੇ ਵਿੱਚ ਉਹਨਾਂ ਦੀ ਮੌਤ ਹੋ ਗਈ ਸੀ ਜੀ, ਤੇ ਉਹ ਈਟੀਓ ਸਨ, ਇਸੇ ਡਿਪਾਰਟਮੈਂਟ ਦੇ ਵਿੱਚ ਐਕਸਾਈਜ਼ ਐਂਡ ਟੈਕਸੇਸ਼ਨ ਆਫੀਸਰ ਸਨ ਜੀ। ਪਰ ਖਾਸ ਗੱਲ ਇੱਕ ਹੈ ਕਿ ਜਦੋਂ 2002 ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਪਹਿਲੀ ਵਾਰੀ ਮੁੱਖ ਮੰਤਰੀ ਬਣਦੇ ਨੇ ਜੀ, ਤੇ ਪੀਪੀਐਸਸੀ ਦਾ ਘਪਲਾ ਸਾਹਮਣੇ ਆਉਂਦਾ ਹੈ, ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦਾ। ਜੀ। ਉਸ ਵਿੱਚ ਰਵੀ ਸਿੱਧੂ ਦਾ ਨਾਮ ਚਮਕਦਾ ਹੈ। ਜੀ। ਰਵੀ ਸਿੱਧੂ ਨੇ ਇੱਕ ਰਿਸ਼ਵਤ ਲੈਣ ਦਾ ਇਲਜ਼ਾਮ ਉਸ ਤੇ ਲੱਗਾ ਤੇ ਫਿਰ ਕੇਸਾਂ ਦੀ ਲਾਈਨ ਲੱਗ ਗਈ। ਰਵੀ ਸਿੱਧੂ ਨੂੰ ਦੋਸ਼ੀ ਬਣਾਉਣ ਦੇ ਵਿੱਚ ਜਿਨ੍ਹਾਂ ਵਿਅਕਤੀਆਂ ਦਾ ਹੱਥ ਸੀ ਤੇ ਜਿਨ੍ਹਾਂ ਨੇ ਸ਼ਿਕਾਇਤ ਕੀਤੀ ਸੀ, ਜਿਨ੍ਹਾਂ ਨੇ ਉਸ ਦੀ ਪਟੀਸ਼ਨ ਪਾਈ ਜਾਂ ਇਸ ਵਿਸਲ ਬਲੋ ਕੀਤੀ ਜਿਹਨੂੰ ਕਹਿ ਦਿੱਤਾ ਜਾਵੇ, ਜੀ, ਉਹਨਾਂ ਵਿੱਚ ਸਭ ਤੋਂ ਅੱਗੇ ਭੂਪਜੀਤ ਸਿੰਘ ਦਾ ਨਾਂ ਸੀ, ਜੋ ਗੁਰਪ੍ਰੀਤ ਸਿੰਘ ਕਾਂਗੜ ਦੇ ਉਹਨਾਂ ਦੇ ਕੋੜਮ ਸਨ। ਗੁਰਪ੍ਰੀਤ ਸਿੰਘ ਕਾਂਗੜ ਦੇ ਕੋੜਮ ਸਨ। ਹੁਣ ਇਹ ਉਹਨਾਂ ਦੇ ਬੇਟੇ ਨੇ ਗੁਰਸ਼ੇਰ ਸਿੰਘ, ਜਿਨ੍ਹਾਂ ਨੂੰ ਗੁਰਪ੍ਰੀਤ ਸਿੰਘ ਕਾਂਗੜ ਦੀ ਬੇਟੀ ਵਿਆਹੀ ਹੋਈ ਹੈ। ਜੀ। 2011 ਦੇ ਵਿੱਚ ਉਹਨਾਂ ਦੀ ਮੌਤ ਹੋ ਜਾਂਦੀ ਹੈ ਜੀ। ਤੇ ਉਹਨਾਂ ਦਾ ਬੇਟੇ ਦੀ ਇਸ ਵੇਲੇ ਜਿਹੜੀ ਜਾਇਦਾਦ ਦੱਸੀ ਜਾਂਦੀ ਹੈ 35 ਕਿੱਲੇ ਉਹਨਾਂ ਦੀ ਜ਼ਮੀਨ ਦੱਸੀ ਜਾਂਦੀ ਹੈ। ਬਿਲਕੁਲ। ਕੋਠੀ ਹੈ, ਪਲਾਟ, ਫਲੈਟ ਹੈ ਕਈ ਸ਼ਹਿਰਾਂ ਦੇ ਵਿੱਚ, ਐਫਸੀਆਈ ਦਾ ਗੋਦਾਮ ਵੀ ਹੈ। ਜੀ। ਪਰ ਹੁਣ ਦੱਸਿਆ ਜਾਂਦਾ ਹੈ ਕਿ ਕਿਉਂਕਿ ਉਹਨਾਂ ਦੇ ਪਿਤਾ ਦੀ ਮੌਤ ਜਿਹੜੀ ਸੀ ਉਹ ਮਹਿਕਮੇ ਦੇ ਵਿੱਚ ਸਨ ਜੀ, ਤੇ ਹੋ ਗਈ ਸੀ, ਤੇ ਤਰਸ ਦੇ ਆਧਾਰ ਤੇ ਜਿਹੜੀ ਆ ਉਹਨਾਂ ਨੂੰ ਇਹ ਜੌਬ ਜਿਹੜੀ ਆ ਦਿੱਤੀ ਜਾ ਸਕਦੀ ਹੈ। ਜੀ। ਹੁਣ ਸਵਾਲ ਦੋ ਨੇ। ਜੀ। ਪਹਿਲਾ ਤਾਂ ਇਹ ਕਿ ਕੀ ਇਸ ਤਰ੍ਹਾਂ ਤਰਸ ਦੇ ਆਧਾਰ ਤੇ ਦਿੱਤੇ ਜਾਣ ਦਾ ਕੋਈ ਕਾਨੂੰਨ ਹੈ? ਦੱਸਿਆ ਜਾ ਰਿਹਾ ਹੈ ਕਿ ਕੁਝ ਕਾਨੂੰਨਾਂ ਨੂੰ ਬਦਲ ਕੇ ਜੀ, ਕੁਝ ਤੌਰ ਤਰੀਕੇ ਨਿਯਮ ਜਿਹੜੇ ਹਨ ਉਹਨਾਂ ਵਿੱਚ ਕੋਈ ਛੋਟਾਂ ਦੇ ਕੇ ਪੰਜਾਬ ਸਰਕਾਰ ਇਹ ਫੈਸਲਾ ਕਰਨ ਵਾਲੀ ਹੈ। ਜੀ। ਹੁਣ ਇਸ ਵਿੱਚ ਅਗਲਾ ਦਿਲਚਸਪ ਪਹਿਲੂ ਹੈ, ਜੀ, ਉਹ ਇਹ ਹੈ ਕਿ ਇੱਕ ਤਾਂ ਕਿ ਜਿਹੜੇ ਗੁਰਪ੍ਰੀਤ ਸਿੰਘ ਕਾਂਗੜ ਦੇ ਦਾਮਾਦ ਨੇ, ਜੀ, ਜ਼ਾਹਿਰਾ ਤੌਰ ਤੇ ਗੁਰਪ੍ਰੀਤ ਸਿੰਘ ਕਾਂਗੜ ਕੈਪਟਨ ਅਮਰਿੰਦਰ ਸਿੰਘ ਦੀਆਂ ਇਸ ਸਰਕਾਰ ਦੇ ਵਿੱਚ ਗੁੱਡ ਬੁੱਕਸ ਦੇ ਵਿੱਚ ਰਹੇ ਆ। ਬਿਲਕੁਲ। ਗੁੱਡ ਬੁੱਕਸ ਦੇ ਵਿੱਚ ਇਸ ਤਰ੍ਹਾਂ ਕਿ ਉਹਨਾਂ ਨੂੰ ਚੰਗੇ ਚੰਗੇ ਮਹਿਕਮੇ ਉਹਨਾਂ ਕੋਲ ਸਨ। ਫਿਰ ਜਦੋਂ ਕੈਪਟਨ ਦੇ ਖਿਲਾਫ ਬਗਾਵਤੀ ਸੁਰਾਂ ਉੱਠੀਆਂ ਤੇ ਦੂਜੇ ਖੇਮੇ ਵਿੱਚ ਉਹਨਾਂ ਦੇ ਜਾਣ ਦੀਆਂ ਖਬਰਾਂ ਆਈਆਂ, ਉਸ ਤੋਂ ਬਾਅਦ ਫੇਰ ਪਾਸਾ ਪਲਟਿਆ। ਜੀ। ਤੇ ਗੁਰਪ੍ਰੀਤ ਸਿੰਘ ਕਾਂਗੜ ਇਸ ਵੇਲੇ ਕੈਪਟਨ ਅਮਰਿੰਦਰ ਸਿੰਘ ਦੇ ਦੁਬਾਰਾ ਬਹੁਤ ਨਜ਼ਦੀਕ ਦੱਸੇ ਜਾਂਦੇ ਨੇ। ਜੀ। ਕੀ ਇਹ ਉਹਨਾਂ ਨੂੰ ਦੁਬਾਰਾ ਨਜ਼ਦੀਕ ਲਿਆਉਣ ਦੀ ਕੋਸ਼ਿਸ਼ ਹੈ ਜੀ, ਜਾਂ ਕੋਈ ਹੋਰ ਹੈ? ਜੀ। ਹੁਣ ਗੱਲ ਜਿਹੜਾ ਇਹ ਤੇ ਇੱਕ ਪਹਿਲੂ ਹੈ ਕਿ ਕੀ ਤਰਸ ਦੇ ਆਧਾਰ ਤੇ ਉਹਨਾਂ ਨੂੰ ਨੌਕਰੀ ਦਿੱਤੀ ਜਾਣੀ ਚਾਹੀਦੀ ਹੈ, ਬਣਦੀ ਵੀ ਹੈ। ਜੇ ਉਹ ਚੰਗੀ ਜਾਇਦਾਦ ਦੇ ਮਾਲਕ ਨੇ ਤੇ ਉਹਨਾਂ ਨੂੰ ਕੋਈ ਇਸ ਤਰ੍ਹਾਂ ਨੌਕਰੀ ਦਿੱਤੀ ਜਾਣੀ, ਭਾਵੇਂ ਉਹ ਕੁਆਲੀਫਾਈ ਕਰਦੇ ਹੋਣ। ਬਿਲਕੁਲ। ਫਿਰ ਇਸ ਤਰ੍ਹਾਂ ਤੇ ਬਹੁਤ ਸਾਰੀਆਂ ਲੋਕਾਂ ਨੂੰ ਨੌਕਰੀਆਂ ਜਿਹੜੀਆਂ ਤਰਸ ਦੇ ਆਧਾਰ ਤੇ ਮਿਲਣੀਆਂ ਚਾਹੀਦੀਆਂ ਸੀ, ਉਹ ਵਿਚਾਰੇ ਉਡੀਕਦੇ ਉਮਰਾਂ ਲੰਘ ਜਾਂਦੀਆਂ ਉਹਨਾਂ ਦੀਆਂ। ਬਿਲਕੁਲ। ਬਹੁਤ ਸਾਰੇ ਬੇਰੁਜ਼ਗਾਰ ਵਿਚਾਰੇ ਜਿਹੜੇ ਤਰਸ ਦੀ ਇਹੋ ਜਿਹੇ ਤਰਸ ਦੀ ਉਡੀਕ ਕਰ ਰਹੇ ਨੇ। ਜੀ। ਬਿਜਲੀ ਮਹਿਕਮੇ ਦੀ ਗੱਲ ਕਰੀਏ, ਜਿਸ ਦੇ ਮੰਤਰੀ ਰਹੇ ਨੇ ਕਾਂਗੜ ਸਾਹਿਬ, ਜੀ, ਉਸ ਦੇ ਵਿੱਚੋਂ ਇੱਕ ਅਖਬਾਰ ਦੀ ਰਿਪੋਰਟ ਮੁਤਾਬਕ 6000 ਤੋਂ ਵੱਧ ਜੀ, ਲੋਕਾਂ ਨੂੰ ਜਿਹੜੀ ਹੈ ਬਹੁਤ ਪਿਛਲੇ ਸਾਲਾਂ ਦੇ ਵਿੱਚ, ਤਕਰੀਬਨ 15 ਕੁ ਸਾਲਾਂ ਦੇ ਵਿੱਚ ਬਿਜਲੀ ਮਹਿਕਮੇ ਦੇ ਵਿੱਚ ਇਸ ਤਰਸ ਦੇ ਆਧਾਰ ਤੇ ਨੌਕਰੀ ਦਿੱਤੀ ਗਈ ਹੈ। ਜੀ। ਤੇ ਹੈਰਾਨੀ ਦੀ ਗੱਲ ਇਹ ਹੈ ਕਿ ਉਹਨਾਂ ਵਿੱਚੋਂ ਬਹੁਤਿਆਂ ਨੂੰ ਕਲਾਸ 4 ਦੀ ਨੌਕਰੀ ਮਿਲੀ ਹੈ ਤਰਸ ਦੇ ਆਧਾਰ ਤੇ। ਬਹੁਤ ਹੇਠਲੇ ਪੱਧਰ ਦੀ ਨੌਕਰੀ ਜਿਹੜੀ ਆ ਆਫਰ ਕੀਤੀ ਜਾਂਦੀ ਹੈ। ਸੋ ਇਸ ਤਰ੍ਹਾਂ ਦਾ ਸਿਸਟਮ ਹੈ ਸਰਕਾਰਾਂ ਦਾ। ਜੀ। ਨੌਕਰੀਆਂ ਦਾ ਰੌਲਾ ਪਹਿਲਾਂ ਪੈ ਚੁੱਕਾ ਹੈ। ਫਤਿਹ ਜੰਗ ਬਾਜਵਾ ਦੇ ਬੇਟੇ ਤੇ ਇੱਕ ਹੋਰ ਵਿਅਕਤੀ ਦੇ ਬੇਟੇ,
ਉਹਨਾਂ ਦੇ ਨੌਕਰੀਆਂ ਦਾ ਰੌਲਾ ਪਿਆ ਤੇ ਪ੍ਰੈਸ ਕਾਨਫਰੰਸ ਕਰਕੇ ਫਤਿਹ ਜੰਗ ਬਾਜਵਾ ਤੇ ਉਹਨਾਂ ਦੇ ਬੇਟਿਆਂ ਨੇ ਜਿਹੜਾ ਸੀ ਭਰੇ ਮਨ ਦੇ ਨਾਲ ਪੁਲਿਸ ਦੀ ਨੌਕਰੀ ਛੱਡੀ ਹੈ ਰੌਲਾ ਪੈਣ ਤੋਂ ਬਾਅਦ। ਇਹ ਸਾਰੀਆਂ ਗੱਲਾਂ ਜਿਹੜੀਆਂ ਕਿਸੇ ਗੱਲ ਵੱਲ ਇਸ਼ਾਰਾ ਕਰਦੀਆਂ ਨੇ। ਠੀਕ ਹੈ, ਫਤਿਹ ਜੰਗ ਬਾਜਵਾ ਦੇ ਪਿਤਾ ਜੋ ਦੱਸਿਆ ਜਾਂਦਾ ਕਿ ਮਿਲੀਟੈਂਟਸ ਦੀਆਂ ਗੋਲੀਆਂ ਨਾਲ ਮਾਰੇ ਗਏ ਸਨ, ਉਸ ਦੇ ਕਰਕੇ ਉਹਨਾਂ ਨੂੰ ਜਿਹੜੀ ਨੌਕਰੀ ਦੇਣ ਦੀ ਸਰਕਾਰ ਨੇ ਜਿਹੜੀ ਗੱਲ ਕੀਤੀ ਸੀ। ਪਰ ਇਸ ਤਰ੍ਹਾਂ ਜੇ ਤਰਸ ਦੇ ਆਧਾਰ ਤੇ ਅਸੀਂ ਜਿਹੜੇ ਸਰਦੇ ਪੁੱਜਦੇ ਪਰਿਵਾਰ ਨੇ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਨੌਕਰੀਆਂ ਦੇਣ ਲੱਗੇ, ਫਿਰ ਸਭ ਤੋਂ ਪਹਿਲਾਂ ਖਿਆਲ ਤਾਂ ਸਾਨੂੰ ਗਰੀਬ ਦਾ ਕਰਨਾ ਚਾਹੀਦਾ। ਲੋੜਵੰਦ ਪਰਿਵਾਰ ਕਿੰਨੇ ਨੇ, ਇਹ ਗੱਲ ਧਿਆਨ ਵਿੱਚ ਲਿਆਉਣ ਦੀ ਲੋੜ ਹੈ। ਅੱਜ ਕੋਈ ਗੱਲ ਇਹ ਵੀ ਕਹਿ ਦੇਵੇਗਾ ਇਹ ਤੁਸੀਂ ਕਿਹੜੀ ਗੱਲ ਕਰ ਰਹੇ ਹੋ, ਕਿੱਡੀ ਕੁ ਗੱਲ ਹੈ ਜੇ ਨੌਕਰੀ ਇੱਕ ਦੇਵੇ ਦਿੱਤੀ ਤਾਂ। ਨੌਕਰੀ ਦਿੱਤੇ ਇੱਕ ਵਿਅਕਤੀ ਨੂੰ ਦੇਣ ਦਾ ਸਵਾਲ ਨਹੀਂ, ਪਰ ਕਿੰਨੇ ਅੰਡਰ ਪ੍ਰਿਵਿਲੇਜਡ ਫੈਮਲੀਜ਼ ਨੇ ਜਿਨ੍ਹਾਂ ਨੂੰ ਵਾਕਿਆ ਹੀ ਰੋਜੀ ਰੋਟੀ ਦੇ ਲਾਲੇ ਪਏ ਹੋਏ ਨੇ, ਭਵਿੱਖ ਦੀ ਚਿੰਤਾ ਹੈ, ਵੈਲ ਆਫ ਫੈਮਲੀਜ਼ ਨਹੀਂ, ਉਹਨਾਂ ਕੋਲ ਇਲਾਜ ਲਈ ਪੈਸੇ ਨਹੀਂ, ਉਹਨਾਂ ਕੋਲ ਭਵਿੱਖ ਨੂੰ ਉਹਨਾਂ ਨੂੰ ਦਿਸ ਕੁਝ ਨਹੀਂ ਰਿਹਾ, ਉਹਨਾਂ ਨੂੰ ਪਹਿਲਾਂ ਰੁਜ਼ਗਾਰ ਦਿੱਤੇ ਜਾਣੇ ਚਾਹੀਦੇ ਨੇ। ਇੰਨੇ ਬੇਰੁਜ਼ਗਾਰ ਇੰਨਾ ਲੰਬਾ ਸਮਾਂ ਉਹਨਾਂ ਨੂੰ 2-2 ਸਾਲ 3-3 ਸਾਲ ਹੋ ਗਏ ਨੇ ਪੰਜਾਬ ਦੇ ਵਿੱਚ ਮੋਰਚਿਆਂ ਤੇ ਬੈਠੇ ਹੋਏ ਨੇ, ਪੱਕੇ ਬੇਰੁਜ਼ਗਾਰ ਅਧਿਆਪਕ ਨੇ, ਹੋਰ ਕਈ ਮਹਿਕਮੇ 'ਚ ਅਸਾਮੀਆਂ ਖਾਲੀ ਨੇ, ਤੁਸੀਂ ਭਰਤੀ ਖੋਲ ਦਿੰਦੇ ਹੋ ਰੋਕ ਦਿੰਦੇ ਹੋ, ਖੋਲ ਦਿੰਦੇ ਹੋ ਰੋਕ ਦਿੰਦੇ ਹੋ, ਕਿਸੇ ਨੂੰ ਭਰਤੀ ਕਰਦੇ ਹੋ ਕਿਸੇ ਨੂੰ ਨਹੀਂ ਕਰਦੇ ਹੋ। ਇਹ ਸਾਰਾ ਕੁਝ ਚੱਲਦਿਆਂ ਤੇ ਸਰਕਾਰ ਦਾ ਧਿਆਨ ਆਪਣੇ ਪਾਸੇ ਭਾਰੇ ਕਰਨ ਵਿੱਚ ਲੱਗਾ ਹੋਇਆ ਹੋਵੇ, ਉਹ ਵੀ ਇਸ ਤਰੀਕੇ ਨਾਲ, ਇਹ ਕੋਈ ਬਹੁਤੀ ਚੰਗੀ ਗੱਲ ਨਹੀਂ। ਹੁਣ ਸ਼ਾਇਦ ਅੱਜ ਕੈਬਨਿਟ ਮੀਟਿੰਗ 'ਚ ਫੈਸਲਾ ਹੋ ਜਾਵੇ ਤੇ ਸ਼ਾਇਦ ਨਾ ਹੋਵੇ, ਇਸ ਕਰਕੇ ਕਿਉਂਕਿ ਇਸ ਦਾ ਰੌਲਾ ਪੈ ਚੁੱਕਾ। ਕਿਉਂਕਿ ਗੱਲ ਜਦੋਂ ਮੀਡੀਆ ਵਿੱਚ ਫੈਲ ਜਾਂਦੀ ਹੈ ਤਾਂ ਉਦੋਂ ਫਿਰ ਸੋਚ ਸਮਝ ਕੇ ਹੀ ਫੈਸਲੇ ਲੈਣੇ ਪੈਂਦੇ ਨੇ ਸਰਕਾਰਾਂ ਨੂੰ ਵੀ। ਜੀ ਕੁਲਦੀਪ ਜੀ, ਹੁਣ ਅਸੀਂ ਗੱਲ ਕਰ ਲਈਏ ਕਿ ਸਿੱਖਾਂ ਦੇ 5 ਤਖਤਾਂ ਵਿੱਚੋਂ ਇੱਕ ਤਖਤ ਸ਼੍ਰੀ ਕੇਸਗੜ੍ਹ ਸਾਹਿਬ, ਜਿੱਥੇ ਬੀਤੇ ਦਿਨੀ ਘਟਨਾ ਵਾਪਰੀ ਸੀ ਬੇਅਦਬੀ ਦੀ, ਜਦੋਂ ਇੱਕ ਵਿਅਕਤੀ ਨੇ ਸਮੋਕਿੰਗ ਕੀਤੀ ਤੇ ਉੱਥੇ ਧੂੰਆਂ ਛੱਡਿਆ। ਹਾਲਾਂਕਿ ਇਹ ਸਿਗਰਟ ਨੋਸ਼ੀ ਹੈ, ਸਾਰਾ ਕੁਝ ਇਹ ਬਾਹਰ ਤਾਂ ਲੋਕ ਕਰਦੇ ਰਹਿੰਦੇ ਨੇ, ਪਰ ਉਸ ਪਵਿੱਤਰ ਸਥਾਨ ਤੇ ਇਹੋ ਜਿਹੀ ਬੇਅਦਬੀ ਕਰਨੀ, ਤੁਸੀਂ ਕੀ ਕਹਿਣਾ ਚਾਹੋਗੇ ਕਿ ਹੁਣ ਇਸ ਵੇਲੇ ਕੀ ਉਸ ਦੇ ਵਿੱਚ ਕੋਈ ਬਦਲਾਅ ਆਇਆ ਕਿ ਸਰਕਾਰ ਨੇ ਕੁਝ ਕੀਤਾ ਇਸ ਮਾਮਲੇ 'ਚ? ਕਿਉਂਕਿ ਹਜੇ ਤਾਂ ਪਹਿਲੇ ਮਾਮਲੇ ਹੀ ਬੇਅਦਬੀਆਂ ਦੇ ਠੰਡੇ ਨਹੀਂ ਪਏ। ਇਹ ਬਿਲਕੁਲ ਤੁਸੀਂ ਠੀਕ ਆਖਿਆ ਜੀ ਕਿ ਪਹਿਲੇ ਮਾਮਲੇ ਜਿਹੜੇ ਆ ਉਹ ਠੰਡੇ ਨਹੀਂ, ਬਲਕਿ ਪੰਜਾਬ ਸਰਕਾਰ ਨੇ ਜੇ ਸੱਚ ਪੁੱਛੋ ਨਵਜੋਤ ਸਿੰਘ ਸਿੱਧੂ ਨੇ ਵੀ ਜਿਹੜੇ ਮੁੱਦੇ ਉਠਾਏ ਨੇ, ਉਹਨਾਂ ਵਿੱਚੋਂ ਖੇਤੀ ਕਾਨੂੰਨਾਂ ਦੀ ਤੇ ਹੋਰ ਮੁੱਦਿਆਂ ਦੀ ਗੱਲ ਮਗਰੋਂ ਹੁੰਦੀ ਰਹੀ ਹੈ, ਪਹਿਲਾਂ ਇਸ ਮੁੱਦੇ ਦੀ ਗੱਲ ਹੁੰਦੀ ਰਹੀ ਹੈ। ਅਕਾਲੀ ਦਲ ਨੂੰ ਥੱਲੇ ਲਾਉਣ ਦਾ ਇਸ ਤੋਂ ਬਿਹਤਰ ਮੁੱਦਾ ਕੋਈ ਹੋਰ ਨਹੀਂ ਸੀ ਕਾਂਗਰਸ ਦੇ ਕੋਲ ਔਰ ਇਸ ਮੁੱਦੇ ਨੇ ਅਕਾਲੀ ਦਲ ਨੂੰ ਕਿੰਨਾ ਕੁ ਨੁਕਸਾਨ ਪਹੁੰਚਾਇਆ, ਜਿਸ ਤਰ੍ਹਾਂ ਦਾ ਉਹਨਾਂ ਦਾ ਅਕਾਲੀ ਦਲ ਜਾਣਦਾ ਹੈ। ਹੁਣ ਉਹ ਮਾਮਲਾ ਬਰਗਾੜੀ ਦੇ ਵਿੱਚ ਜੋ ਵਾਪਰਿਆ ਸੀ ਤੇ ਹੋਰ ਜਗ੍ਹਾ ਤੇ ਵਾਪਰਿਆ, ਬੇਅਦਬੀ ਦੀਆਂ ਘਟਨਾਵਾਂ ਹੋਈਆਂ, ਡੇਰਾ ਪ੍ਰੇਮੀਆਂ ਦੇ ਨਾਮ ਵੱਜਦੇ ਰਹੇ ਨੇ। ਡੇਰਾ ਪ੍ਰੇਮੀਆਂ ਨੂੰ ਪ੍ਰੋਟੈਕਟ ਕਰਨ ਖਾਤਰ ਸਰਕਾਰਾਂ ਤੇ ਇਲਜ਼ਾਮ ਰਹੇ ਕਿ ਇਹਨਾਂ ਨੇ ਪ੍ਰੋਟੈਕਟ ਕਰਨ ਖਾਤਰ ਜਿਹੜਾ ਸੀ ਲੋਕਾਂ ਨੂੰ ਉਠਾ ਦਿੱਤਾ ਮੋਰਚੇ ਤੋਂ, ਗੋਲੀ ਚਲਵਾ ਦਿੱਤੀ, ਰਿਪੋਰਟਾਂ ਦੱਬ ਲਈਆਂ, ਲੇਟ ਕਰ ਦਿੱਤਾ, ਹੋਰ ਸਾਰਾ ਕੁਝ ਕਰਤਾ, ਗ੍ਰਿਫਤਾਰੀਆਂ ਨਹੀਂ ਹੋਈਆਂ, ਸਭ ਕੁਝ ਹੋਇਆ, ਮਾਰਤਾੜ ਵੀ ਹੋਈ ਹੈ, ਕਤਲ ਵੀ ਹੋਏ ਨੇ ਇਸ ਮਾਮਲੇ ਨੂੰ ਲੈ ਕੇ। ਅਖੀਰ ਨਾਮ ਜਿਹੜਾ ਹੈ ਉਹ ਡੇਰਾ ਪ੍ਰੇਮੀਆਂ ਦਾ ਹੀ ਵੱਜਦਾ ਰਿਹਾ। ਇਸ ਮਾਮਲੇ ਨੂੰ ਪਹਿਲੀ ਨਜ਼ਰ ਤੋਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਜਿਹੜੀ ਘਟਨਾ ਵਾਪਰੀ ਹੈ, ਪਹਿਲੀ ਨਜ਼ਰ ਤੋਂ ਅਗਰ ਵੇਖਿਆ ਜਾਵੇ ਤੇ ਇੰਜ ਜਾਪਦਾ ਹੈ ਵੀ ਜਿਵੇਂ ਕਿਸੇ ਇੱਕ ਸਿਰ ਫਿਰੇ ਵਿਅਕਤੀ ਨੇ ਇਹ ਕੋਈ ਘਟਨਾ ਨੂੰ ਕਿਸੇ ਨੂੰ ਅੰਜਾਮ ਦੇ ਦਿੱਤਾ ਹੋਵੇ। ਕਿਉਂਕਿ ਗੁਰਦੁਆਰਿਆਂ ਵਿੱਚ ਤੇ ਹੋਰ ਧਾਰਮਿਕ ਜਗ੍ਹਾ ਤੇ ਇਸ ਤਰ੍ਹਾਂ ਦੀਆਂ ਕਈ ਘਟਨਾਵਾਂ ਹੋ ਜਾਂਦੀਆਂ ਨੇ, ਕਈ ਜਗ੍ਹਾ ਤੇ ਹੋਰ ਕਿਸਮ ਦੀਆਂ ਵੀ ਗੱਲਾਂ ਹੋ ਜਾਂਦੀਆਂ ਨੇ। ਸਾਡੇ ਰਾਜਨੇਤਾ ਜਲੰਧਰ ਦੇ ਇੱਕ ਆਗੂ ਚੌਧਰੀ ਸੰਤੋਖ ਸਿੰਘ ਜਿਹੜੇ ਨੇ, ਉਹ ਇੱਕ ਜਗ੍ਹਾ ਤੇ ਜਾਂਦੇ ਨੇ ਤੇ ਮਾਂ ਦੀ ਮੂਰਤੀ ਦੇ ਅੱਗੇ ਜਦੋਂ ਉਹ ਫੁੱਲ ਅਰਪਣ ਭੇਟ ਕਰਦੇ ਨੇ ਤੇ ਉੱਥੇ ਉਹਨਾਂ ਨੇ ਜੁੱਤੀ ਪਾਈ ਹੋਈ ਆ, ਉਹਨਾਂ ਦੇ ਘਰ ਦੇ ਮੂਹਰੇ ਕੱਲ੍ਹ ਮੁਜ਼ਾਹਰਾ ਹੋਇਆ ਜਲੰਧਰ ਵਿੱਚ। ਸੋ ਗੱਲ ਕੇਸਗੜ੍ਹ ਸਾਹਿਬ ਵੱਲ ਆਉਂਦੇ ਆ। ਉਸ ਵਿਅਕਤੀ ਨੇ ਸਿਗਰਟ ਨੋਸ਼ੀ ਅੰਦਰ ਕੀਤੀ ਤੇ ਮੌਕੇ ਤੇ ਫੜ ਕੇ ਸੇਵਾਦਾਰਾਂ ਨੇ ਪੁਲਿਸ ਨੂੰ ਉਸ ਨੂੰ ਫੜਾ ਦਿੱਤਾ ਤੇ ਪੁਲਿਸ ਇਸ ਦੀ ਜਾਂਚ ਕਰ ਰਹੀ ਆ। ਰੂਪਨਗਰ ਪੁਲਿਸ ਦੇ ਮੁਖੀ ਦਾ ਕਹਿਣਾ ਹੈ ਕਿ ਅਸੀਂ ਇਸ ਦੀ ਜਾਂਚ ਕਰ ਰਹੇ ਹਾਂ ਤੇ ਇਸ ਦੀ ਕੋਈ ਜਾਣਕਾਰੀ ਅਜੇ ਤੱਕ ਤੁਹਾਨੂੰ ਨਹੀਂ ਦੱਸ ਸਕਦੇ ਵੀ ਇਹ ਕੌਣ ਹੈ ਵਿਅਕਤੀ, ਕਿਵੇਂ ਹੈ ਤੇ ਕੀ ਇਸ ਦਾ ਰਿਕਾਰਡ ਹੈ, ਜਾਂ ਇਸ ਨੇ ਕਿਉਂ ਅਜਿਹਾ ਜਾਂ ਕਿਸ ਦੇ ਕਹਿਣ ਤੇ ਕੀਤਾ। ਇਹ ਸਾਰਾ ਪੁਲਿਸ ਨੇ ਦੱਬਿਆ ਹੋਇਆ ਮਾਮਲਾ। ਜ਼ਾਹਰਾ ਤੌਰ ਤੇ ਪੁਲਿਸ ਇਸ ਮਾਮਲੇ ਦੇ ਵਿੱਚ ਅਜਿਹਾ ਕਈ ਵਾਰੀ ਕਰਦੀ ਹੈ, ਉਹਦੇ ਕਾਰਨ ਕਈ ਹੁੰਦੇ ਨੇ। ਇੱਕ ਤੇ ਇਹ ਹੈ ਕਿ ਸਰਕਾਰ ਵੈਸੇ ਕੋਈ ਇਨਫੋਰਮੇਸ਼ਨ ਜਿਹੜੀ ਆ ਉਹ ਬਾਹਰ ਜਾਣਕਾਰੀ ਨਹੀਂ ਦੇਣਾ ਚਾਹੁੰਦੀ। ਉਹ ਕੁਝ ਖਾਸ ਕਾਰਨ ਜਿਹੜੇ ਨੇ ਉਹ ਸੁਰੱਖਿਆ ਨਾਲ ਤੇ ਭਾਈਚਾਰੇ ਦੇ ਜਿਹੜਾ ਮਾਹੌਲ ਹੈ ਕਿ ਨਾ ਵਿਗੜੇ, ਤੇ ਉਸ ਕਰਕੇ ਉਹਨਾਂ ਇਨਫੋਰਮੇਸ਼ਨ ਨੂੰ ਰੋਕ ਲਿਆ ਜਾਂਦਾ। ਪਰ ਪੁਸ਼ਟ ਖਬਰਾਂ ਮੁਤਾਬਕ ਇਹ ਵੀ ਵਿਅਕਤੀ ਡੇਰਾ ਪ੍ਰੇਮੀ ਹੀ ਦੱਸਿਆ ਜਾਂਦਾ। ਪਰਮਜੀਤ ਸਿੰਘ ਇਸ ਦਾ ਨਾਮ ਹੈ, ਮੋਗੇ ਦੇ ਲਾਗੇ ਇਸ ਦਾ ਪਿੰਡ ਹੈ ਤੇ ਉਸਦੇ ਪਿੰਡ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਵਿੱਚ ਉਸਦੇ ਪਰਿਵਾਰ ਦੇ ਖਿਲਾਫ ਇਕੱਠ ਹੋ ਚੁੱਕਾ ਹੈ। ਉਸ ਇਕੱਠ ਦੇ ਵਿੱਚ ਇਹ ਫੈਸਲਾ ਲਿਆ ਗਿਆ ਕਿ ਇਹ ਪਰਿਵਾਰ ਭਾਵੇਂ ਇੱਥੋਂ ਕਾਫੀ ਸਾਲ ਪਹਿਲਾਂ ਜਾ ਚੁੱਕਾ ਹੈ ਪਿੰਡ ਵਿੱਚੋਂ, ਪਰ ਫਿਰ ਵੀ ਇਸ ਪਰਿਵਾਰ ਨੂੰ ਨਾਲ ਕੋਈ
ਰਾਬਤਾ ਅਸੀਂ ਨਹੀਂ ਰੱਖਾਂਗੇ। ਉਹਨਾਂ ਦਾ ਸਮਾਜਿਕ ਬਾਈਕਾਟ ਕਰਨ ਦਾ ਫੈਸਲਾ ਗੁਰਦੁਆਰਾ ਸਾਹਿਬ ਦੇ ਵਿੱਚ ਪਿੰਡ ਦੇ ਲੋਕਾਂ ਵੱਲੋਂ ਲਿਆ ਗਿਆ। ਜੀ ਕਿਸ ਤਰ੍ਹਾਂ ਜਾ ਕੇ ਕੀਤਾ? ਦੂਸਰਾ ਫੈਸਲਾ ਇਹ ਵੀ ਦੱਸਿਆ ਗਿਆ ਕਿ ਉਹਨਾਂ ਦੀ 15 ਏਕੜ ਦੇ ਲਾਗੇ ਪਿੰਡ ਦੇ ਵਿੱਚ ਪੈਲੀ ਹੈ, ਜਿਸ ਨੂੰ ਹੁਣ ਕਿਸੇ ਵੱਲੋਂ ਵੀ ਠੇਕੇ ਤੇ ਨਹੀਂ ਲਿਆ ਜਾਵੇਗਾ। ਜੀ ਖੈਰ ਇਹ ਲੋਕਾਂ ਦੇ ਆਪਣੇ ਫੈਸਲੇ ਨੇ ਇਸ ਤੇ, ਪਰ ਸਰਕਾਰ ਜੋ ਕਰ ਰਹੀ ਹੈ, ਜੀ ਸਰਕਾਰ ਵਾਸਤੇ ਹਰਪ੍ਰੀਤ ਜੀ ਸਥਿਤੀ ਕਸੂਤੀ ਵੀ ਹੈ। ਜੀ ਇਹਨੂੰ ਸਮਝਣ ਦੀ ਲੋੜ ਹੈ। ਜੀ ਜਿਸ ਮੁੱਦੇ ਤੇ ਅਕਾਲੀ ਦਲ ਨੂੰ ਹੁਣ ਤੱਕ ਭੰਡਦੇ ਰਹੇ ਨੇ, ਉਸ ਮੁੱਦੇ ਤੇ ਆਪ ਦੇ ਇਹ ਗੱਲ ਆਪੇ ਹੀ ਹੈ ਜੀ ਤੇ ਸਾਰੇ ਲੋਕ ਬੋਲ ਰਹੇ ਨੇ। ਆਮ ਆਦਮੀ ਪਾਰਟੀ ਵਾਲੇ ਕਹਿੰਦੇ ਨੇ ਕਿ ਇਸ ਦੀ ਫੁੱਲ ਜਾਂਚ ਕਰਾਓ, ਜੀ ਔਰ ਜਿਹੜੇ ਅਕਾਲੀ ਦਲ ਦੇ ਜਿਹੜੇ ਹੋਰ ਵਿੰਗ ਨੇ ਉਹ ਕਹਿੰਦੇ ਨੇ ਜਾਂਚ ਕਰਵਾਓ। ਅਕਾਲੀ ਦਲ ਵਾਲਿਆਂ ਨੇ ਤਾਂ ਕਹਿਣਾ ਹੀ ਹੈ ਕਿ ਜਾਂਚ ਹੋਣੀ ਚਾਹੀਦੀ ਹੈ। ਬਿਲਕੁਲ, ਉਹ ਆਪ ਘਿਰੇ ਹੋਏ ਨੇ, ਆਪ ਘਿਰੇ ਹੋਏ ਨੇ। ਜੀ। ਹੁਣ ਇਹ ਸਾਰੇ ਮੁੱਦਿਆਂ ਤੇ ਕਾਂਗਰਸ ਸਰਕਾਰ ਵੀ ਥੋੜੀ ਜਿਹੀ ਕਸੂਤੀ ਸਥਿਤੀ ਉਹਨਾਂ ਦੇ ਜਿਹੜੀ ਆ ਉਸ ਦੇ ਵਿੱਚ ਫਸੀ ਹੋਈ ਹੈ। ਜੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਕਹਿ ਦਿੱਤਾ ਕਿ ਡੇਰਾ ਸੱਚਾ ਸੌਦਾ ਤੇ ਪੱਕੇ ਤੌਰ ਤੇ ਰੋਕ ਲੱਗਣੀ ਚਾਹੀਦੀ ਹੈ, ਜੀ। ਉਹਨਾਂ ਤੇ ਪਾਬੰਦੀ ਲੱਗ ਜਾਣੀ ਚਾਹੀਦੀ ਹੈ, ਜੀ ਕਿਉਂਕਿ ਉਹਨਾਂ ਦੇ ਕਾਰਨਾਮੇ ਬਹੁਤ ਜ਼ਿਆਦਾ ਇਸ ਤਰ੍ਹਾਂ ਦੇ ਹੋ ਚੁੱਕੇ ਨੇ। ਜੀ ਪਰ ਉਹ ਰੋਕ ਲੱਗਦੀ ਜਥੇਦਾਰ ਸਾਹਿਬ ਨੇ ਭਾਵੇਂ ਮੰਗ ਕਰ ਲਈ ਹੈ, ਉਹ ਦਿਸਦੀ ਨਹੀਂ। ਕਾਰਨ ਉਹਦਾ ਇਹ ਹੈ ਕਿ ਇਸ ਵੇਲੇ ਬਹੁਤ ਸਾਰੇ ਪੋਲੀਟੀਕਲ ਪਾਰਟੀਆਂ ਦੀ ਅਜੇ ਵੀ ਡੇਰਾ ਸੱਚਾ ਸੌਦਾ ਨੂੰ ਪੁਸ਼ਤ ਪਨਾਹੀ ਹੈ ਜੀ ਤੇ ਰੋਕ ਲੱਗਣੀ ਵਾਜਬ ਹੈ ਜਾਂ ਨਹੀਂ ਹੈ, ਕਿਉਂਕਿ ਉਹਨਾਂ ਦਾ ਮੁਖੀ ਜਿਹੜਾ ਹੈ ਜੇਲ੍ਹ ਦੇ ਵਿੱਚ ਬਹੁਤ ਘਿਨੌਣੇ ਅਪਰਾਧਾਂ ਕਰਕੇ ਜਿਹੜਾ ਬੰਦ ਹੈ। ਇਹ ਸਾਰਾ ਕੁਝ ਜਿਹੜਾ ਹੈ ਇਸ ਮਾਮਲੇ ਦੇ ਵਿੱਚ ਚੱਲ ਰਿਹਾ। ਪਰ ਇਸ ਮਾਮਲੇ ਤੇ ਅਕਾਲੀ ਦਲ ਤੇ ਕਾਂਗਰਸ ਦੀ ਸਥਿਤੀ ਜਿਹੜੀ ਹੈ ਨਾ, ਜੇ ਕੁਝ ਬੋਲਣ ਤੇ ਤਾਂ ਵੀ ਫਸਦੇ ਨੇ, ਜੇ ਚੁੱਪ ਰਹਿਣ ਤੇ ਤਾਂ ਵੀ ਫਸਦੇ ਨੇ। ਬਿਲਕੁਲ, ਉਗਲੇ ਦਾ ਨਾ ਖਾਏ ਤਕੌੜੀ, ਉਹ ਕਿਹੜੇ ਪਾਸੇ ਜਾਣ। ਚਲੋ ਇਹ ਜਿਹੜੀ ਅਸੀਂ ਕਹਿ ਸਕਦੇ ਹਾਂ ਕਿ ਕਿਸ ਵੇਲੇ ਇਸ ਦੀ ਤਫਤੀਸ਼ ਹੋਏਗੀ ਜਾਂ ਇਸ ਦੇ ਕੀ ਨਤੀਜੇ ਸਾਹਮਣੇ ਆਉਣਗੇ, ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ। ਪਰ ਤੁਸੀਂ ਗੱਲ ਕੀਤੀ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਉਹ ਵੀ ਕਿਸੇ ਵਿਵਾਦਾਂ ਵਿੱਚ ਘਿਰਦੇ ਨਜ਼ਰ ਆ ਰਹੇ ਨੇ, ਪਰ ਕੀ ਨੇ ਉਹ ਵਿਵਾਦ, ਜਾਣਾਂਗੇ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਸਵਾਗਤ ਹੈ ਜੀ। ਕੁਲਦੀਪ ਜੀ, ਅਸੀਂ ਗੱਲ ਕਰ ਰਹੇ ਸੀ ਬ੍ਰੇਕ ਤੋਂ ਪਹਿਲਾਂ ਕਿ ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੀ ਅਕਾਲ ਤਖਤ ਸਾਹਿਬ, ਜਿੱਥੇ ਸਿੱਖਾਂ ਦੇ ਧਾਰਮਿਕ ਮੁੱਦਿਆਂ ਦੇ ਨਾਲ ਸੰਬੰਧਿਤ ਫੈਸਲੇ ਲਏ ਜਾਂਦੇ ਨੇ, ਤੇ ਉਸ ਵੇਲੇ ਇਸ ਵੇਲੇ ਜਿਹੜੇ ਉਹਨਾਂ ਦੇ ਕਾਰਜਕਾਰੀ ਜਥੇਦਾਰ ਨੇ ਗਿਆਨੀ ਹਰਪ੍ਰੀਤ ਸਿੰਘ ਜੀ, ਉਹ ਆਪ ਵੀ ਕਿਸੇ ਮੁੱਦੇ ਵਿੱਚ ਫਸਦੇ ਨਜ਼ਰ ਆ ਰਹੇ ਨੇ। ਕੀ ਗੱਲਬਾਤ ਹੈ ਸਾਰੀ? ਅਸਲ 'ਚ ਗੱਲ ਇਹ ਹੈ ਕਿ ਇੰਨੀ ਖਿੱਚੋਤਾਣ ਹੈ ਜੀ। ਤੁਹਾਨੂੰ ਪਤਾ ਹੋਵੇਗਾ ਕਿ ਪਿਛਲੇ ਮਹੀਨੇ ਪੰਜਾਬ ਵਿੱਚ ਇੱਕ ਕਾਂਗਰਸ ਦੇ ਆਗੂ ਨੇ ਕਹਿ ਦਿੱਤਾ ਸੀ, ਉਹਨਾਂ ਨੂੰ ਕਿਹਾ ਗਿਆ ਸੀ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਤੁਹਾਨੂੰ ਬੁਲਾਇਆ, ਤੇ ਉਹ ਕਹਿੰਦੇ ਜੀ ਦੱਸੋ ਜਥੇਦਾਰ ਕੌਣ ਹੈ? ਜੀ ਮੇਰੇ ਹਿਸਾਬ ਨਾਲ ਤਾਂ ਉਹ ਹੈ ਜਾਂ ਉਹ ਹੈ। ਇਹ ਖੈਰ ਰੌਲਾ ਰੱਪਾ ਤੇ ਰਹਿੰਦਾ ਹੈ। ਬਦਕਿਸਮਤੀ ਦੀ ਗੱਲ ਹੈ ਕਿ ਹਾਈਐਸਟ ਸੀਟ ਉਸ ਨੂੰ ਮੰਨਿਆ ਜਾਂਦਾ ਹੈ ਸਿੱਖ ਪੰਥ ਦੇ ਵਿੱਚ। ਅਕਾਲ ਤਖਤ ਸਾਹਿਬ ਤੋਂ ਜਿਹੜੇ ਹੁਕਮਨਾਮੇ ਆਉਂਦੇ ਨੇ, ਸਿੱਖ ਪੰਥ ਦੇ ਵਿੱਚ ਉਹਨਾਂ ਨੂੰ ਮੰਨਣ ਦੀ ਹਦਾਇਤ ਹੈ ਤੇ ਉਸ ਦੀ ਆਪਣੀ ਅਹਿਮੀਅਤ ਵੀ ਹੁੰਦੀ ਹੈ। ਬਿਲਕੁਲ। ਗਿਆਨੀ ਹਰਪ੍ਰੀਤ ਸਿੰਘ ਜੋ ਪਿਛਲੇ ਦਿਨੀ ਇੰਗਲੈਂਡ ਦੇ ਦੌਰੇ ਤੇ ਗਏ ਸਨ, ਜੀ ਇੰਗਲੈਂਡ ਦੇ ਦੌਰੇ ਤੇ ਉਹਨਾਂ ਨੇ ਵੁਲਵਰਹੈਂਪਟਨ ਦੇ ਵਿੱਚ ਜਿਹੜੇ ਸਾਰਾਗੜੀ ਦੇ ਸ਼ਹੀਦ ਸਨ, ਉਹਨਾਂ ਦੇ ਨਾਇਕ ਜਿਹੜੇ ਹਵਲਦਾਰ ਈਚਰ ਸਿੰਘ, ਉਹਨਾਂ ਦਾ ਇੱਕ ਬੁੱਤ ਤੋਂ ਘੁੰਡ ਚੁਕਾਈ ਦੀ ਰਸਮ ਜਿਹੜੀ ਉਹਨਾਂ ਨੇ, ਪਰਦਾ ਹਟਾਉਣ ਦੀ ਰਸਮ ਜਿਹੜੀ ਆ ਉਹ ਕਰਨੀ ਸੀ। ਜੀ ਉਹਨਾਂ ਦੇ ਨਾਲ ਹੋਰ ਵੀ ਮੌਜੂਦ ਸਨ ਉੱਥੇ ਦੇ ਮੈਂਬਰ ਪਾਰਲੀਮੈਂਟ, ਮੇਅਰ ਤੇ ਵੱਡੇ ਵੱਡੇ ਆਗੂ, ਉੱਥੇ ਲੋਕਲ ਰਾਜਨੀਤੀਵਾਨ ਉਸ ਬੁੱਤ ਦੀ ਪਰਦਾ ਹਟਾਈ ਦੇ ਵਿੱਚ ਸ਼ਾਮਲ ਹੋਏ। ਜੀ ਉਹ ਆਪਣੇ ਆਪ ਦੇ ਵਿੱਚ ਇਤਿਹਾਸ ਬਣ ਗਿਆ। ਔਰ ਉੱਥੇ ਰਸਮਾਂ ਅਦਾ ਕੀਤੀਆਂ ਗਈਆਂ, ਅਰਦਾਸ ਵੀ ਹੋਈ ਆ, 5 ਪਿਆਰੇ ਵੀ ਸਨ। ਹੁਣ ਗੁਰਦੁਆਰਾ ਸਾਹਿਬ ਨਾਲ ਸੰਬੰਧਿਤ ਲੋਕ ਉੱਥੇ ਸਨ, ਲਾਗੇ ਗੁਰਦੁਆਰਾ ਸਾਹਿਬ ਹੈ, ਉਸੇ ਦੀ ਗਰਾਊਂਡ ਦੇ ਵਿੱਚ ਬੁੱਤ ਲੱਗਾ। ਤੇ ਹੁਣ ਗਿਆਨੀ ਹਰਪ੍ਰੀਤ ਸਿੰਘ ਜਦੋਂ ਉੱਥੇ ਜਾਂਦੇ ਨੇ ਤੇ ਜ਼ਾਹਿਰਾ ਤੌਰ ਤੇ ਦੁਨੀਆ ਦੇ ਵਿੱਚ ਕੋਵਿਡ ਫੈਲਿਆ ਹੋਇਆ, ਬਿਲਕੁਲ ਇਸ ਦੇ ਪ੍ਰੋਟੋਕੋਲ ਨੂੰ ਤਾਂ ਮੰਨਣਾ ਪੈਂਦਾ ਹੈ। ਬਿਲਕੁਲ। ਇੱਕ ਨੋਟਿਸ ਜਿਹੜਾ ਸੀ ਇੱਕ ਸੰਸਥਾ ਵੱਲੋਂ ਗਿਆਨੀ ਹਰਪ੍ਰੀਤ ਸਿੰਘ ਦਾ ਨਾਮ ਮੈਂਸ਼ਨ ਕਰਕੇ ਤੇ ਗੁਰਦੁਆਰਾ ਸਾਹਿਬ ਦਾ ਨਾਮ ਮੈਂਸ਼ਨ ਕਰਕੇ ਜਿਹੜਾ ਸੀ ਜੀ, ਉਹ ਐਕਰੋ ਬ੍ਰਿਟਿਸ਼ ਕ੍ਰਾਈਮ ਰਿਪੋਰਟਸ ਆਫਿਸ ਵੱਲੋਂ ਜੀ ਇੱਕ ਨੋਟਿਸ ਜਿਹੜਾ ਸੀ ਉਹ ਜਾਰੀ ਕਰ ਦਿੱਤਾ ਗਿਆ ਕਿ ਦੇਖੋ ਜੀ, ਇਹ ਹਰਪ੍ਰੀਤ ਸਿੰਘ ਨਾਂ ਦੇ ਇੱਕ ਵਿਅਕਤੀ ਇੰਡੀਆ ਤੋਂ ਆਏ ਨੇ, ਜਿਨ੍ਹਾਂ ਨੂੰ ਗਿਆਨੀ ਹਰਪ੍ਰੀਤ ਸਿੰਘ ਵੀ ਕਿਹਾ ਜਾਂਦਾ ਹੈ। ਉਹ ਆਏ ਨੇ, ਉਹਨਾਂ ਨੇ ਕੁਆਰੰਟਾਈਨ ਦੇ ਆਪਣਾ ਸਮਾਂ ਪੂਰਾ ਨਹੀਂ ਕੀਤਾ ਤੇ ਇਸ ਤਰ੍ਹਾਂ ਇਕੱਠ ਦੇ ਵਿੱਚ ਸ਼ਾਮਲ ਹੋਏ ਨੇ ਤੇ ਕੋਵਿਡ ਦੇ ਨਿਯਮ ਜਿਹੜੇ ਨੇ ਉਹਨਾਂ ਨੇ ਤੋੜੇ ਨੇ। ਤੇ ਇਹਨਾਂ ਨਿਯਮਾਂ ਦੇ ਤਹਿਤ, ਇਹਨਾਂ ਦੀ ਉਲੰਘਣਾ ਕਰਨ ਦੇ ਤਹਿਤ ਕਿਸੇ ਤੇ ਕੇਸ ਵੀ ਚੱਲ ਸਕਦਾ ਤੇ 10,000 ਪਾਉਂਡ ਦਾ ਜੁਰਮਾਨਾ ਵੀ ਹੋ ਸਕਦਾ ਜੀ। ਹੁਣ ਇਹਦੇ ਵਿੱਚ ਮੰਗ ਕੀਤੀ ਗਈ ਨੋਟਿਸ ਦੇ ਵਿੱਚ ਕਿ ਸਾਨੂੰ ਪਤਾ ਨਹੀਂ ਕਿ ਗਿਆਨੀ ਹਰਪ੍ਰੀਤ ਸਿੰਘ ਕਿੱਥੇ ਹਨ ਤੇ ਸਾਨੂੰ ਉਹਨਾਂ ਦਾ ਥਾਂ ਟਿਕਾਣਾ ਦੱਸਿਆ ਜਾਵੇ, ਤੇ ਹੋਰਨਾਂ ਵਿਅਕਤੀਆਂ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਇਸ ਦੇ ਵਿੱਚ ਜੀ। ਹੁਣ ਨੋਟਿਸ ਇੱਕਦਮ ਜੰਗਲ ਦੀ ਅੱਗ ਵਾਂਗ ਜਿਹੜਾ ਸੀ ਉਹ ਸਾਰੇ ਪਾਸੇ ਮੀਡੀਆ ਤੇ ਫੈਲ ਗਿਆ, ਸੋਸ਼ਲ ਮੀਡੀਆ ਤੇ, ਕਿਉਂਕਿ ਉੱਥੇ ਬਹੁਤ ਛੇਤੀ ਫੈਲਦਾ ਇਸ ਤਰ੍ਹਾਂ ਦਾ। ਬਿਲਕੁਲ।
ਉਹ ਜਦੋਂ ਫੈਲ ਜਾਂਦਾ ਹੈ ਤੇ ਫਿਰ ਸਾਰੇ ਹਰਕਤ 'ਚ ਆਉਂਦੇ ਨੇ ਕਿ ਇਹ ਕੀ ਹੋਇਆ। ਕਈ ਤੇ ਉਸ ਨੂੰ ਉੱਥੇ ਫਾਰਵਰਡ ਕਰਕੇ ਮੈਸੇਜ ਨੂੰ ਤੇ ਚੁੱਪ ਕਰ ਜਾਂਦੇ ਨੇ, ਤੇ ਕਿਸੇ ਨੇ ਫਿਰ ਘੋਖ ਕਰਨੀ ਸ਼ੁਰੂ ਕੀਤੀ ਜੀ ਕਿ ਇਹ ਅਕਸਰ ਇੱਕ ਆਇਆ ਕਿਸ ਵੱਲੋਂ। ਹੁਣ ਜਦੋਂ ਉਹ ਐਕਰੋ ਬ੍ਰਿਟਿਸ਼ ਕ੍ਰਾਈਮ ਰਿਕਾਰਡਸ ਆਫਿਸ ਹੈ ਜਿਹੜਾ, ਜੀ ਜਦੋਂ ਉਹਨਾਂ ਨਾਲ ਸੰਪਰਕ ਕੀਤਾ ਗਿਆ, ਉਹਨਾਂ ਨੇ ਕਿਹਾ ਕਿ ਨਾਮ ਤੇ ਸਾਡਾ ਹੈ, ਸੰਸਥਾ ਵੀ ਸਾਡੀ ਹੈ, ਪਰ ਨੋਟਿਸ ਤੇ ਅਸੀਂ ਨਹੀਂ ਦਿੱਤਾ। ਅਸੀਂ ਨੋਟਿਸ ਇਸ ਤਰ੍ਹਾਂ ਕਿਸੇ ਨੂੰ ਦਿੰਦੇ ਨਹੀਂ ਜੀ। ਉਹ ਨੋਟਿਸ ਦੀ ਫਿਰ ਜਦੋਂ ਮਾਹਿਰਾਂ ਨੇ ਦੇਖਿਆ ਤਾਂ ਉਹਨਾਂ ਕਿਹਾ ਕਿ ਇਸ ਤਰ੍ਹਾਂ ਫਿਕਸ ਜੁਰਮਾਨੇ ਵਾਲਾ ਨੋਟਿਸ ਅਸੀਂ ਕਿਸੇ ਨੂੰ ਨਹੀਂ ਦਿੰਦੇ। ਨਾ ਸਾਡੇ ਆਫਿਸ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਰਿਪੋਰਟ ਹੈ ਕਿ ਕਿਸੇ ਨਿਯਮ ਦੀ ਉਲੰਘਣਾ ਹੋਈ ਹੈ, ਤੇ ਨਾ ਅਸੀਂ ਇਸ ਤਰ੍ਹਾਂ ਜਿਹੜਾ ਹੈ ਇਹ ਕਿਸੇ ਨੂੰ ਨੋਟਿਸ ਇੱਦਾਂ ਸਰਵ ਕਰ ਸਕਦੇ। ਸਾਡੇ ਆਪਣੇ ਤੌਰ ਤਰੀਕੇ ਨੇ, ਜੇ ਕੋਈ ਗੱਲ ਇਸ ਤਰ੍ਹਾਂ ਦੀ ਹੋਵੇ ਵੀ ਤਾਂ ਫਿਰ ਅਸੀਂ ਆਪਣੇ ਤਰੀਕੇ ਨਾਲ ਨਜਿੱਠਦੇ ਹਾਂ। ਇਹ ਹਾਸੋਹੀਣੀ ਜੀ ਗੱਲ ਹੈ ਜੀ। ਨੋਟਿਸ ਨੂੰ ਪਹਿਲੀ ਨਜ਼ਰ ਤੇ ਦੇਖਿਆ ਉਸ ਵਿੱਚ ਸਪੈਲਿੰਗ ਮਿਸਟੇਕਸ ਤੇ ਹੋਰ ਸਾਰੀ ਚੀਜ਼ਾਂ ਨੇ ਜੀ ਜੋ ਆਮ ਤੌਰ ਤੇ ਪ੍ਰੋਫੈਸ਼ਨਲ ਆਫਿਸ ਵੱਲੋਂ ਇਸ ਤਰ੍ਹਾਂ ਨਹੀਂ ਕੀਤੀਆਂ ਜਾਂਦੀਆਂ। ਜੀ ਮੈਂ ਸਮਝਦਾ ਕਿ ਸਿੱਖ ਸਿਆਸਤ ਦੇ ਵਿੱਚ, ਸਿੱਖ ਰਾਜਨੀਤੀ ਦੇ ਵਿੱਚ ਇਹ ਸਾਰਾ ਜੋ ਆਪਸੀ ਖਿੱਚੋਤਾਣ ਹੈ ਜੀ ਉਸ ਦੇ ਚਲਦਿਆਂ ਇਹ ਸਭ ਕੁਝ ਕੀਤਾ ਜਾਂਦਾ ਹੈ। ਹੁਣ ਗੁਰਦੁਆਰਾ ਸਾਹਿਬ ਵੱਲੋਂ ਤੇ ਹੋਰਨਾਂ ਲੋਕਾਂ ਵੱਲੋਂ ਇਸ ਦੀ ਜਾਂਚ ਜਿਹੜੀ ਹੈ ਕਰਵਾਉਣ ਦੀ ਮੰਗ ਕੀਤੀ ਜਾ ਰਹੀ ਹੈ। ਜੀ ਹੁਣ ਇਸੇ ਤਰ੍ਹਾਂ ਕੈਨੇਡਾ ਦੇ ਸ਼ਹਿਰ ਐਡਮਿੰਟਨ ਦੇ ਵਿੱਚ ਵੀ ਗੁਰਦੁਆਰਾ ਸਾਹਿਬ ਨਾਲ ਸੰਬੰਧਿਤ ਇੱਕ ਸ਼ਰਾਰਤ ਸਾਹਮਣੇ ਆਈ ਸੀ ਪਿਛਲੇ ਮਹੀਨੇ। ਜੀ ਇਹ ਵੀ ਸ਼ਰਾਰਤੀ ਹੈ, ਕੋਈ ਕੰਮ ਕਿਸੇ ਨੇ ਕੀਤਾ। ਬਿਲਕੁਲ। ਉਹ ਸ਼ਰਾਰਤ ਇਸ ਤਰ੍ਹਾਂ ਸੀ ਕਿ ਨਾਨ ਵੈਜ ਚੀਜ਼ਾਂ ਆਰਡਰ ਕਰਕੇ ਗੁਰਦੁਆਰਾ ਸਾਹਿਬ ਦੇ ਐਡਰੈਸ ਤੇ ਉੱਥੇ ਭੇਜ ਦਿੱਤੀਆਂ ਜਾਂਦੀਆਂ ਸਨ। ਜੀ ਉਹ ਡਿਲੀਵਰੀ ਲੈ ਕੇ ਆਉਂਦੇ ਸੀ ਤੇ ਅੱਗੇ ਰਿਸੀਵ ਕਰਨ ਵਾਲਾ ਕੋਈ ਨਹੀਂ ਸੀ, ਅਸੀਂ ਤਾਂ ਕੀਤੀਆਂ ਨਹੀਂ। ਫਿਰ ਇਸ ਤਰ੍ਹਾਂ ਬਹੁਤ ਵਾਰੀ ਹੋਇਆ ਤੇ ਫਿਰ ਹੁਣ ਉਸ ਨੂੰ ਠੱਲ ਪਈ ਹੈ। ਜੀ ਸੋ ਇਹ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਇਹ ਮਜ਼ਾਕ ਹੋਇਆ। ਜੀ ਮੈਂ ਸਮਝਦਾ ਕਿ ਥੋੜਾ ਜਿਹਾ ਜੇ ਕਿਸੇ ਵੀ ਭਾਈਚਾਰੇ ਵੱਲੋਂ ਹੈ ਇਹਨਾਂ ਚੀਜ਼ਾਂ ਨੂੰ ਇੱਕ ਪਾਸੇ ਛੱਡ ਦਿੱਤਾ ਜਾਵੇ ਤਾਂ ਜ਼ਿਆਦਾ ਬਿਹਤਰ ਹੈ। ਬਹਰਹਾਲ ਇੰਨੀ ਇਨਫੋਰਮੇਸ਼ਨ ਅਸੀਂ ਦੇ ਰਹੇ ਹਾਂ ਕਿ ਜਿਸ ਨੋਟਿਸ ਨੂੰ ਬਾਰ-ਬਾਰ ਸੋਸ਼ਲ ਮੀਡੀਆ ਤੇ ਘੁਮਾਇਆ ਗਿਆ ਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਕੋਵਿਡ ਦੇ ਨਿਯਮ ਤੋੜਨ ਕਰਕੇ ਇੰਗਲੈਂਡ ਦੇ ਵਿੱਚ ਜਾਰੀ ਕੀਤਾ ਗਿਆ, ਉਹ ਨੋਟਿਸ ਝੂਠਾ ਹੈ। ਕਿਸੇ ਸੰਸਥਾ ਵੱਲੋਂ ਅਜਿਹਾ ਨੋਟਿਸ ਜਾਰੀ ਨਹੀਂ ਕੀਤਾ ਗਿਆ। ਜੀ ਜੀ ਕੁਲਦੀਪ ਜੀ, ਹੁਣ ਅਸੀਂ ਗੱਲ ਕਰ ਲਈਏ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਦੀ। ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ 71ਵਾਂ ਜਨਮ ਦਿਨ ਹੈ ਤੇ ਮਨਾਇਆ ਜਾ ਰਿਹਾ ਹੈ ਉਹਨਾਂ ਦੀ ਪਾਰਟੀ ਵੱਲੋਂ, ਤੇ ਜਿਹੜੀਆਂ ਵਿਰੋਧੀ ਪਾਰਟੀਆਂ ਨੇ ਉਹ ਕਿਸੇ ਹੋਰ ਤਰੀਕੇ ਨਾਲ ਮਨਾ ਰਹੀਆਂ ਨੇ। ਵੱਖ-ਵੱਖ ਪਾਰਟੀਆਂ ਦੇ ਵੱਖਰੇ-ਵੱਖਰੇ ਪ੍ਰਤੀਕਰਮ ਸਾਹਮਣੇ ਆ ਰਹੇ ਨੇ, ਕੀ ਕਹਿਣਾ ਚਾਹੋਗੇ? ਬੀਜੇਪੀ ਇਸ ਨੂੰ ਇੱਕ ਉਤਸਵ ਦੀ ਤਰ੍ਹਾਂ ਮਨਾ ਰਹੀ ਹੈ। ਬਿਲਕੁਲ। ਇੱਕ ਤੇ ਪ੍ਰਧਾਨ ਮੰਤਰੀ ਨੂੰ ਪਿਛਲੇ ਸਮੇਂ ਦੇ ਵਿੱਚ ਮਿਲੇ ਤੋਹਫੇ ਤੇ ਹੋਰ ਚੀਜ਼ਾਂ ਜਿੰਨੀਆਂ ਕਿ ਨਿਲਾਮੀ ਕਰਨਾ ਚਾਹੁੰਦੇ ਨੇ, ਉਹਨਾਂ ਦੀ ਅੱਜ ਆਨਲਾਈਨ ਨਿਲਾਮੀ ਵੀ ਚੱਲ ਰਹੀ ਹੈ। ਬਿਲਕੁਲ। ਮੋਦੀ ਨਾਮ ਨੂੰ ਖੂਬ ਜਿਹੜਾ ਹੈ, ਜਿਵੇਂ ਉਹਨਾਂ ਦਾ ਕੋਟ ਪੈਂਟ ਦਾ ਇੱਕ ਵਾਰੀ ਮੁੱਦਾ ਆਇਆ ਸੀ, ਬਿਲਕੁਲ, ਤੇ ਉਹ ਮੁੱਦੇ ਰੌਲਾ ਪਿਆ ਕਿ ਇੰਨਾ ਮਹਿੰਗਾ ਸੂਟ ਕਿੱਥੋਂ ਸਮਾ ਕੇ ਕਿਹੜੇ ਖਜ਼ਾਨੇ ਵਿੱਚੋਂ ਪੈਸੇ ਦਿੱਤੇ ਗਏ। ਬਿਲਕੁਲ। ਪਰ ਫਿਰ ਉਹ ਮੌਕਾ ਸੰਭਾਲਿਆ ਇਸ ਤਰ੍ਹਾਂ ਕਿ ਉਸ ਨੂੰ ਆਨਲਾਈਨ ਬੋਲੀ ਤੇ ਲਾ ਦਿੱਤਾ ਗਿਆ, ਤੇ ਜਿੰਨੀ ਕੁ ਉਸ ਦੀ ਕੀਮਤ ਸੀ ਉਸ ਤੋਂ ਕਈ ਗੁਣਾ ਵੱਧ ਕੀਮਤ ਦੇ ਵਿੱਚ ਇੱਕ ਵਪਾਰੀ ਨੇ ਉਸ ਨੂੰ, ਗੁਜਰਾਤੀ ਵਪਾਰੀ ਨੇ ਉਸ ਨੂੰ ਖਰੀਦ ਲਿਆ ਸੀ। ਬਿਲਕੁਲ। ਸੋ ਮੋਦੀ ਆਪਣੇ ਪਹਿਰਾਵੇ ਕਰਕੇ ਤੇ ਦਿਨ ਵਿੱਚ ਕਈ ਵਾਰੀ ਬਦਲਣ ਕਰਕੇ ਬਹੁਤ ਸਾਰੀਆਂ ਚੀਜ਼ਾਂ ਲਈ ਮਸ਼ਹੂਰ ਹਨ। ਜੀ। ਉਹਨਾਂ ਨੂੰ ਬ੍ਰਾਂਡ ਨੇਮ ਚੀਜ਼ਾਂ ਕੋਲ ਰੱਖਣ ਦਾ ਸ਼ੌਕ ਹੈ, ਉਹ ਰੱਖਦੇ ਨੇ। ਸੋ ਇਸ ਤਰ੍ਹਾਂ ਦੀਆਂ ਕੁਝ ਚੀਜ਼ਾਂ ਦੀ ਅੱਜ ਨਿਲਾਮੀ ਹੋ ਰਹੀ ਹੈ ਉਹਨਾਂ ਦੇ ਜਨਮ ਦਿਨ ਦੇ ਮੌਕੇ ਤੇ। ਜੀ। ਤੇ ਬੀਜੇਪੀ ਕੋਲ ਨਰਿੰਦਰ ਮੋਦੀ ਨਾਂ ਦਾ ਇੱਕ ਅਜਿਹਾ ਜਿਹੜਾ ਮੈਂ ਸਮਝਦਾ ਕਿ ਟਰੰਪ ਕਾਰਡ ਹੈ, ਉਹ ਜਿਸ ਨੂੰ ਹਰ ਜਗ੍ਹਾ ਚਲਾ ਕੇ ਕਾਮਯਾਬ ਹੋਣਾ ਚਾਹੁੰਦੇ ਨੇ। ਜੀ। ਉਸ ਦੇ ਚਲਦਿਆਂ ਅੱਜ ਦੁਪਹਿਰ ਤੱਕ ਹੀ ਖਬਰ ਆ ਗਈ ਸੀ, 1-2 ਵਜੇ ਤੱਕ ਹੀ, ਕਿ ਅਸੀਂ ਇੱਕ ਦਿਨ ਦੇ ਵਿੱਚ 1 ਕਰੋੜ ਤੋਂ ਵੱਧ ਟੀਕੇ ਲਾਉਣ ਦਾ ਟੀਚਾ ਦੁਪਹਿਰ 1:30-2 ਵਜੇ ਤੱਕ ਹੀ ਪਾਰ ਕਰ ਲਿਆ। ਰਜਿਸਟ੍ਰੇਸ਼ਨ ਹੋ ਚੁੱਕੀ ਹੈ ਆਨਲਾਈਨ। ਲੋਕਾਂ ਨੂੰ ਦੂਜੇ ਪਾਸੇ ਲਾਤਾ ਨਾਲ। ਜੀ। ਖੈਰ ਟੀਕੇ ਬਹੁਤ ਲੱਗੇ ਨੇ ਪਿਛਲੇ ਦਿਨਾਂ 'ਚ, ਬਿਲਕੁਲ, ਉਹਦੀ ਗੱਲ ਅਲੱਗ ਹੈ, ਪਰ ਅੱਜ ਦੇ ਦਿਨ ਲਾਉਣੇ ਨਰਿੰਦਰ ਮੋਦੀ ਦੇ ਜਨਮ ਦਿਨ ਤੇ ਇੱਕ ਵੱਡੀ ਇਵੈਂਟ ਬਣਾ ਕੇ ਇਸ ਨੂੰ ਪੇਸ਼ ਕਰਨਾ ਚਾਹੁੰਦੀ ਹੈ ਭਾਰਤੀ ਜਨਤਾ ਪਾਰਟੀ, ਸਰਕਾਰ ਵੀ ਤੇ ਪਾਰਟੀ ਵੀ। ਬਿਲਕੁਲ। ਨਰਿੰਦਰ ਮੋਦੀ ਦੇ ਜਨਮ ਦਿਨ ਤੇ ਵਧਾਈਆਂ ਵੀ ਆਈਆਂ ਨੇ ਓਪੋਜੀਸ਼ਨ ਵੱਲੋਂ ਵੀ, ਨੈਚੁਰਲੀ ਪ੍ਰਧਾਨ ਮੰਤਰੀ ਨੇ ਦੇਸ਼ ਦੇ, ਪਰ ਕਈ ਅਜੀਬੋ-ਗਰੀਬ ਗੱਲਾਂ ਵੀ ਹੋਈਆਂ ਨੇ। ਜੀ। ਇੱਕ ਅਜੀਬੋ-ਗਰੀਬ ਗੱਲ ਉਸ ਵਿੱਚੋਂ ਸਾਂਝੀ ਕਰਦੇ ਹਾਂ। ਜੀ। ਰਾਹੁਲ ਗਾਂਧੀ ਨੇ ਤੇ ਉਹਨਾਂ ਨੂੰ ਵਧਾਈ ਦਿੱਤੀ ਹੈ। ਬਿਲਕੁਲ। ਤੇ ਪੰਜਾਬ ਦੇ ਵਿੱਚ ਯੂਥ ਕਾਂਗਰਸੀ ਨੇ ਉਹਨਾਂ ਦੇ ਪੁਤਲੇ ਸਾੜੇ ਨੇ। ਇਹ ਬੜੀ ਅਜੀਬੋ-ਗਰੀਬ ਗੱਲ ਹੈ। ਜਾਂ ਤਾਂ ਰਾਹੁਲ ਗਾਂਧੀ ਨਾਲ ਕੋਆਰਡੀਨੇਸ਼ਨ ਨਹੀਂ ਹੈ, ਤੇ ਜਾਂ ਪੰਜਾਬ ਵਿੱਚ ਕਿਸਾਨੀ ਅੰਦੋਲਨ ਦੇ ਚੱਲਦਿਆਂ ਹਾਲਾਤ ਕੁਝ ਹੋਰ ਨੇ, ਜਿਸ ਨੂੰ ਕੈਸ਼ ਕਰਕੇ ਰਾਜੀ ਨੇ ਬਹੁਤ ਸਾਰੇ ਸਾਡੇ ਲੋਕ। ਜੀ। ਤੇ ਇਸ ਕਰਕੇ ਇੱਥੇ ਕੋਈ ਕੋਆਰਡੀਨੇਸ਼ਨ ਦੀ ਕਮੀ ਨਜ਼ਰ ਆਈ ਹੈ, ਤੇ ਕਈ ਆਗੂਆਂ ਨੇ ਜਿਹੜਾ ਹੈ ਕਾਂਗਰਸ ਦਿਆਂ ਨੇ ਵੀ ਇਸ ਨੂੰ ਰਾਸ਼ਟਰੀ ਬੇਰੁਜ਼ਗਾਰ ਦਿਵਸ ਵਜੋਂ ਮਨਾਉਣ ਦੀ ਉਹਨਾਂ ਨੇ ਗੱਲ ਕੀਤੀ ਹੈ ਕਿ ਨਰਿੰਦਰ ਮੋਦੀ ਜਦੋਂ ਤੋਂ ਆਏ ਨੇ ਉਹਨਾਂ ਦੇ ਆ ਫਲਾਣੇ ਕਾਰਜਾਂ ਕਰਕੇ ਬੇਰੁਜ਼ਗਾਰੀ ਵੱਧ ਗਈ ਹੈ, ਦੇਸ਼ ਦੀ ਇਕਨੋਮੀ ਥੱਲੇ ਜਾ ਰਹੀ ਹੈ, ਸਭ ਕੁਝ ਹੋ ਰਿਹਾ, ਤੇ ਅਸੀਂ ਇਸ ਦਿਨ ਨੂੰ ਇੱਕ ਬੇਰੁਜ਼ਗਾਰ ਦਿਵਸ ਵਜੋਂ ਮਨਾਉਣਾ ਚਾਹੁੰਦੇ ਹਾਂ। ਜੀ ਬਿਲਕੁਲ। ਪਰ ਬੀਜੇਪੀ ਇਸ ਤੋਂ ਵੱਧ ਇਸ ਦਿਨ ਤੋਂ ਪੋਲੀਟੀਕਲ ਮਾਈਲੇਜ ਖੱਟਣ ਦੇ ਰੌਂ ਦੇ ਵਿੱਚ ਹੈ। 71ਵਾਂ ਜਨਮ ਦਿਨ ਹੈ ਉਹਨਾਂ ਦਾ, ਔਰ ਪਹਿਲੇ ਪ੍ਰਧਾਨ ਮੰਤਰੀ ਨੇ
ਆਜ਼ਾਦ ਭਾਰਤ ਦੇ ਉਹ ਜਿਨ੍ਹਾਂ ਦਾ ਜਨਮ ਜਿਹੜਾ 1947 ਤੋਂ ਬਾਅਦ ਹੋਇਆ ਸੀ। ਸੋ ਸਾਰੇ ਉਸ ਤੋਂ ਪਹਿਲਾਂ ਜਿੰਨੇ ਪ੍ਰਧਾਨ ਮੰਤਰੀ ਹੁਣ ਤੱਕ ਬਣੇ ਨੇ ਉਹਨਾਂ ਦੇ ਜਨਮ ਪ੍ਰੀ ਪਾਰਟੀਸ਼ਨ ਹੋਏ ਸਨ। ਸੋ ਇਹ ਵੀ ਇੱਕ ਇਤਿਹਾਸਿਕ ਪਲ ਸੀ। ਸੋ ਨਰਿੰਦਰ ਮੋਦੀ ਨੇ ਆਪਣਾ ਇੱਕ ਚੰਗਾ ਕਾਰਜਕਾਲ ਜਿਹੜਾ ਪੂਰਾ ਕੀਤਾ ਹੈ। ਸੋ ਪੂਰੇ ਜ਼ੋਰ ਸ਼ੋਰ 'ਚ ਨੇ। ਅਜੇ ਉਹਨਾਂ ਨੂੰ ਕੋਈ ਇਸ ਤਰ੍ਹਾਂ ਦਾ ਕੋਈ ਮੁਖਾਲਫਤ ਦਾ ਸਾਹਮਣਾ ਨਹੀਂ ਜਿਹੜਾ ਕਿ ਸਾਨੂੰ ਪਹਿਲੀ ਨਜ਼ਰ ਤੋਂ ਇਸ ਤਰ੍ਹਾਂ ਲੱਗਦਾ ਹੋਵੇ ਕਿ ਕਿਤੇ ਉਹਨਾਂ ਦੀ ਕੋਈ ਵਿਰੋਧਤਾ ਕਿਤੇ ਪਾਸਿਓਂ ਹੋ ਰਹੀ ਹੈ। ਘੱਟੋ ਘੱਟ ਪਾਰਟੀ ਦੇ ਅੰਦਰੋਂ ਜਾਂ ਪਾਰਟੀ ਜਿਹੜੀਆਂ ਸਹਿਯੋਗੀ ਪਾਰਟੀਆਂ ਨੇ ਉਹਨਾਂ ਦੇ ਅੰਦਰੋਂ ਉਹਨਾਂ ਦੇ ਖਿਲਾਫ ਕੋਈ ਖਾਸ ਨਹੀਂ ਬੋਲ ਰਿਹਾ। ਜੀ, ਭਾਜਪਾ ਦੇ ਵਿੱਚ ਤਾਂ ਅਸੀਂ ਇਹ ਕਹਿ ਸਕਦੇ ਹਾਂ ਕਿ ਭਾਜਪਾ ਦੇ ਵਿੱਚ ਤਾਂ ਹਲੇ ਉਹ ਇਕਜੁੱਟ ਹੋ ਕੇ ਦਿਖਾ ਰਹੇ ਨੇ ਜਾਂ ਅਸਲ 'ਚ ਨੇ, ਇਹ ਤਾਂ ਆਉਣ ਵਾਲਾ ਸਮਾਂ ਹੀ ਸਾਨੂੰ ਦੱਸੇਗਾ। ਇਸ ਤਰ੍ਹਾਂ ਹੈ ਜੀ ਕਿ ਜਿਵੇਂ ਦੱਸਿਆ ਕਿ ਨਰਿੰਦਰ ਮੋਦੀ ਤੋਂ ਵੱਡਾ ਬ੍ਰਾਂਡ ਉਹਨਾਂ ਦੇ ਕੋਲ ਇਸ ਵੇਲੇ ਕੋਈ ਨਹੀਂ। ਬਿਲਕੁਲ। ਗੁਜਰਾਤ ਦੀ ਗੱਲ ਅਸੀਂ ਕਰਦੇ ਹਾਂ ਜੀ। ਗੁਜਰਾਤ ਦੇ ਵਿੱਚ ਤੀਸਰੇ ਮੁੱਖ ਮੰਤਰੀ ਬਣ ਗਏ ਨੇ ਨਰਿੰਦਰ ਮੋਦੀ ਤੋਂ ਬਾਅਦ। ਜੀ। 2 ਬਦਲ ਦਿੱਤੇ ਨੇ, ਤੀਸਰੇ ਦੀ ਵਾਰੀ ਆ ਗਈ ਹੈ। ਹੁਣ ਨਰਿੰਦਰ ਮੋਦੀ ਗੁਜਰਾਤ ਦੇ ਵਿੱਚੋਂ ਭਾਵਾਂ ਨਿਕਲ ਕੇ ਕੇਂਦਰ ਦੇ ਵਿੱਚ ਆ ਗਏ ਹੋਣ, ਬਿਲਕੁਲ, ਪਰ ਕਹਿੰਦੇ ਨੇ ਕਿ ਗੁਜਰਾਤ ਨੂੰ ਆਪਣੇ ਬੇਸ ਸਟੇਸ਼ਨ ਵਜੋਂ ਉਹ ਛੱਡਣਾ ਨਹੀਂ ਚਾਹੁੰਦੇ। ਗੁਜਰਾਤ ਨੂੰ ਕਾਇਮ ਰੱਖਣਾ ਚਾਹੁੰਦੇ ਨੇ। ਬਿਲਕੁਲ। ਇਹ ਗੱਲ ਤੇ ਹੋਈ ਕਿ ਉੱਥੇ ਮੁੱਖ ਮੰਤਰੀ ਬਦਲੇ ਜਾਂਦੇ ਨੇ ਜਾਂ ਉਹਨਾਂ ਦੀ ਕਾਰਜਕਾਰੀ ਤੇ ਕੋਈ ਸ਼ੱਕ ਹੁੰਦਾ ਹੈ ਜਾਂ ਕੋਈ ਮੁਖਾਲਫਤ ਉਹਨਾਂ ਦੀ ਹੋ ਜਾਂਦੀ ਹੈ। ਪਰ ਜਿਵੇਂ ਨਰਿੰਦਰ ਮੋਦੀ ਬਾਰੇ ਜਾਣਦੇ ਨੇ ਲੋਕ, ਦੱਸਦੇ ਨੇ ਕਿ ਨਰਿੰਦਰ ਮੋਦੀ ਖੁਦ ਨਹੀਂ ਚਾਹੁੰਦੇ ਕਿ ਗੁਜਰਾਤ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਵੱਡਾ ਲੀਡਰ ਉੱਠੇ ਜਿਹੜਾ ਉਹਨਾਂ ਦੇ ਨਾਮ ਤੋਂ ਵੀ ਉੱਪਰ ਚਲਾ ਜਾਵੇ। ਸੋ ਗੁਜਰਾਤ ਆਪਣੀ ਭਾਰਤ ਦੇ ਵਿੱਚ ਤੇ ਪੈਂਠ ਬਣਾ ਕੇ ਰੱਖਣਾ ਹੀ ਚਾਹੁੰਦੇ ਨੇ, ਇਹ ਖਾਸ ਭਾਈਚਾਰੇ ਦੇ ਵਿੱਚ ਵੀ, ਤੇ ਗੁਜਰਾਤੀ ਭਾਈਚਾਰੇ ਦੇ ਵਿੱਚ ਉਹ ਆਪਣਾ ਦਬਦਬਾ ਪੂਰਾ ਬਣਾ ਕੇ ਰੱਖਣਾ ਚਾਹੁੰਦੇ ਨੇ ਜਿੱਥੋਂ ਕਿ ਨਰਿੰਦਰ ਮੋਦੀ ਨੂੰ ਕੋਈ ਚੈਲੰਜ ਨਾ ਕਰ ਸਕੇ। ਜੀ, ਉਹ ਤਾਂ ਚਲੋ ਰਹੀਆਂ ਵੱਖਰੀਆਂ ਗੱਲਾਂ, ਪਰ ਗੱਲ ਇੱਕ ਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਬਰਥਡੇ ਦੇ ਜਨਮ ਦਿਨ ਦੀ ਗੱਲ ਕਰ ਲਈਏ ਤਾਂ ਮੈਨੂੰ ਲੱਗਦਾ ਕਿ ਉਹਨਾਂ ਨੂੰ ਮੋਦੀ ਸਾਹਿਬ ਨੂੰ ਯਾਦ ਰੱਖਣਾ ਚਾਹੀਦਾ ਹੈ, ਤੇਰਾ ਬਰਥਡੇ ਆਇਆ, ਤੂੰ ਪੁਰਾਣਾ ਹੋਣੇ ਵਾਲਾ ਹੈ, ਹੁਣ ਤਾਂ ਪੁਰਾਣਾ ਹੋ ਜਾਣਾ, ਨਵਾਂ ਨਹੀਂ ਹੋਣਾ। ਖੈਰ, ਇਹ ਚਰਚਾ ਅਸੀਂ ਇਸੇ ਤਰ੍ਹਾਂ ਜਾਰੀ ਰੱਖਾਂਗੇ ਪਰ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਸਵਾਗਤ ਹੈ ਜੀ। ਕੁਲਦੀਪ ਜੀ, ਅਸੀਂ ਗੱਲ ਕਰ ਰਹੇ ਸੀ ਕਿ ਪ੍ਰਧਾਨ ਮੰਤਰੀ ਦੇ ਬਰਥਡੇ ਤੇ ਉਹਨਾਂ ਨੇ ਦੁਪਹਿਰ ਤੱਕ ਹੀ ਇਹ ਐਲਾਨ ਕਰ ਦਿੱਤਾ ਹੈ ਕਿ 1 ਕਰੋੜ ਦੇ ਲਗਭਗ ਟੀਕੇ ਲਗਾਏ ਜਾ ਚੁੱਕੇ ਨੇ, ਜੋ ਕਿ ਇੱਕ ਆਪਣੇ ਆਪ 'ਚ ਰਿਕਾਰਡ ਹੈ। ਤੇ ਪਰ ਜੇ ਅਸੀਂ ਗੱਲ ਕਰ ਲਈਏ ਕਿ ਟੀਕੇ ਤਾਂ ਲਗਾਏ ਜਾ ਰਹੇ ਨੇ ਕਰੋਨਾ ਲਈ, ਤੇ ਕਰੋਨਾ ਦੇ ਕੇਸ ਵੀ ਘਟ ਰਹੇ ਨੇ ਦੇਸ਼ ਦੇ ਵਿੱਚ, ਐਕਟਿਵ ਮਾਮਲਿਆਂ ਦੀ ਦਰ ਘਟ ਰਹੀ ਹੈ, ਸਿਹਤਯਾਬ ਹੋਣ ਵਾਲੇ ਲੋਕਾਂ ਦੀ ਗਿਣਤੀ ਵੱਧ ਰਹੀ ਹੈ, ਪਰ ਫਿਰ ਵੀ ਮਹਿਕਮਾ ਜਿਹੜਾ ਉਹ ਕਿਧਰੇ ਨਾ ਕਿਧਰੇ ਚਿੰਤਾ ਵਿੱਚ ਨਜ਼ਰ ਆ ਰਿਹਾ ਹੈ। ਕੀ ਕਹਿਣਾ ਚਾਹੋਗੇ? ਹੁਣ ਇੱਕ ਮਹਿਕਮਾ ਜਿਹੜਾ ਹੈ ਨਾ ਜੀ, ICMR, ਇੰਡੀਅਨ ਕਾਉਂਸਲ ਆਫ ਮੈਡੀਕਲ ਰਿਸਰਚ, ਜੀ, ਇਸ ਤੇ ਸਾਰੀਆਂ ਨਿਗਾਹ ਟਿਕੀਆਂ ਹੋਈਆਂ ਨੇ। ਜੀ। ਅਸਲ ਵਿੱਚ ਇੱਕ ਪ੍ਰਾਈਵੇਟ ਮੈਗਜ਼ੀਨ ਨੇ ਇੱਕ ਰਿਪੋਰਟ ਜਾਰੀ ਕੀਤੀ ਪਿਛਲੇ ਦਿਨਾਂ ਵਿੱਚ। ਜੀ। ICMR ਦੇ ਹਵਾਲੇ ਨਾਲ ਉਹਨਾਂ ਨੇ ਰਿਪੋਰਟ ਦੇ ਵਿੱਚ ਜੋ ਕੁਝ ਲਿਖਿਆ ਉਹ ਸਾਡੇ ਲੂੰ ਕੰਡੇ ਖੜੇ ਕਰਨ ਵਾਲਾ ਹੈ। ਜੀ। ਉਹ ਲਿਖਦੇ ਨੇ ਕਿ ਇੰਡੀਅਨ ਕਾਉਂਸਲ ਆਫ ਮੈਡੀਕਲ ਰਿਸਰਚ ਦੇ ਅਫਸਰਾਂ ਨੇ ਤੇ ਅਧਿਕਾਰੀਆਂ ਨੇ ਸਰਕਾਰੀ ਦਬਾਅ ਹੇਠ ਆ ਕੇ ਕਰੋਨਾ ਦੀ ਦੂਜੀ ਲਹਿਰ ਬਾਰੇ ਅੰਕੜਿਆਂ ਨੂੰ ਵੱਡੇ ਪੱਧਰ ਤੇ ਛੁਪਾਇਆ ਤੇ ਲੁਕੋਇਆ। ਜੀ। ਇੱਕ ਉਸ ਰਿਪੋਰਟ ਦੇ ਮੁਤਾਬਕ ਸਰਕਾਰ ਤੇ ਕਹਿੰਦੀ ਹੈ 4, 4.5 ਲੱਖ, 5 ਲੱਖ ਦੇ ਆਸ-ਪਾਸ ਮੌਤਾਂ ਹੋਈਆਂ ਨੇ। ਬਿਲਕੁਲ। ਦਰਿਆ ਭਰੇ ਹੋਏ ਨੇ, ਸ਼ਮਸ਼ਾਨ ਘਾਟਾਂ ਭਰੀਆਂ ਹੋਈਆਂ ਨੇ। ਬਿਲਕੁਲ। ਲਾਸ਼ਾਂ ਨੂੰ ਕੱਪੜੇ ਦੱਸ ਦਿੱਤਾ ਗਿਆ। ਜੀ। ਤੇ ਉਹਨਾਂ ਨੇ ਜਿਹੜੀ ਰਿਪੋਰਟ ਦਿੱਤੀ ਹੈ ਉਹ ਜਰਾ ਦਿਲ ਥੰਮ ਕੇ ਸੁਣਨ ਵਾਲੀ ਆ। ਉਹਨਾਂ ਨੇ ਕਿਹਾ ਕਿ 43 ਤੋਂ 68 ਲੱਖ ਲੋਕਾਂ ਦੀ ਮੌਤ ਹੋ ਸਕਦੀ ਹੈ। ਇਹ ਬਹੁਤ ਵੱਡਾ ਅੰਕੜਾ ਹੈ। ਜੀ। ਹੁਣ ਉਹ ਅੰਕੜਾ ਉਹਨਾਂ ਨੇ ਕਿਵੇਂ, ਕਿੱਥੋਂ, ਕਿਸ ਤਰ੍ਹਾਂ ਲਿਆ? ਸਰਕਾਰ ਤੇ ਇਸ ਮਾਮਲੇ 'ਚ ਚੁੱਪ ਹੈ। ਜੀ। ਤੇ ICMR ਵਾਲੇ ਅਜੇ ਤੱਕ ਪ੍ਰੋਗਰਾਮ ਰਿਕਾਰਡ ਕੀਤੇ ਜਾਣ ਤੱਕ ਬਹੁਤਾ ਕੁਝ ਬੋਲੇ ਨਹੀਂ। ਜੀ। ਝੁਠਲਾਇਆ ਨਹੀਂ। ਜੀ। ਪਰ ਅਫਸਰਾਂ ਤੇ ਦਬਾਅ ਸੀ ਸਰਕਾਰ ਦਾ, ਤੇ ਕਿਧਰੇ ਬਹੁਤਾ ਰੌਲਾ ਨਾ ਪੈ ਜਾਵੇ ਇਸ ਗੱਲ ਵਿੱਚ ਵੀ ਕੋਈ ਸ਼ੱਕ ਨਹੀਂ। ਜੀ। ਹੋਰ ਵੀ ਕਈ ਮਹਿਕਮੇ ਦੇ ਦਬਾਅ ਰਿਹਾ ਕਿ ਤੁਸੀਂ ਜਦੋਂ ਕੋਵਿਡ ਦੀ ਲਹਿਰ ਸ਼ੁਰੂ ਹੋਈ ਸੀ ਹਰਪ੍ਰੀਤ ਜੀ ਪਿਛਲੇ ਸਾਲ, ਜੀ, ਤੇ ਕੋਈ ਬਿਮਾਰ ਹੁੰਦਾ ਸੀ ਕਿਸੇ ਹੋਰ ਕੇਸ ਦੇ ਵਿੱਚ ਤੇ ਉਸ ਨੂੰ ਕੋਵਿਡ ਪੇਸ਼ੈਂਟ ਬਣਾ ਦਿੱਤਾ ਜਾਂਦਾ ਸੀ। ਫਿਰ ਸਮਾਂ ਆ ਗਿਆ, ਹੁੰਦਾ ਕੋਵਿਡ ਦਾ ਪੇਸ਼ੈਂਟ ਸੀ ਜੀ, ਤੇ ਉਸ ਦੀ ਲਿਸਟ ਸੂਚੀ ਦੇ ਵਿੱਚ ਨਾਮ ਉਸ ਦਾ ਨਾਨ ਕੋਵਿਡ ਪੇਸ਼ੈਂਟ ਵਜੋਂ ਪਾਇਆ ਜਾਂਦਾ ਸੀ। ਬਿਲਕੁਲ। ਸਰਕਾਰ ਅੰਕੜੇ ਘਟਾਉਣ ਲੱਗ ਪਈ ਸੀ, ਮੌਤਾਂ ਦੀ ਗਿਣਤੀ ਦਾ ਅੰਦਾਜ਼ਾ ਕੋਈ ਨਹੀਂ ਰਿਹਾ। ਜੀ। ਖੈਰ, ਸਭ ਕੁਝ ਹੋਇਆ। ਆਕਸੀਜਨ ਦੀ ਕਮੀ ਦੀ ਕਿੱਲਤ ਸਾਰਿਆਂ ਨੇ ਦੇਖੀ ਹੈ। ਬਿਲਕੁਲ। ਪਰ ICMR ਤੇ ਜਿਹੜਾ ਇਹ ਇੱਕ ਉਂਗਲੀ ਉਠਾਈ ਗਈ ਹੈ, ਇਸ ਨੂੰ ਵਿਰੋਧੀ ਧਿਰਾਂ ਨੇ ਤੇ ਚੁੱਕ ਲਿਆ। ਉਹਨਾਂ ਨੇ ਕਿਹਾ ਕਿ ਇਸ ਬਾਰੇ ਜਾਂਚ ਕੀਤੀ ਜਾਵੇ ਤੇ ਇਸ ਦੇ ਜਵਾਬ ਜਿਹੜਾ ਸਾਨੂੰ ਦਿੱਤਾ ਜਾਵੇ। ਡਾਕਟਰ ਹਰਸ਼ਵਰਧਨ ਜਦੋਂ ਤੋਂ ਐਗਜ਼ਿਟ ਹੋਏ ਨੇ ਸਿਹਤ ਮੰਤਰੀ ਵਜੋਂ, ਉਸ ਤੋਂ ਬਾਅਦ ਹਾਲਾਤ ਭਾਰਤ ਲਈ ਕਾਗਜ਼ਾਂ ਦੇ ਵਿੱਚ ਘੱਟੋ ਘੱਟ ਜਿਹੜੇ ਨੇ ਜਾਂ ਵੈਸੇ ਵੀ ਔਨ ਗਰਾਊਂਡ ਵੀ ਥੋੜੇ ਬਿਹਤਰ ਹੁੰਦੇ ਨਜ਼ਰ ਆ ਰਹੇ ਨੇ। ਜੀ। ਡਾਕਟਰ ਗਗਨਦੀਪ ਕੌਰ ਕੰਗ ਹੈ, ਮਸ਼ਹੂਰ ਵਾਇਰੋਲੋਜਿਸਟ ਹੈ, ਦੁਨੀਆ ਦੇ ਵਿੱਚ ਮੰਨੀ ਹੋਈ ਮਸ਼ਹੂਰ ਹੈ ਬੀਬੀ।
ਉਹਨਾਂ ਨੇ ਜਿਹੜੀ ਗੱਲ ਕੀਤੀ ਸੀ ਕਿ ਭਾਰਤ ਦਸੰਬਰ ਤੱਕ ਜਿੰਨਾ ਟੀਚਾ ਜਿਹੜਾ ਹੈ ਟੀਕੇ ਲਾਉਣ ਦਾ ਰੱਖੀ ਬੈਠਾ ਹੈ ਉਹ ਇਹਨਾਂ ਦਾ ਪੂਰਾ ਨਹੀਂ ਹੋ ਸਕਦਾ। ਪਰ ਸਰਕਾਰ ਨੇ ਉਹ ਟੀਚਾ ਲੱਗਦਾ ਹੈ ਕਿ ਉਸ ਨੂੰ ਚੰਗੀ ਤਰ੍ਹਾਂ ਹੱਥ ਪਾ ਲਿਆ। ਇਸ ਦੇ ਪਿੱਛੇ ਵੀ ਪੋਲੀਟੀਕਲ ਥਿਊਰੀਆਂ ਦੋ ਤਿੰਨ ਕੰਮ ਕਰ ਰਹੀਆਂ ਨੇ ਜੀ। ਇੱਕ ਸੰਸਥਾ ਦਾ ਟੀਕਾ ਜਿਹੜਾ ਹੈ ਉਹ ਸਾਰੇ ਪਾਸੇ ਹੁਣ ਚੱਲ ਰਿਹਾ ਤੇ ਉਸਨੇ 1 ਮਹੀਨੇ ਦੇ ਵਿੱਚ 20 ਤੋਂ 25 ਕਰੋੜ ਟੀਕੇ ਬਣਾਉਣ ਦੀ ਸਮਰੱਥਾ ਹਾਸਲ ਕਰ ਲਈ ਹੈ ਤੇ ਸਰਕਾਰ ਨੇ 1 ਕਰੋੜ ਤੱਕ ਟੀਕੇ ਲਾਉਣ ਦੀ ਗੱਲ ਜਿਹੜੀ ਹੈ ਕੀਤੀ ਹੈ। ਪਿਛਲੇ ਦਿਨਾਂ ਵਿੱਚ ਬਹੁਤ ਟੀਕੇ ਲੱਗ ਰਹੇ ਨੇ, ਤੇਜ਼ੀ ਨਾਲ ਲੱਗ ਰਹੇ ਨੇ ਤੇ ਤੀਸਰੀ ਲਹਿਰ ਬਾਰੇ ਜਿਹੜੇ ਖਦਸ਼ੇ ਨੇ ਦਿਨ-ਬ-ਦਿਨ ਕਮਜ਼ੋਰ ਹੁੰਦੇ ਜਾ ਰਹੇ ਨੇ। ਇਸ ਦਾ ਪੀਕ ਜਿਹੜਾ ਹੈ ਤੀਸਰੀ ਲਹਿਰ ਦਾ ਉਹ ਅਕਤੂਬਰ ਨਵੰਬਰ ਦੇ ਵਿੱਚ ਹੋਣ ਦੀ ਸੰਭਾਵਨਾ ਹੈ। ਅਕਤੂਬਰ ਨਵੰਬਰ ਬਹੁਤੀ ਦੂਰ ਨਹੀਂ, ਸਤੰਬਰ ਅੱਧਾ ਜਾ ਚੁੱਕਾ ਹੈ, ਪਰ ਇਹ ਹੋਵੇਗੀ ਜਾਂ ਨਹੀਂ ਹੋਵੇਗੀ ਇਸ ਬਾਰੇ ਮਾਹਿਰ ਪਹਿਲਾਂ ਜਿਹੜੇ ਕਹਿੰਦੇ ਸੀ ਕਿ ਇਸ ਤੋਂ ਵੀ ਭੈੜੀ ਹੋ ਸਕਦੀ ਹੈ ਦੂਸਰੀ ਤੋਂ ਵੀ, ਉਹਨਾਂ ਨੇ ਵੀ ਕਹਿ ਦਿੱਤਾ ਕਿ ਤੀਸਰੀ ਉਨੀ ਭੈੜੀ ਨਹੀਂ ਹੋਵੇਗੀ। ਇਸ ਤੇ ਲੱਗਦਾ ਹੈ ਕਿ ਥੋੜਾ ਜਿਹਾ ਕੰਟਰੋਲ ਹੋ ਰਿਹਾ। ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ 2 ਕਾਰਨ ਜਿਹੜੇ ਨੇ, ਬਾਰ-ਬਾਰ ਅਸੀਂ ਰਿਪੀਟ ਕਰਦੇ ਹਾਂ ਗੱਲ, ਸਿਰਫ 2 ਕਾਰਨ ਜਿਨ੍ਹਾਂ ਕਰਕੇ ਤੀਸਰੀ ਲਹਿਰ ਦੇ ਆਉਣ ਦਾ ਅਜੇ ਤੱਕ ਖਤਰਾ ਘੱਟ ਹੈ। ਭਾਵੇਂ ਕਈਆਂ ਨੇ ਕਹਿਤਾ ਕਿ ਉਹ ਆ ਹੀ ਚੁੱਕੀ ਹੈ, ਪਰ ਉਸ ਨਾਲ ਨੁਕਸਾਨ ਘੱਟ ਹੋਵੇਗਾ। ਉਹਦੇ 2 ਕਾਰਨ। ਨੰਬਰ 1 ਕਾਰਨ ਇਹ ਹੈ ਕਿ ਇੱਕ ਤੇ ਇਸ ਵਾਇਰਸ ਦਾ ਅਜੇ ਤੱਕ ਭਾਰਤ ਵਿੱਚ ਕੋਈ ਨਵਾਂ ਵੇਰੀਐਂਟ ਨਹੀਂ ਪਾਇਆ ਗਿਆ। ਇਹ ਜਿਹੜਾ ਵੇਰੀਐਂਟ ਇਹੋ ਹੀ ਆ ਅਜੇ ਤੱਕ ਮੌਜੂਦਾ। ਜੇ ਜਿਹੜਾ ਵਾਇਰਸ ਹੈ ਮਿਊਟੇਟ ਕਰਦਾ ਹੈ ਤੇ ਫਿਰ ਕੋਈ ਨਵਾਂ ਵੇਰੀਐਂਟ ਆ ਜਾਂਦਾ ਉਸਦਾ, ਫਿਰ ਉਹ ਖਤਰਨਾਕ ਹੋ ਸਕਦਾ ਜਿਸ ਦਾ ਇਲਾਜ ਇਹਨਾਂ ਕੋਲ ਨਾ ਹੋਵੇ। ਇੱਕ ਤੇ ਇਹ ਗੱਲ। ਦੂਸਰਾ, ਟੀਕਾਕਰਨ ਵਿੱਚ ਲਿਆਂਦੀ ਗਈ ਤੇਜ਼ੀ ਇਸ ਨੂੰ ਰੋਕਣ ਦੇ ਵਿੱਚ ਸਹਾਈ ਸਿੱਧ ਹੋ ਰਹੀ ਹੈ, ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਤੇ ਇਸ ਵੇਲੇ ਪਾਬੰਦੀਆਂ ਬਹੁਤ ਜਗ੍ਹਾ ਤੇ ਖੁੱਲੀਆਂ ਹੋਈਆਂ ਨੇ। ਕੇਰਲ ਦੇ ਵਿੱਚ ਬਹੁਤ ਮੰਦੇ ਹਾਲਾਤ ਨੇ, ਕੇਰਲ ਦੇ ਵਿੱਚ ਬਹੁਤ ਜ਼ਿਆਦਾ ਪੇਸ਼ੈਂਟਸ ਦੀ ਗਿਣਤੀ ਹੈ, ਪਰ ਉੱਥੇ ਖੱਬੇ ਪੱਖੀ ਸਰਕਾਰ ਹੈ ਜਾਂ ਕੋਈ ਹੋਰ ਗੱਲ ਹੈ, ਇਹ ਅੰਕੜੇ ਬਹੁਤੇ ਨਿਕਲ ਕੇ ਸਾਹਮਣੇ ਨਹੀਂ ਆ ਰਹੇ। ਪਰ ਬਾਕੀ ਭਾਰਤ ਦੇ ਵਿੱਚ ਕੇਸ ਤੇ ਰੋਜ਼ 30, 35, 40 ਹਜ਼ਾਰ ਆ ਰਹੇ ਨੇ, ਪਰ ਕੁੱਲ ਮਿਲਾ ਕੇ ਸ਼ਾਂਤੀ ਹੈ। ਹੁਣ ਜਿਹੜੀ ਗੱਲ ਸਵਾਲ ਤੁਸੀਂ ਪੁੱਛਿਆ ਸੀ ਕਿ ਚਿੰਤਾ ਕਿਸ ਗੱਲ ਦੀ ਹੈ ਸਰਕਾਰ ਨੂੰ ਜਾਂ ਅਧਿਕਾਰੀਆਂ ਨੂੰ, ਉਹ ਇਹ ਹੈ ਕਿ ਜਿਹੜੇ ਨਵੇਂ ਅਧਿਐਨ ਆ ਰਹੇ ਨੇ, ਭੁਵਨੇਸ਼ਵਰ ਉੜੀਸਾ ਦੇ ਵਿੱਚ ਇੱਕ ਇੰਸਟੀਚਿਊਟ ਨੇ ਜਿਹੜਾ ਹੈ ਰਿਸਰਚ ਕੀਤੀ ਆ। ਉਹਨਾਂ ਨੇ ਜਿਹੜੇ ਟੀਕੇ ਲੱਗੇ ਹੋਏ ਪੇਸ਼ੈਂਟਸ ਨੂੰ ਜਿਹੜਾ ਉਹਨਾਂ ਦਾ ਅਧਿਐਨ ਕੀਤਾ ਹੈ। ਤਕਰੀਬਨ 6000 ਤੋਂ ਵੱਧ ਮਰੀਜ਼ਾਂ ਤੇ ਜਾਂ ਜਿਨ੍ਹਾਂ ਦੇ ਟੀਕੇ ਲੱਗੇ ਹੋਏ ਸੀ ਕੋਵਿਡ ਦੇ, ਉਹਨਾਂ ਦਾ ਅਧਿਐਨ ਕੀਤਾ ਗਿਆ। ਵੱਖਰੀ ਕੰਪਨੀਆਂ ਦੇ ਟੀਕੇ ਲੱਗੇ ਹੋਏ ਸੀ। ਇਹ ਦੱਸਿਆ ਜਾ ਰਿਹਾ ਹੈ ਕਿ ਇਹ ਜਿਹੜੀ ਇਮਿਊਨਿਟੀ ਹੈ ਜਾਂ ਇਸ ਦੇ ਨਾਲ ਐਂਟੀਬਾਡੀਜ਼ ਪੈਦਾ ਹੁੰਦੀਆਂ ਨੇ ਟੀਕੇ ਨਾਲ, ਜਿਸ ਨਾਲ ਬਿਮਾਰੀ ਤੋਂ ਰੋਕ ਹੋਣੀ ਹੈ, ਉਹ 4 ਤੋਂ 6 ਮਹੀਨੇ ਦੇ ਵਿੱਚ ਖਤਮ ਹੋ ਰਹੀਆਂ ਨੇ। ਉਹ ਐਂਟੀਬਾਡੀਜ਼ ਜ਼ਿਆਦਾ ਦੇਰ ਸਸਟੇਨ ਨਹੀਂ ਕਰ ਰਹੀਆਂ, ਰੋਕ ਨਹੀਂ ਰਹੀਆਂ, ਉਸ ਤੋਂ ਪਹਿਲਾਂ ਖਤਮ ਹੋ ਜਾਂਦੀਆਂ ਨੇ। ਪਰ ਨਾਲ ਦੀ ਨਾਲ ਇਹ ਵੀ ਦੱਸਿਆ ਕਿ ਕੋਵੈਕਸਿਨ ਜਿਹੜਾ ਭਾਰਤ ਦੀ ਆਪਣੀ ਤਕਨੀਕ ਨਾਲ ਆਪਣੇ ਸੰਸਥਾਨ ਭਾਰਤ ਬਾਇਓਟੈਕ ਦੁਆਰਾ ਬਣਾਇਆ ਗਿਆ, ਉਸ ਦੀ ਐਂਟੀਬਾਡੀਜ਼ ਹੋਰ ਵੀ ਛੇਤੀ ਖਤਮ ਹੋ ਰਹੀਆਂ ਨੇ। ਜਦ ਕਿ ਸੀਰਮ ਇੰਸਟੀਚਿਊਟ ਆਫ ਇੰਡੀਆ ਦਾ ਕੋਵਿਸ਼ੀਲਡ ਜਿਹੜਾ ਵੱਡੇ ਪੱਧਰ ਤੇ ਇਸ ਵੇਲੇ ਲੱਗ ਰਿਹਾ, ਜਿਹੜੇ 20 ਤੋਂ 25 ਕਰੋੜ ਟੀਕੇ ਮਹੀਨੇ ਦੇ ਬਣਾ ਰਹੇ ਨੇ, ਉਹ ਜਿਹੜਾ ਹੈ ਥੋੜਾ ਜਿਹਾ ਵੱਧ ਸਮਾਂ ਕੱਢ ਰਿਹਾ ਤੇ ਉਹ ਹੀ ਬੈਟਰ ਟੀਕਾ ਇਸ ਵੇਲੇ ਦੱਸਿਆ ਜਾ ਰਿਹਾ। ਪਰ ਜਿਵੇਂ ਸਵਾਲ ਕਿਸੇ ਨੂੰ ਪੁੱਛਿਆ ਸੀ, ਕਿਸੇ ਆਗੂ ਨੂੰ, ਕਿ ਕਿਹੜੀ ਕੰਪਨੀ ਦਾ ਟੀਕਾ ਲਵਾਉਣਾ ਚਾਹੀਦਾ, ਉਹਨਾਂ ਨੇ ਕਿਹਾ ਜੀ ਜਿਹੜਾ ਅਵੇਲੇਬਲ ਹੋਵੇ। ਸੋ ਟੀਕਾ ਲਵਾ ਲੈਣਾ ਚਾਹੀਦਾ। ਅਜੇ ਵੀ ਜਿਨ੍ਹਾਂ ਨੇ ਨਹੀਂ ਫਸਟ ਸੈਕੰਡ ਡੋਜ਼ ਨਹੀਂ ਲਗਵਾਈ ਜਾਂ ਨਾ ਲਗਵਾਉਣ ਦਾ ਵਿਚਾਰ ਬਣਾਏ ਬੈਠੇ ਨੇ, ਉਹ ਲਗਵਾ ਲੈਣ ਤੇ ਉਹ ਜੇ ਇਸ ਤਰ੍ਹਾਂ ਨਹੀਂ ਕਰਦੇ, ਨਹੀਂ ਲਗਵਾਉਂਦੇ, ਉਹ ਆਪਣੇ ਲਈ ਨਹੀਂ ਸਿਰਫ ਦੂਸਰੇ ਲਈ ਵੀ ਵੱਧ ਖਤਰਾ ਬਣ ਰਹੇ ਨੇ। ਸੋ ਇਹ ਚੰਗੀ ਗੱਲ ਹੋਵੇਗੀ ਕਿ ਉਹ ਟੀਕਾ ਲਗਵਾ ਲੈਣ। ਸੋ ਭਾਰਤ ਦੇ ਵਿੱਚ ਤੀਸਰੀ ਲਹਿਰ ਆਉਣ ਦਾ ਖਤਰਾ ਘੱਟ ਹੈ, ਪਰ ਇਹ ਟੀਕਿਆਂ ਵਾਲਾ ਸਿਸਟਮ ਲੱਗਦਾ ਕਿ ਸਰਕਾਰ ਨੂੰ ਲੰਬੇ ਸਮੇਂ ਲਈ ਚਲਾਉਣਾ ਪੈ ਸਕਦਾ ਹੈ, ਕਿਉਂਕਿ 4 ਤੋਂ 6 ਮਹੀਨੇ ਦੇ ਵਿੱਚ ਇਸ ਦੇ ਐਂਟੀਬਾਡੀਜ਼ ਜਿਹੜੇ ਨੇ ਬਣੇ ਹੋਏ ਟੀਕੇ ਦੇ, ਉਹ ਖਤਮ ਹੋ ਰਹੇ ਨੇ ਤੇ ਹੋ ਸਕਦਾ ਕਿ ਉਸ ਤੋਂ ਬਾਅਦ ਦੁਬਾਰਾ ਟੀਕਾ ਲਾਉਣ ਦੀ ਲੋੜ ਪੈ ਜਾਵੇ। ਜਿਹੜਾ ਅਧਿਐਨ ਕੀਤਾ ਗਿਆ ਸੀ ਉਸ ਵਿੱਚ ਪਹਿਲਾਂ ਲੱਗੇ ਹੋਏ ਟੀਕਿਆਂ ਤੇ ਸਾਹਮਣੇ ਆਇਆ ਕਿ ਉਹਨਾਂ ਨੂੰ ਦੁਬਾਰਾ ਕੋਵਿਡ ਜਿਹੜਾ ਸੀ ਉਹ ਹੋ ਗਿਆ, ਪਰ ਕੁਝ ਸਮੇਂ ਬਾਅਦ। ਸੋ ਕੁਝ ਸਮਾਂ ਤੁਹਾਨੂੰ ਪ੍ਰੋਟੈਕਟ ਕਰਦਾ ਹੈ, ਬਾਕੀ ਫਿਰ ਤੁਹਾਨੂੰ ਫਿਰ ਟੀਕਾ ਲਾਉਣ ਦੀ ਲੋੜ ਪੈ ਸਕਦੀ, ਇਮਿਊਨਿਟੀ ਨੂੰ ਬੂਸਟ ਕਰਦਾ, ਫਿਰ ਉਸ ਤੋਂ ਬਾਅਦ ਉਹ ਘਟ ਜਾਂਦੀ ਹੈ ਜੀ। ਸੋ ਕੁਲਦੀਪ ਜੀ, ਹੁਣ ਜੇ ਅਸੀਂ ਕਰੋਨਾ ਤੇ ਰਾਜਨੀਤੀ ਤੋਂ ਹਟ ਕੇ ਥੋੜੀ ਜੀ ਗੱਲ ਕਰ ਲਈਏ ਤਾਂ ਕਿ ਸਾਡੇ ਜਿਹੜੇ ਦਰਸ਼ਕ ਹੈ ਉਹ ਬੋਰੀਅਤ ਮਹਿਸੂਸ ਨਾ ਕਰਨ, ਗੱਲ ਕਰ ਲਈਏ ਜੇ ਮਨੋਰੰਜਨ ਜਗਤ ਦੀ, ਕਿ ਸ਼ਿਲਪਾ ਸ਼ੈੱਟੀ ਹੈ ਜਿਹੜੀ, ਉਹਨਾਂ ਦੇ ਜਿਹੜੇ ਹਸਬੈਂਡ ਰਾਜ ਕੁੰਦਰਾ, ਉਹਨਾਂ ਦਾ OTT ਪਲੇਟਫਾਰਮ ਦੇ ਉੱਪਰ ਜਿਹੜੀ ਉਹਨਾਂ ਦੀਆਂ ਸੀਰੀਜ਼ ਚੱਲਦੀਆਂ ਸੀ, ਉਹਨੂੰ ਲੈ ਕੇ ਬੀਤੇ ਦਿਨੀ ਉਹ ਫਸ ਗਏ ਸੀ ਤੇ ਕਾਫੀ ਕੁਝ ਵਾਪਰ ਗਿਆ ਤੇ ਸ਼ਿਲਪਾ ਸ਼ੈੱਟੀ ਹੈ ਜਿਹੜੇ ਉਹ ਵੀ ਇਸ ਘੇਰੇ ਵਿੱਚ ਆ ਗਏ। ਉਹਨਾਂ ਨੇ ਵੀ ਲੋਕਾਂ ਨੂੰ ਜਵਾਬ ਦਿੱਤਾ, ਪਰ ਹੁਣ ਕਿਧਰੇ ਨਾ ਕਿਧਰੇ ਜਾ ਕੇ ਸ਼ਿਲਪਾ ਸ਼ੈੱਟੀ ਪੱਲਾ ਝਾੜਦੇ ਨਜ਼ਰ ਆ ਰਹੇ ਨੇ। ਕੀ ਕਹਿਣਾ ਚਾਹੋਗੇ? ਉਹ ਇੱਕ ਕਹਿੰਦੇ ਨੇ ਪੰਜਾਬੀ, ਜਿੱਥੇ ਚੱਲੇਗਾ ਚੱਲੂਗੀ ਨਾਲ ਤੇਰੇ। ਬਿਲਕੁਲ। ਇਹ ਮੈਨੂੰ ਲੱਗਦਾ ਹੈ ਕਿ ਇਹ ਗੱਲ ਹੁਣ ਜਿਹੜੀ ਆ ਉਹ ਪਿੱਛੇ ਰਹਿਣ ਦਾ ਮਨ ਜਿਹੜਾ ਹੈ ਸ਼ਿਲਪਾ ਸ਼ੈੱਟੀ ਨੇ ਰਾਜ ਕੁੰਦਰਾ ਤੋਂ ਬਣਾ ਰਿਹਾ ਜੀ, ਨਾਲ ਚੱਲਣ ਦਾ ਮਨ ਨਹੀਂ ਹੈ ਉਹਨਾਂ ਦਾ ਹੁਣ ਜੀ। ਇੱਕ ਤੇ ਇਹ ਕਿ ਜਿਸ ਦਿਨ ਉਹਨਾਂ ਦੇ ਖਿਲਾਫ
ਰਾਜ ਕੁੰਦਰਾ ਦੇ ਖਿਲਾਫ ਚਲੋ ਉਹ ਗ੍ਰਿਫਤਾਰ ਹੋਏ, ਸਭ ਕੁਝ ਹੋਇਆ, ਪਰ ਸ਼ਿਲਪਾ ਸ਼ੈੱਟੀ ਨੇ ਆਪਣੇ ਰਿਐਲਿਟੀ ਸ਼ੋਅ ਦੇ ਵਿੱਚ ਲਗਾਤਾਰ ਜਾਣਾ ਜਾਰੀ ਰੱਖਿਆ। ਅੱਜ ਵੀ ਜਾ ਰਹੇ ਨੇ। ਬਿਲਕੁਲ। ਜਦੋਂ ਉਹਨਾਂ ਦੇ ਖਿਲਾਫ 1000 ਸਫ਼ੇ ਤੋਂ ਵੱਧ ਦੀ ਸਨਸਨੀਖੇਜ਼ ਖੁਲਾਸਿਆਂ ਵਾਲੀ ਚਾਰਜ ਸ਼ੀਟ ਪੁਲਿਸ ਅਦਾਲਤ ਵਿੱਚ ਦਾਖਲ ਕਰ ਰਹੀ ਸੀ, ਉਸੇ ਵੇਲੇ ਬੀਬੀ ਸ਼ਿਲਪਾ ਸ਼ੈੱਟੀ ਜਿਹੜਾ ਸੀ ਉੱਤਰੀ ਭਾਰਤ ਦੇ ਵਿੱਚ ਜੰਮੂ ਕਸ਼ਮੀਰ 'ਚ ਵੈਸ਼ਨੋ ਦੇਵੀ ਦੀ ਯਾਤਰਾ ਤੇ ਗਏ ਹੋਏ ਸਨ। ਘੋੜੇ ਤੇ ਚੜ੍ਹ ਕੇ ਜੈ ਮਾਤਾ ਦੀ ਕਹਿੰਦੇ ਹੋਏ ਦੇਖੇ ਗਏ ਨੇ। ਬਿਲਕੁਲ। ਉਹ ਉਧਰ ਗਏ ਹੋਏ ਨੇ ਤੇ ਫਿਰ ਜਦੋਂ ਉਹਨਾਂ ਦੇ ਨਾਲ ਗਾਰਡ ਹੁੰਦੇ ਨੇ, ਪਰ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੁੰਦੇ, ਤੇ ਉਹਨਾਂ ਨੇ ਟੋਟਲ ਇਗਨੋਰੈਂਸ ਜਿਹੜੀ ਹੈ ਜ਼ਾਹਰ ਕੀਤੀ ਹੈ। ਹੁਣ 1100 ਸਫ਼ੇ ਦੀ ਚਾਰਜ ਸ਼ੀਟ ਹੋਵੇ ਜਿਸ ਦੇ ਵਿੱਚ ਪਤਾ ਨਹੀਂ ਕੀ ਕੁਝ ਕਿਸ ਤਰ੍ਹਾਂ ਦਾ ਲਿਖਿਆ ਗਿਆ ਹੋਵੇ। ਇਹ ਵੀ ਸੂਤਰਾਂ ਤੋਂ ਖਬਰ ਆਈ ਸੀ, ਅਪੁਸ਼ਟ ਨੇ ਹਾਲਾਂਕਿ, ਕਿ ਜਦੋਂ ਰਾਜ ਕੁੰਦਰਾ ਦੀ ਗ੍ਰਿਫਤਾਰੀ ਬੀਬੀ ਸ਼ਿਲਪਾ ਸ਼ੈੱਟੀ ਦੇ ਸਾਹਮਣੇ ਹੁੰਦੀ ਹੈ ਤੇ ਉਸ ਨੂੰ ਇਹ ਕਹਿੰਦੀ ਕਿ ਸਾਡੇ ਕੋਲ ਕਿਹੜੀ ਚੀਜ਼ ਦੀ ਕਮੀ ਸੀ, ਤੂੰ ਇਹ ਜਿਹਾ ਕਿਉਂ ਕੀਤਾ। ਰਾਜ ਕੁੰਦਰਾ ਦੇ ਕਾਲੇ ਕਾਰਨਾਮਿਆਂ ਬਾਰੇ ਚਿੱਠਾ ਅਦਾਲਤ ਵਿੱਚ ਦਾਖਲ ਹੋ ਚੁੱਕਾ ਹੈ। ਫੈਸਲਾ ਅਦਾਲਤ ਨੇ ਕਰਨਾ ਹੈ ਕਿ ਉਹ ਦੋਸ਼ੀ ਹੈ ਜਾਂ ਨਹੀਂ ਹੈ, ਪਰ ਬਹੁਤ ਸਨਸਨੀਖੇਜ਼ ਖੁਲਾਸੇ ਹੋਏ ਨੇ ਉਸਦੇ ਪਿਛਲੀ ਜ਼ਿੰਦਗੀ ਦੇ ਬਾਰੇ ਵੀ, ਤੇ ਉਸਦੇ ਹੁਣ ਦੇ ਇਹ ਜਿਹੜੇ ਕਾਰਨਾਮਿਆਂ ਕਰਕੇ ਉਸਨੂੰ ਜੇਲ੍ਹ ਜਾਣਾ ਪਿਆ। ਪਰ ਬੀਬੀ ਸ਼ਿਲਪਾ ਸ਼ੈੱਟੀ ਨੇ ਆਪਣਾ ਪੱਲਾ ਇਹ ਕਹਿੰਦੇ ਹੋਏ ਝਾੜ ਲਿਆ, ਪੁੱਛਗਿੱਛ ਬੀਬੀ ਤੋਂ ਵੀ ਹੋਈ ਹੈ ਪਹਿਲਾਂ, ਪਰ ਇਹ ਕਹਿੰਦੇ ਹੋਏ ਝਾੜ ਲਿਆ ਕਿ ਇਸ ਦੇ ਬਿਜ਼ਨਸ ਬਾਰੇ ਜਾਂ ਇਸ ਦੀ ਕਿਸੇ ਵੀ ਡੀਲ ਬਾਰੇ ਮੈਨੂੰ ਕੁਝ ਪਤਾ ਨਹੀਂ, ਤੇ ਮੇਰਾ ਆਪਣਾ ਕੰਮ ਹੈ, ਉਸਦਾ ਆਪਣਾ ਕੰਮ ਹੈ। ਪਰ ਇਹ ਗੱਲ ਕਿੰਨੀ ਕੁ ਵਾਜਬ ਹੈ ਜਾਂ ਸੱਚੀ ਹੈ, ਇਹ ਬੀਬੀ ਸ਼ਿਲਪਾ ਸ਼ੈੱਟੀ ਹੀ ਜਾਣਦੀ ਹੈ। ਜੀ ਕੁਲਦੀਪ ਜੀ, ਹੁਣ ਅਸੀਂ ਗੱਲ ਕਰ ਰਹੇ ਹਾਂ ਅਫਗਾਨਿਸਤਾਨ ਦੀ। ਜਿਹੜੇ ਉੱਥੋਂ ਦੇ ਉਪ ਪ੍ਰਧਾਨ ਮੰਤਰੀ ਨੇ ਮੁੱਲਾ ਬਰਾਦਰ, ਬੜੀਆਂ ਉਮੀਦਾਂ, ਬੜੀਆਂ ਆਸਾਂ ਸੀ ਉਹਨਾਂ ਨੂੰ ਕਿ ਸ਼ਾਇਦ ਉਹ ਇਸ ਤਾਲਿਬਾਨੀ ਸੱਤਾ ਦੇ ਵਿੱਚ ਕਿਧਰੇ ਉਹ ਇਸ ਤੋਂ ਵੀ ਉੱਚੀ ਕੁਰਸੀ ਤੇ ਬਹਿ ਜਾਂਦੇ, ਪਰ ਕਿਵੇਂ ਉਹ ਪ੍ਰਧਾਨ ਮੰਤਰੀ ਬਣਦੇ ਰਹਿ ਗਏ। ਅਸਲ ਵਿੱਚ ਕਿਉਂਕਿ ਤਾਲਿਬਾਨ ਨੂੰ ਪਹਿਲੀ ਵਾਰੀ ਇਹ ਸਾਰਾ ਸਿਸਟਮ ਇਸ ਵਿੱਚੋਂ ਲੰਘਣਾ ਪੈ ਰਿਹਾ ਜੀ। ਇਸ ਤਰ੍ਹਾਂ ਅਹੁਦੇ ਉਹਨਾਂ ਨੂੰ ਅਫੀਸ਼ੀਅਲ ਅਹੁਦੇ ਕਦੇ ਉਹਨਾਂ ਨੇ ਪਿਛਲੀ ਸਰਕਾਰ ਵਿੱਚ ਦਿੱਤੇ ਨਹੀਂ, ਐਵੇਂ ਚਲਾਵਾਂ ਜਿਹਾ ਕੰਮ ਸੀ ਕਿ ਫਲਾਨਾ ਉਹ ਹੈ, ਫਲਾਨਾ ਉਹ ਹੈ। ਇਸ ਵਾਰੀ ਦੁਨੀਆ ਦੀਆਂ ਨਜ਼ਰਾਂ ਲੱਗੀਆਂ ਹੋਈਆਂ ਸੀ ਜੀ ਕਿ ਕੌਣ ਕੀ ਬਣਦਾ ਹੈ ਤੇ ਉਹਦਾ ਪ੍ਰੋਫਾਈਲ ਕੀ ਹੈ। ਬਿਲਕੁਲ। ਜਦੋਂ ਮੰਤਰੀ ਬਣਾ ਦਿੱਤੇ ਜਾਂਦੇ ਨੇ ਤੇ FBI ਵਾਲੇ ਕਹਿੰਦੇ ਨੇ ਇਹਨਾਂ ਚੌਥੇ ਤਾਂ ਸਾਡੇ ਮੋਸਟ ਵਾਂਟਡ ਲਿਸਟ ਤੇ ਨੇ। ਬਿਲਕੁਲ। ਹਾਂਜੀ, ਚਲੋ ਫਿਰ ਵੀ ਦੁਨੀਆ ਨੇ ਡੀਲ ਕਰਨਾ ਉਹਨਾਂ ਨਾਲ। ਤੇ ਮੁੱਲਾ ਬਰਾਦਰ ਜਿਹੜੇ ਦੋਹਾ ਕਤਰ ਦੇ ਵਿੱਚ ਗੱਲਬਾਤ ਹੁੰਦੀ ਰਹੀ ਹੈ ਅਮਰੀਕਾ ਦੀ ਤਾਲਿਬਾਨ ਦੇ ਨਾਲ, ਉੱਥੇ ਭਾਵੇਂ ਖੁਦ ਗੱਲਬਾਤ ਵਿੱਚ ਹਾਜ਼ਰ ਨਾ ਹੋਏ ਹੋਣ, ਪਰ ਉਹਨਾਂ ਦੇ ਅਹਿਮ ਵਿਅਕਤੀਆਂ ਵਿੱਚੋਂ ਮੋਹਰੇ ਸਨ ਜਿਨ੍ਹਾਂ ਨੇ ਗੱਲਬਾਤ ਕੀਤੀ ਹੈ, ਕਰਵਾਈ ਹੈ ਜਾਂ ਜੋ ਵੀ ਹੋਇਆ। ਮੁੱਲਾ ਬਰਾਦਰ ਦਾ ਨਾਮ ਪ੍ਰਧਾਨ ਮੰਤਰੀ ਵਜੋਂ ਪ੍ਰਪੋਜ਼ ਕੀਤਾ ਜਾਣਾ ਸੀ, ਪਰ ਐਨ ਮੌਕੇ ਤੇ ਆ ਕੇ ਕਿਸੇ ਨਾਲ ਉਹਨਾਂ ਦੀ ਕੋਈ ਗੜਬੜੀ ਹੋਈ ਹੈ, ਜਿਸ ਕਰਕੇ ਉਹਨਾਂ ਦਾ ਨਾਮ ਜਿਹੜਾ ਸੀ ਵਾਪਸ ਲੈ ਲਿਆ। ਹੁਣ ਅਫਗਾਨਿਸਤਾਨ ਦੇ ਵਿੱਚ ਕਾਬਲ ਦੇ ਵਿੱਚ ਮੀਟਿੰਗਾਂ ਹੁੰਦੀਆਂ ਨੇ, ਰੋਜ਼ ਹੁੰਦੀਆਂ ਨੇ। ਤਾਲਿਬਾਨ, ਹੱਕਾਨੀ ਨੈਟਵਰਕ, ਮੁੱਲਾ ਬਰਾਦਰ, ਇਹ ਸਾਰੇ ਬੈਠਦੇ ਨੇ ਗਰੁੱਪ ਕਿ ਅਸੀਂ ਸਰਕਾਰ ਬਣਾਉਣੀ ਹੈ, ਕੌਣ ਸਾਡਾ ਸਪਿਰਿਚੁਅਲ ਲੀਡਰ ਹੋਵੇਗਾ, ਕੌਣ ਪ੍ਰਧਾਨ ਮੰਤਰੀ, ਕੌਣ ਉਪ ਪ੍ਰਧਾਨ ਮੰਤਰੀ ਤੇ ਕੌਣ ਵਿਦੇਸ਼ ਮੰਤਰੀ, ਸਾਰੀਆਂ ਗੱਲਾਂ ਤੈਅ ਹੋਣੀਆਂ ਨੇ। ਮੁੱਲਾ ਬਰਾਦਰ ਦਾ ਨਾਮ ਅਖੀਰਲੇ ਦਿਨ ਤੱਕ ਉੱਪਰ ਤੱਕ ਬਣਿਆ ਰਹਿੰਦਾ। ਫਿਰ ਇੱਕ ਦਿਨ ਆਉਂਦਾ ਜਿੱਦਣ ਅਫਗਾਨਿਸਤਾਨ ਵੱਲ ਸਾਰੇ ਉਡੀਕਦੇ ਨੇ ਕਿ ਅੱਜ ਉਹਨਾਂ ਦੀ ਸਰਕਾਰ ਬਣ ਜਾਣੀ ਹੈ, ਤਾਂ ਉਹ ਕਹਿੰਦੇ ਨਹੀਂ, ਅਜੇ ਰੁਕ ਜਾਓ, ਅਜੇ ਥੋੜੇ ਦਿਨ ਠਹਿਰਾਂਗੇ। ਫਿਰ ਇੱਕ ਹੋਰ ਨਾਮ ਆਉਂਦਾ ਪ੍ਰਧਾਨ ਮੰਤਰੀ, ਉਹ ਬਣ ਜਾਂਦੇ ਨੇ। ਪਰ ਮੁੱਲਾ ਬਰਾਦਰ ਦੇ ਬਾਰੇ ਰੌਲਾ ਇਹ ਪੈ ਗਿਆ ਕਿ ਕਾਬਲ ਦੇ ਵਿੱਚ ਜਦੋਂ ਗੱਲਬਾਤ ਚੱਲ ਰਹੀ ਸੀ ਤੇ ਹੱਕਾਨੀ ਨੈਟਵਰਕ ਵਾਲਿਆਂ ਦੇ ਨਾਲ, ਹੱਕਾਨੀ ਦੇ ਆਗੂ ਨਾਲ ਇਸ ਦੀ ਕੋਈ ਬਹਿਸ ਹੋਈ ਹੈ ਬਰਾਦਰ ਦੀ, ਤੇ ਬਾਹਰ ਇਹਨਾਂ ਦੇ ਸਮਰਥਕ ਆਪਸ ਵਿੱਚ ਭਿੜ ਪਏ ਨੇ, ਝੜਪ ਹੋਈ ਹੈ ਤੇ ਸ਼ਾਇਦ ਗੋਲੀ ਵੀ ਕੋਈ ਚੱਲੀ ਹੈ। ਤੇ ਰੌਲਾ ਇਹ ਪੈ ਗਿਆ ਕਿ ਮੁੱਲਾ ਬਰਾਦਰ ਦੇ ਸੱਟਾਂ ਵੱਜੀਆਂ ਨੇ ਤੇ ਉਹਨਾਂ ਦੀ ਸੱਟਾਂ ਨਾਲ ਮੌਤ ਹੋ ਗਈ ਹੈ। ਖੈਰ ਕੁਝ ਦਿਨਾਂ ਬਾਅਦ ਉਹ ਇੱਕ ਵੀਡੀਓ ਵਿੱਚ ਆਉਂਦੇ ਨੇ, ਇੱਕ ਲਿਖਿਆ ਹੋਇਆ ਮੈਸੇਜ ਪੜ੍ਹਦੇ ਨੇ ਕਿ ਦੇਖੋ ਇਹੋ ਜੀ ਕੋਈ ਗੱਲ ਨਹੀਂ, ਮੈਂ ਜਰਾ ਕਿਤੇ ਕੰਮ ਗਿਆ ਹੋਇਆ ਸੀ, ਇਸ ਤੋਂ ਜ਼ਰੂਰੀ ਕਿਹੜਾ ਕੰਮ ਹੈ। ਪਰ ਇਹ ਫਿਰ ਅਪੁਸ਼ਟ ਖਬਰਾਂ ਇਹੋ ਦੱਸਦੀਆਂ ਨੇ ਕਿ ਉਹ ਕੰਧਾਰ ਗਏ ਸਨ ਇੱਕ ਹੋਰ ਆਗੂ ਨੂੰ ਮਿਲਣ ਲਈ, ਵੀ ਸ਼ਾਇਦ ਕਿਧਰੇ ਕੋਈ ਵੱਡੀ ਪੋਸਟ ਜਾਂ ਕੋਈ ਹੋਰ ਗੱਲਬਾਤ ਜਿਹੜੀ ਹੈ ਹੋ ਜਾਵੇ। ਪਰ ਇੱਕ ਸੈਟਬੈਕ ਸੀ ਦੁਨੀਆ ਲਈ ਕਿ ਮੁੱਲਾ ਬਰਾਦਰ ਨੂੰ ਥੋੜੇ ਜਿਹਾ ਬਾਕੀਆਂ ਨਾਲੋਂ ਥੋੜੇ ਜਿਹਾ ਨਰਮ ਆਗੂ ਵਜੋਂ ਦੇਖਿਆ ਜਾਂਦਾ ਹੈ ਕਿ ਜਿਹੜੇ ਕਾਨੂੰਨਾਂ ਦੀ ਗੱਲ ਜਾਂ ਅਮਰੀਕਾ ਨਾਲ ਸਮਝੌਤੇ ਦੀ ਜਿਹੜੀ ਗੱਲਬਾਤ ਜਿਹੜੀ ਹੋਈ ਸੀ ਉਸ ਤੇ ਫੁੱਲ ਚੜਾਉਣ ਲਈ ਕੁਝ ਸ਼ਰਤਾਂ ਤੇ ਵਜਿਦ ਸਨ, ਜਿਸ ਨੂੰ ਹੱਕਾਨੀ ਨੈਟਵਰਕ ਤੇ ਹੋਰਨਾਂ ਜਿਹੜੇ ਸਖਤ ਸੁਭਾਅ ਵਾਲੇ ਲੋਕ ਨੇ ਉਹਨਾਂ ਨੇ ਨਹੀਂ ਮੰਨਿਆ। ਇਸ ਕਰਕੇ ਮੁੱਲਾ ਬਰਾਦਰ ਨੂੰ ਫਿਰ ਥੱਲੇ ਵਾਲੀ ਕੁਰਸੀ ਤੇ ਜਿਹੜਾ ਹੈ ਉਹ ਸਬਰ ਕਰਨਾ ਪਿਆ। ਉਹ ਨਾਰਾਜ਼ ਹੋ ਕੇ ਕੰਧਾਰ ਗਏ ਸੀ ਜਾਂ ਕਿੱਥੇ ਗਏ ਸੀ, ਛੁੱਟੀਆਂ ਤੇ ਗਏ ਸੀ, ਛੁੱਟੀਆਂ ਵਾਲੇ ਦੀ ਗੱਲ ਲੱਗਦੀ ਨਹੀਂ ਮੈਨੂੰ, ਪਰ ਉਹ ਨਾਰਾਜ਼ ਜ਼ਰੂਰ ਹੋਏ ਨੇ। ਹਾਲੇ ਉਹਨਾਂ ਨੇ ਪੋਲੀਟੀਸ਼ੀਅਨ ਦਾ ਸਬੂਤ ਹੁਣ ਦਿੰਦੇ ਹੋਏ ਉਹਨਾਂ ਨੇ ਇਹਨਾਂ ਗੱਲਾਂ ਤੋਂ ਇਨਕਾਰ ਕੀਤਾ ਜੀ। ਕੁਲਦੀਪ ਜੀ, ਬਰਾਦਰ ਮੁੱਲਾ ਬਰਾਦਰ ਜਿਹੜੇ ਹੁਣ ਉਹਨਾਂ ਦੇ ਦਿਲ ਵਿੱਚ ਕਿਹੜੀ ਕਸਕ ਹੈ, ਉਹਨਾਂ ਦੇ ਜਿਹੜੇ ਦਿਲ ਦੀ ਦਰਦ ਹੈ, ਇਹ ਤਾਂ ਹੁਣ ਉਹੀ ਜਾਣਦੇ ਨੇ। ਪਰ ਤੁਸੀਂ ਸਾਡੇ ਸਟੂਡੀਓ ਵਿੱਚ ਆਏ, ਸਾਡੇ ਦਰਸ਼ਕਾਂ ਨਾਲ ਆਪਣੇ ਕੀਮਤੀ ਵਿਚਾਰ ਸਾਂਝੇ ਕੀਤੇ, ਇਹਦੇ ਲਈ ਤੁਹਾਡਾ ਬਹੁਤ-ਬਹੁਤ ਸ਼ੁਕਰੀਆ। ਸੋ ਇਹ ਸੀ ਅੱਜ ਦਾ ਪ੍ਰੋਗਰਾਮ ਵਿਚਾਰ ਚਰਚਾ।
ਨਵੇਂ ਵਿਚਾਰਾਂ ਤੇ ਨਵੀਂ ਚਰਚਾ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ। ਤਦ ਤੱਕ ਲਈ ਆਗਿਆ ਦਿਓ। ਸਤਿ ਸ਼੍ਰੀ ਅਕਾਲ।